हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦੇ ਤਿੰਨੋਂ ਪੇਪਰਾਂ ਦੀ ਡੇਟ ਹੈ ਜਿਹੜੀ ਉਹ ਅਨਾਉਂਸ ਹੋ ਚੁੱਕੀ ਹੈ। ਸੋ ਕਾਂਸਟੇਬਲ ਦਾ ਪੇਪਰ ਹੈ ਜਿਹੜਾ ਉਹ 14 ਅਕਤੂਬਰ ਨੂੰ ਹੋ ਰਿਹਾ। ਹੈੱਡ ਕਾਂਸਟੇਬਲ ਦਾ ਹੈਗਾ ਜਿਹੜਾ ਇਹ 15 ਅਕਤੂਬਰ ਨੂੰ ਹੋ ਰਿਹਾ ਤੇ ਸਬ ਇੰਸਪੈਕਟਰ ਦਾ ਪੇਪਰ ਹੈ ਜਿਹੜਾ ਉਹ 16 ਅਕਤੂਬਰ ਨੂੰ ਹੋ ਰਿਹਾ। ਵੈਸੇ ਤਾਂ ਦੇਖੋ ਡੇਟਸ ਵਗੈਰਾ ਇਕੱਠੀਆਂ ਆ ਗਈਆਂ ਹਨਾ। ਔਖਾ ਤਾਂ ਹੈਗਾ ਜਿਨ੍ਹਾਂ ਬੱਚਿਆਂ ਨੇ ਤਿੰਨੋਂ ਹੀ ਪੇਪਰ ਭਰੇ ਹੋਏ ਉਹਨਾਂ ਨੂੰ ਔਖਾ ਹੋ ਸਕਦਾ ਇੱਕ ਸੈਂਟਰ ਚੰਡੀਗੜ੍ਹ ਆ ਦੂਜਾ ਜਾ ਕੇ ਕਿਤੇ ਜਲੰਧਰ ਮਾਰਨ ਹਨਾ। ਤਾਂ ਇੱਕੋ ਦਿਨ ਦੇ ਵਿੱਚ ਜਾਣਾ ਥੋੜਾ ਜਿਹਾ ਔਖਾ ਹੈ ਕਿਉਂਕਿ 5 ਵਜੇ ਤੱਕ ਆ ਪੇਪਰ, ਦੋ ਪੇਪਰ ਹੈ ਹਨਾ, 9 ਤੋਂ 11 ਤੇ 3 ਤੋਂ 5। ਤਾਂ ਚਲੋ ਕੋਈ ਗੱਲ ਨਹੀਂ, ਹੁਣ ਜੇ ਚੀਜ਼ਾਂ ਹੋ ਗਈਆਂ ਆਪਾਂ ਕੀ ਕਰ ਸਕਦੇ ਇਹਨਾਂ ਚੀਜ਼ਾਂ ਦੇ ਲਈ ਹਨਾ। ਤਾਂ ਆਪਾਂ ਤਿਆਰੀ ਕਰਨੀ ਹੈ, ਜੱਜ ਕੇ ਤਿਆਰੀ ਕਰਨੀ ਹੈ। ਤੁਸੀਂ ਮੈਨੂੰ ਪਤਾ ਹੈ ਕਿ ਤੁਸੀਂ ਸਾਰਿਆਂ ਨੇ ਤਿਆਰੀ ਆਲਰੇਡੀ ਤੁਹਾਡੀ ਕੰਪਲੀਟ ਹੋ ਚੁੱਕੀ ਹੋਣੀ ਹੈ। ਜੇ ਕੁਝ ਥੋੜੇ ਬਹੁਤ ਪੋਰਸ਼ਨ ਰਹਿੰਦੇ ਆ ਤਾਂ ਤੁਸੀਂ ਕੰਪਲੀਟ ਕਰ ਲਓ, ਦਿਨ ਰਾਤ ਇੱਕ ਕਰ ਦਿਓ। ਚੀਜ਼ਾਂ ਵਾਰੀ ਵਾਰੀ ਥੋੜ੍ਹੀਆਂ ਹੁੰਦੀਆਂ, ਮੌਕੇ ਵਾਰੀ ਵਾਰੀ ਨਹੀਂ ਮਿਲਦੇ। ਸੋ ਰਿਵੀਜ਼ਨ ਪਰਪਸ ਦੇ ਲਈ ਆਪਾਂ ਪੁਰਾਣੇ ਕੁਐਸਚਨ ਕਰ ਸਕਦੇ ਹਾਂ, ਜਿਵੇਂ ਆਪਾਂ ਕੰਪਿਊਟਰ ਦੇ ਕੁਐਸਚਨ ਕਰਾ ਰਹੇ ਹਾਂ ਸਬ ਇੰਸਪੈਕਟਰ ਦੇ ਲਈ ਹਨਾ। ਇਸ ਤੋਂ ਪਹਿਲਾਂ ਆਪਾਂ 4 ਵੀਡੀਓ ਬਣਾ ਚੁੱਕੇ ਹਾਂ, 5ਵੀਂ ਵੀਡੀਓ ਹੈ ਜਿਹਦੇ ਵਿੱਚ ਆਪਾਂ ਡਿਟੇਲਡ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ ਪੁਰਾਣੇ ਕੁਐਸਚਨ ਤੇ ਨਾਲ ਲੱਗਦੀ ਥਿਊਰੀ ਵੀ ਮੈਂ ਦੱਸ ਰਿਹਾ, ਤੁਸੀਂ ਉਹ ਨੋਟ ਕਰ ਰਹੇ ਹੋਵੋਗੇ ਆਈ ਹੋਪ ਕੇ ਹਨਾ। ਸੋ ਉਸੇ ਲੜੀ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਤੇ ਆਪਾਂ ਦੇਖਦੇ ਹਾਂ। ਇਹ ਅੱਜ ਆਪਣਾ 5ਵਾਂ ਪਾਰਟ ਹੈ, ਠੀਕ ਹੈ। ਸੋ ਤੁਸੀਂ ਜੇਕਰ ਉਹ 4 ਪਾਰਟ ਨਹੀਂ ਦੇਖੇ ਤਾਂ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ, ਜਿਵੇਂ ਪਹਿਲਾ ਕੁਐਸਚਨ ਹੈ, ਇਨ MS Excel 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਐਂਟਰ ਦੀ ਕਰੰਟ ਲਾਈਨ, ਕਰੰਟ ਟਾਈਮ, ਸੌਰੀ ਕਰੰਟ ਲਾਈਨ ਨਹੀਂ, ਕਰੰਟ ਟਾਈਮ। ਕਹਿੰਦਾ ਕਰੰਟ ਟਾਈਮ ਨੂੰ ਐਂਟਰ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਹੈ। ਕੰਟਰੋਲ ਸ਼ਿਫਟ ਸਾਰਿਆਂ 'ਚ ਹੀ ਹੈ, ਕੋਲਨ, ਸੈਮੀ ਕੋਲਨ, ਟਾਈਲਡ ਤੇ ਬੈਕਵਰਡ ਸਲੈਸ਼। ਇਹ ਫਾਰਵਰਡ ਸਲੈਸ਼ ਹੁੰਦੀ ਹੈ, ਬੈਕਵਰਡ ਸਲੈਸ਼, ਇਹਨੂੰ ਟਾਈਲਡ ਸਿੰਬਲ ਬੋਲਦੇ ਨੇ, ਠੀਕ ਹੈ। ਸੋ ਆਪਾਂ ਦੇਖਦੇ ਹਾਂ, ਜਿਵੇਂ ਸ਼ਾਰਟਕਟ ਤੇ ਫੰਕਸ਼ਨਸ ਆਪਾਂ ਦੇਖਦੇ ਹਾਂ। ਕਰੰਟ ਟਾਈਮ ਆਪਾਂ ਐਂਟਰ ਕਰਨਾ ਹੈ ਕੰਟਰੋਲ ਸ਼ਿਫਟ ਪਲੱਸ ਕੋਲਨ, ਠੀਕ ਹੈ, ਕੰਟਰੋਲ ਸ਼ਿਫਟ ਤੇ ਕੋਲਨ। ਤੇ ਜੇ ਕਰੰਟ ਆਪਾਂ ਡੇਟ ਐਂਟਰ ਕਰਨੀ ਹੈ ਕੰਟਰੋਲ ਪਲੱਸ ਕੋਲਨ। ਅਸਲ ਦੇ ਵਿੱਚ ਇਹ ਵੀ ਇਹੀ ਹੋਣਾ ਸੀ, ਕੰਟਰੋਲ ਪਲੱਸ ਕੋਲਨ। ਤਾਂ ਕੋਲਨ ਪੈਂਦਾ ਕਾਹਦੇ ਨਾਲ, ਸ਼ਿਫਟ ਦੱਬ ਕੇ ਪੈਂਦਾ, ਤਾਂ ਉਹਨੇ ਆ ਲਾਤਾ ਕੰਟਰੋਲ ਸ਼ਿਫਟ ਪਲੱਸ ਕੋਲਨ, ਠੀਕ ਹੈ। ਇਹ ਮੈਂ ਪ੍ਰੈਕਟੀਕਲ ਵੀ ਕਰਾਏ ਹੋਏ ਨੇ, 8ਵਾਂ ਚੈਪਟਰ ਹੈ ਜਿਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੋਇਆ ਹੈ MS ਵਰਡ ਐਕਸਲ ਪਾਵਰ ਪੁਆਇੰਟ। ਉਹ ਤੁਸੀਂ ਜਾ ਕੇ ਦੇਖ ਸਕਦੇ ਹੋ, ਉਹਦਾ ਵੀ ਮੈਂ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ। ਜਿੰਨੇ ਵੀ ਕੁਐਸਚਨ ਐਕਸਲ ਵਰਡ ਪਾਵਰ ਪੁਆਇੰਟ ਦੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਨੇ, ਪਿਛਲੇ 2-3 ਸਾਲਾਂ ਦੇ ਪੇਪਰ ਹੋਏ ਆ ਹਨਾ, ਉਹਦੇ ਵਿੱਚ ਕੰਪਿਊਟਰ ਦੇ ਕੁਐਸਚਨ ਜਿਹੜੇ ਵਰਡ ਐਕਸਲ ਪਾਵਰ ਪੁਆਇੰਟ ਚੋਂ ਆਏ ਹੋਏ ਨੇ। ਕਿਉਂਕਿ ਇਹ ਨਾ ਇਹਦਾ ਏਰੀਆ ਬਹੁਤ ਵਾਈਡ ਹੈ, ਆਪਾਂ ਕਿੰਨੇ ਕੁ ਸ਼ਾਰਟਕਟ ਕਰ ਲਾਂਗੇ, ਕਿੰਨੀਆਂ ਕੁ ਆਪਾਂ ਫੰਕਸ਼ਨ ਕਰ ਲਾਂਗੇ, ਬਹੁਤ ਵਾਈਡ ਏਰੀਆ ਇਹਦਾ। ਤਾਂ ਕਰਕੇ ਜੇਕਰ ਕਰ ਲਓਗੇ ਤਾਂ ਬਹੁਤ ਵਧੀਆ, ਵੈਲ ਐਂਡ ਗੁੱਡ। ਜੇਕਰ ਨਹੀਂ ਕਰ ਸਕਦੇ ਤਾਂ ਉਹ ਵੀਡੀਓ ਜ਼ਰੂਰ ਦੇਖੋ ਜਾ ਕੇ, ਜਿਹਦੇ 'ਚ ਮੈਂ ਐਕਸਲ ਵਰਡ ਪਾਵਰ ਪੁਆਇੰਟ ਦੇ ਸਟੈਂਡਰਡ ਕੁਐਸਚਨ ਹੈ ਨਾ, ਕਿਉਂਕਿ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆਏ ਹੋਏ ਨੇ। ਜੇ ਚੀਜ਼ ਉਹ ਇੰਪੋਰਟੈਂਟ ਹੋਊਗੀ ਤਾਂ ਬੰਦਿਆਂ ਨੇ ਤਾਂ ਹੀ ਪਾਏ ਨੇ ਨਾ, ਤਾਂ ਤੁਸੀਂ ਉਹ ਜ਼ਰੂਰ ਦੇਖੋ ਜਾ ਕੇ, ਮੈਂ ਉਹਦਾ ਲਿੰਕ ਦਿੱਤਾ ਹੋਇਆ। ਬਾਕੀ ਜੇ ਇਸ ਤੋਂ ਬਿਨਾਂ ਤੁਸੀਂ ਹਿਸਟਰੀ ਦਾ ਵੀ ਚੈਪਟਰ ਹੈ, ਪਹਿਲਾ ਚੈਪਟਰ ਉਹ ਵੀ ਮੈਂ ਕਰਵਾਇਆ ਹੋਇਆ। ਫਿਰ ਦੂਜੇ ਚੈਪਟਰ ਦੇ ਵਿੱਚ ਬੇਸਿਕ ਇਨਪੁਟ ਆਊਟਪੁੱਟ 'ਚੋਂ ਬਹੁਤ ਕੁਐਸਚਨ ਆਉਂਦੇ ਨੇ, ਉਹ ਵੀ ਤੁਸੀਂ ਕਰ ਸਕਦੇ ਹੋ। CPU ਵਾਲਾ ਵੀ ਕਰਵਾਇਆ ਹੋਇਆ, ਠੀਕ ਹੈ। ਸੋ 3 ਮੈਂ ਚੈਪਟਰ ਕਰਾਏ ਹੋਏ ਨੇ, ਚੌਥਾ 5ਵਾਂ ਉਦੋਂ ਤੱਕ ਜਿੰਨੇ ਹੋ ਸਕੇ ਮੈਂ ਦੂਜੀਆਂ ਵੀ ਵੀਡੀਓ ਅਪਲੋਡ ਕਰ ਦੂੰ, ਤੁਸੀਂ ਨਾਲ ਨਾਲ ਦੇਖ ਲਿਓ। ਤੇ ਇਹ ਆਪਾਂ ਦੇਖ ਲਿਆ ਟਾਈਮ ਦੇ ਲਈ ਕੰਟਰੋਲ ਸ਼ਿਫਟ ਕੋਲਨ, ਤੇ ਡੇਟ ਦੇ ਲਈ ਕੰਟਰੋਲ ਸੈਮੀ ਕੋਲਨ, ਕੰਟਰੋਲ ਪਲੱਸ ਸੈਮੀ ਕੋਲਨ। ਫੰਕਸ਼ਨ ਫॉर ਕਰੰਟ ਡੇਟ, ਕਰੰਟ ਡੇਟ ਦੇ ਲਈ ਇਜ਼ ਇਕੁਅਲ ਟੂ ਟੂਡੇ, ਤੇ ਡੇਟ ਤੇ ਟਾਈਮ ਦੋਨੋਂ ਦਿਖਾਉਣੇ ਦਾ ਇਜ਼ ਇਕੁਅਲ ਟੂ ਨਾਓ। ਤਾਂ ਆਪਾਂ ਨੂੰ ਕੀ ਪੁੱਛਦਾ, ਆਪਾਂ ਨੂੰ ਤਾਂ ਪੁੱਛਿਆ ਹੀ ਕਰੰਟ ਟਾਈਮ ਹੈ ਇਕੱਲਾ, ਤਾਂ ਕੰਟਰੋਲ ਸ਼ਿਫਟ ਕੋਲਨ, ਫਿਰ ਇਹਦਾ ਇਹ ਆਨਸਰ ਹੈ ਆਪਣੇ ਕੋਲ। ਕਲੀਅਰ ਹੋ ਗਈ ਗੱਲ। ਅਗਲਾ ਕੁਐਸਚਨ ਹੈ, ਟੂ ਫਾਈਟ ਫੇਕ ਨਿਊਜ਼ ਫੇਸਬੁੱਕ ਹੈਜ਼ ਇੰਟਰੋਡਿਊਸ ਥਰਡ ਪਾਰਟੀ ਫੈਕਟ ਚੈਕਿੰਗ, ਦਿਸ ਵਾਜ਼ ਇੰਟਰੋਡਿਊਸ ਇਨ ਵਿਚ ਈਅਰ। ਆਪਾਂ ਨੂੰ ਪਤਾ ਹੈ ਕਿ ਫੇਸਬੁੱਕ ਨੇ ਇੱਕ ਥਰਡ ਪਾਰਟੀ, ਕਿਉਂਕਿ ਫੇਸਬੁੱਕ ਤੇ ਬਹੁਤ ਸਾਰੀਆਂ ਫੇਕ ਨਿਊਜ਼ ਚੱਲਦੀਆਂ ਨੇ, ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ, ਉਹਨਾਂ ਦੀ ਰੋਕਥਾਮ ਕਰਨ ਦੇ ਲਈ ਥਰਡ ਪਾਰਟੀ ਦਾ ਮਤਲਬ ਫੇਸਬੁੱਕ ਨੇ ਆਪ ਨਹੀਂ ਬਣਾਇਆ, ਕਿਸੇ ਨੂੰ ਹੋਰ ਕਿਹਾ ਕਿ ਤੁਸੀਂ ਬਣਾਓ ਆ ਕੇ। ਤਾਂ ਉਹ ਸੀਗਾ, ਆਪਾਂ ਨੂੰ ਪਤਾ ਹੈ ਮੈਟਾ ਥਰਡ ਪਾਰਟੀ ਫੈਕਟ ਚੈਕਿੰਗ ਪ੍ਰੋਗਰਾਮ ਸੀ, ਠੀਕ ਹੈ। ਇੰਡੀਪੈਂਡੈਂਟ ਸੀਗਾ ਉਹ, ਤੇ ਕਿਹਦੇ ਦੁਆਰਾ ਅਪਰੂਵਡ ਹੈ, ਇੰਟਰਨੈਸ਼ਨਲ ਫੈਕਟ ਚੈਕਿੰਗ ਨੈਟਵਰਕਸ ਦੁਆਰਾ, ਤੇ 2016 ਦੇ ਵਿੱਚ ਬਣਾਇਆ ਸੀ। ਉਹੀ ਆਪਾਂ ਨੂੰ ਪੁੱਛਿਆ ਕਿ ਕਿਹੜੇ 'ਚ, 2016 ਦੇ ਵਿੱਚ। ਇਹ ਬਹੁਤ ਵਧੀਆ ਕੁਐਸਚਨ ਹੈ, ਪਿਛਲੇ ਸ਼ਿਫਟ ਦੇ ਵਿੱਚ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਆਲਰੇਡੀ। ਵਧੀਆ ਕੁਐਸਚਨ ਹੈ, ਆਈ ਹੋਪ ਕਿ ਤੁਹਾਨੂੰ ਵਧੀਆ ਸਮਝ ਆਇਆ ਹੋ। ਰਿਪੀਟ ਹੋ ਗਿਆ ਨਾ, ਨਾਲ ਦੇ ਮਿਲਦੇ ਜੁਲਦੇ ਕੁਐਸਚਨ ਹੀ ਆਏ ਹੋਏ ਨੇ ਸ਼ਿਫਟ ਦੇ ਵਿੱਚ। ਦੀ ਟੀ ਫਲॉप्स ਹੁੰਦੀ ਹੈ ਟੈਰਾ ਫਲॉप, ਸਪੀਡ ਆਫ CPU ਇਜ਼ ਇਕੁਅਲੈਂਟ ਟੂ ਇੰਨੀ ਕਿੰਨੇ ਫਲॉप ਦੇ। ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਯਾਦ ਰੱਖਣੀ ਹੈ, CPU ਦੀ ਸਪੀਡ ਹੈ ਜਿਹੜੀ, ਜਾਂ CPU ਦੀ ਨਾਰਮਲ ਜੇਕਰ ਆਪਾਂ ਗੱਲ ਕਰੀਏ ਸਪੀਡ ਆਫ CPU ਤਾਂ ਹਰਟਸ ਦੇ ਵਿੱਚ ਹੁੰਦੀ ਹੈ। ਸਪੀਡ ਆਫ CPU ਇਨ ਹਰਟਸ, HERTZ, ਸ਼ਾਰਟ ਦੇ ਵਿੱਚ ਇਹਨੂੰ ਆਪਾਂ HZ ਕਹਿ ਸਕਦੇ ਹਾਂ, ਠੀਕ ਹੈ। ਇਟ ਕੈਨ ਬੀ ਕਿਲੋ ਹਰਟਸ,
ਇਟ ਕੈਨ ਬੀ ਗੀਗਾਹਰਟਸ, ਇਟ ਕੈਨ ਬੀ ਮੈਗਾਹਰਟਸ, ਟੈਰਾਹਰਟਸ, ਪੈਟਾਹਰਟਸ ਵੀ ਹੋ ਸਕਦੀ ਹੈ। ਬਟ ਅੱਜ ਕੱਲ ਜਿਹੜਾ ਆਪਣਾ ਕੰਪਿਊਟਰ ਉਹਨਾਂ ਵਿੱਚ ਗੀਗਾਹਰਟਸ ਯੂਜ਼ ਕੀਤੀ ਜਾਂਦੀ ਹੈ। ਤੇ ਫਲॉप्स ਜਿਹੜੀ ਸਪੀਡ ਹੈ ਇਹ ਸੁਪਰ ਕੰਪਿਊਟਰ ਦੀ ਹੈ, ਸਪੀਡ ਆਫ ਸੁਪਰ ਕੰਪਿਊਟਰ। ਹੁਣ ਤੁਸੀਂ ਕਹੋਗੇ CPU ਵਿੱਚ ਆ ਗਿਆ, ਸੁਪਰ ਕੰਪਿਊਟਰ ਦੇ ਵਿੱਚ ਵੀ ਤਾਂ CPU ਹੁੰਦਾ। ਸੋ ਫਲॉप्स ਦੀ ਇੱਕ ਤਾਂ ਮਿੱਤਰੋ ਐਬਰੀਵੇਸ਼ਨ ਪੁੱਛ ਸਕਦਾ। ਫਲॉप्स ਹੁੰਦਾ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ, ਐਬਰੀਵੇਸ਼ਨ ਬਹੁਤ ਇੰਪੋਰਟੈਂਟ ਹੈ, ਪੁੱਛ ਸਕਦਾ ਬਈ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਠੀਕ ਹੈ, ਹੁਣ ਇੱਕ ਤਾਂ ਇਹ ਚੀਜ਼ ਪੁੱਛ ਸਕਦਾ। ਹੁਣ ਆਪਾਂ ਨੂੰ ਉਹਨੇ ਪੁੱਛ ਲਿਆ ਵੀ ਕਿਹਦੇ ਬਰਾਬਰ ਆ, ਆਪਾਂ ਨੂੰ ਮੈਂ ਦੱਸਦਾ ਤੁਹਾਨੂੰ। ਇੱਕ ਤਾਂ ਆਪਾਂ ਨੂੰ ਇਹ ਗੱਲ ਯਾਦ ਰੱਖਣੀ ਪੈਣੀ ਹੈ, ਪੁੱਛਿਆ ਕੀ ਹੈ ਟੀ ਫਲॉप्स, ਟੈਰਾ ਫਲॉप, ਜਾਨੀ ਕਿ ਇਹ ਆਪਾਂ ਇੱਥੇ ਲਿਖ ਲੈਂਦੇ ਆ ਟੀ ਫਲॉप्स। ਇਹ ਇਕੁਇਵਲੈਂਟ ਪੁੱਛਿਆ, ਇਕੁਇਵਲੈਂਟ ਕਿਹਦੇ ਪੁੱਛਿਆ 10 ਦੀ ਪਾਵਰ ਦੇ ਵਿੱਚ ਪੁੱਛਿਆ। ਤਾਂ ਆਪਾਂ ਨੂੰ ਪਹਿਲਾਂ ਕੁਝ ਸਟੈਂਡਰਡ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਨੇ, ਜਿਵੇਂ 1 KB ਆਪਾਂ ਨੂੰ ਪਤਾ ਬਰਾਬਰ ਹੁੰਦਾ 1024 ਬਾਈਟਸ ਦੇ। ਤਾਂ 1024 ਨੂੰ ਮੈਂ ਕੀ ਲਿਖ ਸਕਦਾ 2 ਦੀ ਪਾਵਰ 10 ਬਾਈਟਸ ਵੀ ਲਿਖ ਸਕਦਾ। ਇਹ ਗੱਲ ਕਲੀਅਰ ਹੋਣੀ ਹੈ, ਕਿਉਂਕਿ 2 ਦੀ ਪਾਵਰ 2 ਬਰਾਬਰ 4 ਹੁੰਦਾ। ਇਹਦਾ ਮਤਲਬ ਹੁੰਦਾ 2 ਗੁਣਾ 2, 2 ਦੀ ਪਾਵਰ 5 ਲਿਖ ਲਾਂ ਮੈਂ 32 ਦੇ ਬਰਾਬਰ ਹੁੰਦਾ। 2 ਦੀ ਪਾਵਰ 8 ਲਿਖ ਲਾਂ ਮੈਂ 512 ਦੇ ਬਰਾਬਰ ਹੁੰਦਾ। ਨਹੀਂ ਸੌਰੀ 512 ਨਹੀਂ 256। 2 ਦੀ ਪਾਵਰ 9 ਲਿਖ ਲਈਏ ਆਪਾਂ 512 ਦੇ ਬਰਾਬਰ, ਤੇ 2 ਦੀ ਪਾਵਰ 10 ਕਰ ਲਈਏ ਤਾਂ 1024। ਆਹੀ ਆਪਾਂ ਲਿਖਿਆ 1024 ਕਿਹਦੇ ਬਰਾਬਰ 2 ਦੀ ਪਾਵਰ 10 ਦੇ। ਕਲੀਅਰ। ਤਾਂ ਫਿਰ ਹੁਣ ਇਹ ਵੀ ਚੀਜ਼ ਹੈ ਕਿ 1000 ਜਿਹੜਾ ਬਰਾਬਰ ਹੁੰਦਾ ਨੀਅਰ ਅਬਾਊਟ 1024 ਦੇ ਹੁੰਦਾ, ਕਿਉਂਕਿ ਆਪਾਂ ਕਿਸ ਤੋਂ 1024 ਰੁਪਏ ਲੈਣੇ। ਆਪਾਂ ਕਹਿੰਦਾ ਯਾਰ 1000 ਹੀ ਨਿਕਲਿਆ ਵੇ ਬਹੁਤ ਹੈ, 24 ਛੱਡ ਤੇ, ਰਾਉਂਡ ਆਫ ਨਹੀਂ ਕਰ ਦਿੰਦੇ। ਤਾਂ ਡੇਟਾ ਨੂੰ ਜਿਹਨੂੰ ਸੇਵ ਕਰਨਾ ਕੰਪਿਊਟਰ ਦੇ ਵਿੱਚ 1024 ਵਰਤਾਂਗੇ, ਜਿਹਨੂੰ ਡੇਟਾ ਨੂੰ ਟਰਾਂਸਮਿਟ ਕਰਨਾ ਤਾਂ 1000। ਠੀਕ ਹੈ, 1024 ਕਿਹਦੇ ਬਰਾਬਰ ਹੁੰਦਾ 2 ਦੀ ਪਾਵਰ 10 ਦੇ। ਇਹਦੇ ਇਕੁਇਵਲੈਂਟ ਹੈ, ਅਪਰੋਚ ਟੂ ਹੈ, ਇਕੁਅਲ ਨਹੀਂ ਲਿਖ ਲਿਆ ਮੈਂ। ਤਾਂ 1000 ਕਿਹਦੇ ਬਰਾਬਰ ਹੁੰਦਾ 10 ਦੀ ਪਾਵਰ 3 ਦੇ। ਇਹ ਸਟੈਂਡਰਡ ਰਿਜ਼ਲਟ ਹੈ, ਇਹਨੂੰ ਆਪਾਂ ਯਾਦ ਰੱਖਣਾ, ਇਸ ਨੂੰ ਵਰਤਾਂਗੇ ਆਪਾਂ। ਠੀਕ ਹੈ, ਹੁਣ ਆਪਾਂ ਨੂੰ ਇਹ ਵੀ ਪਤਾ ਹੈ, ਰੰਗ ਜਿਹਾ ਬਦਲ ਗਏ ਇੱਕੋ ਜਿਹਾ ਕੰਮ ਹੋ ਜੂ ਸਾਰਾ। ਆਪਾਂ ਨੂੰ ਇਹ ਗੱਲ ਪਤਾ ਹੈ ਕਿ 1 KB ਹੈ ਜਿਹੜਾ ਉਹ 2 ਦੀ ਪਾਵਰ 10 ਬਾਈਟ ਦੇ ਬਰਾਬਰ ਹੁੰਦਾ। ਸ਼ਾਰਟਕਟ ਲਿਖ ਰਿਹਾ, ਟਾਈਮ ਜ਼ਿਆਦਾ ਲੱਗ ਜੂ। 1 MB ਹੈ ਜਿਹੜਾ ਉਹ 2 ਦੀ ਪਾਵਰ 20 ਬਾਈਟ ਦੇ ਬਰਾਬਰ ਹੁੰਦਾ ਹੈ। 1 GB ਹੈ ਜਿਹੜਾ ਉਹ 2 ਦੀ ਪਾਵਰ 30 ਬਾਈਟਸ ਦੇ ਬਰਾਬਰ ਹੁੰਦਾ ਹੈ। ਤੇ 1 TB 2 ਦੀ ਪਾਵਰ 40 ਬਾਈਟਸ ਦੇ ਬਰਾਬਰ ਹੁੰਦਾ। ਹੁਣ ਇੱਕ ਦੱਸ ਦੇਣਾ ਕਿਵੇਂ ਬਣਿਆ। ਆਪਾਂ ਨੂੰ ਪਤਾ ਨਾ 1 MB ਬਰਾਬਰ ਹੁੰਦਾ 1024 KB ਦੇ। ਤਾਂ 1024 ਨੂੰ ਐਜ਼ ਇਟ ਇਜ਼ ਰੱਖ ਲਈਏ। 1 KB ਕਿਹਦੇ ਬਰਾਬਰ ਹੈ, ਹੁਣੀ ਕਰਿਆ ਆਪਾਂ, ਦੇਖੋ 1024 ਬਾਈਟ ਦੇ। ਤਾਂ ਇੱਥੇ ਗੁਣਾ ਪਾ ਕੇ 1024 ਬਾਈਟਸ ਲਿਖ ਦਿੰਦੇ ਆ। ਇਹ ਪਤਾ ਆਪਾਂ ਨੂੰ 2 ਦੀ ਪਾਵਰ 10 ਹੈ, ਅਗਲਾ ਵੀ 2 ਦੀ ਪਾਵਰ 10 ਹੀ ਹੈ ਬਾਈਟਸ। ਜਦੋਂ ਵਿਚਾਲੇ ਗੁਣਾ ਦੀ ਨਿਸ਼ਾਨੀ ਹੋਵੇ ਤੇ ਘਾਤਾਂ ਕਹਿੰਦੇ ਹੁੰਦੇ ਆ ਮਿੱਤਰੋ ਜੁੜ ਜਾਂਦੀਆਂ ਨੇ। ਤਾਂ 2 ਦੀ ਪਾਵਰ ਓਹੋ ਅੱਗੇ ਨਾ ਭੱਜ, 2 ਦੀ ਪਾਵਰ 10 ਤੇ 2 ਦੀ ਪਾਵਰ 10 ਕਿੰਨਾ ਹੋ ਜਾਊਗਾ 2 ਦੀ ਪਾਵਰ 20 ਬਾਈਟਸ। ਠੀਕ ਹੈ, ਉਹੀ ਲਿਖਿਆ ਨਾ ਆਪਾਂ ਅੱਗੇ 30 40। ਸ਼ਾਰਟਕਟ ਜ਼ਿਆਦਾ ਰੱਖ ਲਿਓ। 1 KB 2 ਦੀ ਪਾਵਰ 10, MB 2 ਦੀ ਪਾਵਰ 20, GB 2 ਦੀ ਪਾਵਰ 30 ਤੇ TB 2 ਦੀ ਪਾਵਰ 40। ਠੀਕ ਹੈ, ਟੈਰਾਬਾਈਟ ਆਪਾਂ ਨੂੰ ਟੈਰਾ ਫਲॉप्स ਤੱਕ ਪੁੱਛਿਆ ਤਾਂ ਆਪਾਂ ਇੱਥੋਂ ਤੱਕ ਜਾਵਾਂਗੇ। ਹੁਣ ਇਹ ਤਾਂ ਆਪਾਂ ਨੂੰ ਪਤਾ ਹੈ ਸਟੈਂਡਰਡ ਕਿ 1024 ਹੈ ਜਿਹੜਾ ਉਹ ਕਿਹਦੇ 2 ਦੀ ਪਾਵਰ 10 10 ਦੀ ਪਾਵਰ 3 ਦੇ ਬਰਾਬਰ ਹੁੰਦੀ ਹੈ। ਜੇ ਮੈਂ ਤੁਹਾਨੂੰ ਕਹਾਂ ਮਿੱਤਰੋ 2 ਦੀ ਪਾਵਰ 20 ਦੱਸੋ ਕਿਹਦੇ ਬਰਾਬਰ ਆਊਗੀ 10 ਦੀ ਪਾਵਰ ਦੇ, ਤਾਂ ਆਪਾਂ ਇੱਥੋਂ ਚੱਲਾਂਗੇ ਨਾ 10 ਦੀ ਪਾਵਰ 3। ਤਾਂ ਆਪਾਂ ਨੂੰ ਪਤਾ ਨਾ, ਸੌਰੀ ਇੱਕ ਮਿੰਟ ਗੱਲ ਤਾਂ ਠੀਕ ਹੈ ਪਰ ਐ ਨਹੀਂ ਚੱਲਾਂਗੇ ਆਪਾਂ 2 ਦੀ ਪਾਵਰ ਤੋਂ ਜਾ ਰਹੇ ਹਾਂ। ਠੀਕ ਹੈ, ਰੰਗ ਜਿਹਾ ਬਦਲ ਲੈਂਦੇ ਹਾਂ। ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ 2 ਦੀ ਪਾਵਰ 10 ਹੈ ਜਿਹੜੀ ਉਹ 10 ਦੀ ਪਾਵਰ 3 ਦੇ ਬਰਾਬਰ ਆ। ਤਾਂ ਹੁਣ ਆਪਾਂ ਨੂੰ 2 ਦੀ ਪਾਵਰ 20 ਦੇਤਾ ਉਹਨੇ। 20 ਕਿਵੇਂ ਬਣਿਆ, ਜੇਕਰ ਆਪਾਂ 2 ਦੀ ਪਾਵਰ 10 ਦੀ ਪਾਵਰ 2 ਕੀਤੀ ਸੀ ਤਾਂ ਹੀ 20 ਬਣਿਆ ਨਾ, 10 ਦੂਣੀ 20। ਤਾਂ ਇੱਧਰ ਵੀ ਆਪਾਂ ਨੂੰ ਪਾਵਰ 2 ਕਰਨੀ ਪੈਣੀ ਹੈ, ਤਾਂ ਇਹ ਕਿੰਨਾ ਹੋ ਜੂ 10 ਦੀ ਪਾਵਰ 6। ਗੱਲ ਕਲੀਅਰ ਹੋਊਗੀ। ਤੇ ਹੁਣ ਆਪਾਂ ਸਿੱਧਾ ਹੀ ਦੇਖਦੇ ਹਾਂ 2 ਦੀ ਪਾਵਰ 40 ਕਿਵੇਂ ਆਊਗਾ। 2 ਦੀ ਪਾਵਰ 40 ਕਿਵੇਂ ਆਊ, ਇਹ ਆਪਾਂ ਲਿਖ ਲੈਣੇ ਸਟੈਂਡਰਡ। 2 ਦੀ ਪਾਵਰ 10 ਕਿਹਦੇ ਬਰਾਬਰ ਹੈ 10 ਦੀ ਪਾਵਰ 3 ਦੇ ਬਰਾਬਰ ਹੈ। 40 ਕਿਵੇਂ ਆਊਗਾ, ਜੇ ਦੀ ਪਾਵਰ 4 ਕਰ ਦਈਏ। ਜੇ ਇੱਧਰਲੇ ਪਾਸੇ 4 ਕਰਤੇ ਤਾਂ ਇੱਧਰ ਕਰਨੀ ਪਊ, ਕਿਉਂਕਿ ਮੈਥ ਇਹੀ ਕਹਿੰਦਾ ਦੋਨੋਂ ਪਾਸੇ ਹੈ ਨਾ। 2 ਦੀ ਪਾਵਰ 40 ਬਰਾਬਰ ਹੈ 10 ਦੀ ਪਾਵਰ 4 ਦੀ 12। ਠੀਕ ਹੈ, ਤਾਂ ਫਿਰ ਮੈਨੂੰ ਲੱਗਦਾ ਵੀ ਗੱਲ ਬਣ ਗਈ ਆਪਣੀ। ਤਾਂ ਫਿਰ ਡੀ ਆਨਸਰ ਹੈ, ਟੈਰਾ ਫਲॉप्स ਹੈ ਜਿਹੜਾ ਇਹਦੇ ਬਰਾਬਰ ਹੈ।
ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ, ਉੱਥੇ ਉਹਨੇ ਪੁੱਛਿਆ ਸੀ ਪੈਟਾਫਲॉप्स ਬਾਰੇ। ਸੋ 15 ਦੇ ਬਰਾਬਰ ਆ ਗਏ, ਤੁਸੀਂ ਕਰਕੇ ਦੇਖ ਸਕਦੇ ਹੋ। ਠੀਕ ਹੈ, ਅਗਲਾ ਕੁਐਸਚਨ ਹੈਗਾ ਇਨ ਐਨ ਆਪਰੇਟਿੰਗ ਸਿਸਟਮ ਡੈਸ਼ ਇਜ਼ ਦੀ ਰਿਕੁਐਸਟ ਦੈਟ ਏ ਪ੍ਰੋਗਰਾਮ ਮੇਕਸ ਟੂ ਦੀ ਕਰਨਲ ਥਰੂ ਏ ਸੌਫਟਵੇਅਰ ਇੰਟਰਪਟ। ਠੀਕ ਹੈ, ਸੌਫਟਵੇਅਰ ਇੰਟਰਪਟ ਕੀ ਹੁੰਦੀ ਹੈ? ਇੰਟਰਪਟ ਹੁੰਦਾ ਕਿਸੇ ਚੀਜ਼ 'ਚ ਰੋਕਣਾ। ਜਿਵੇਂ ਮੰਨ ਲਓ ਮੈਂ ਕੰਮ ਕਰ ਰਿਹਾ, ਹੁਣ ਮੈਨੂੰ ਬੰਦਾ ਆ ਕੇ ਕੋਈ ਬੋਲ ਮਾਰ ਲੇ ਜਾਂ ਮੈਨੂੰ ਕੋਈ ਫੋਨ ਕਰ ਦੇ, ਤਾਂ ਉਹ ਮੈਨੂੰ ਇੰਟਰਪਟ ਕਰੂਗਾ। ਉਹ ਕਹੂਗਾ ਪਹਿਲਾਂ ਮੇਰਾ ਕੰਮ ਕਰ, ਵੀਡੀਓ ਬਾਅਦ 'ਚ ਬਣਾਈ। ਠੀਕ ਹੈ, ਸੋ ਉਹ ਇੰਟਰਪਟ ਹੋਊ। ਸੌਫਟਵੇਅਰ ਇੰਟਰਪਟ, ਕੰਪਿਊਟਰ ਵੀ ਇਸ ਚੀਜ਼ ਤੇ ਕੰਮ ਕਰਦਾ। ਪਹਿਲਾਂ ਕੰਪਿਊਟਰ ਐਂ ਕੰਮ ਕਰਦਾ ਸੀ ਕਿ ਉਹ ਥੋੜੇ ਸਮੇਂ ਬਾਅਦ ਜਾ ਕੇ ਚੈੱਕ ਕਰੀ ਜਾਂਦਾ ਸੀ, ਕੋਈ ਮੈਨੂੰ ਡਾਟਾ ਤਾਂ ਨਹੀਂ ਟ੍ਰਾਂਸਫਰ ਕਰ ਰਿਹਾ, ਕੋਈ ਡਾਟਾ ਤਾਂ ਨਹੀਂ ਟ੍ਰਾਂਸਫਰ ਕਰ ਰਿਹਾ। ਉਹਨੂੰ ਪੋਲਿੰਗ ਬੋਲਦੇ ਸੀ, ਵਾਰੀ ਵਾਰੀ ਉਹ ਪੋਰਟ ਚੈੱਕ ਕਰੀ ਜਾਂਦਾ ਸੀ, ਇਨਪੁਟ ਆਊਟਪੁੱਟ। ਉਹਦੇ ਲਈ ਸਮਾਂ ਸੀ ਜਿਹੜਾ ਉਹ ਖਰਾਬ ਹੋ ਰਿਹਾ ਸੀ, CPU ਤੋਂ ਸਮਾਂ ਵੇਸਟ ਹੋ ਰਿਹਾ ਸੀ। ਤਾਂ ਫਿਰ ਇਹਨਾਂ ਨੇ ਇਹ ਟੈਕਨੀਕ ਲਾਤੀ ਕਿ ਜਦੋਂ ਵੀ ਕੋਈ ਇਨਪੁਟ ਆਊਟਪੁੱਟ ਡਿਵਾਈਸ ਹੈ ਜਿਹੜਾ ਉਹ ਕੋਈ ਡੇਟਾ ਟ੍ਰਾਂਸਮਿਟ ਕਰੂਗਾ, ਉਹ CPU ਨੂੰ ਇੰਟਰਪਟ ਕਰੂਗਾ ਜਾਂ ਕੰਪਿਊਟਰ ਨੂੰ ਇੰਟਰਪਟ ਕਰੂਗਾ। ਉਸ ਨੂੰ ਆਪਾਂ ਬੋਲਦੇ ਹਾਂ ਸੌਫਟਵੇਅਰ ਇੰਟਰਪਟ। ਤੇ ਇਹ ਕੰਪਿਊਟਰ ਆਰਕੀਟੈਕਚਰ ਦਾ ਸਬਜੈਕਟ ਹੈ, ਸੌਫਟਵੇਅਰ ਇੰਟਰਪਟ ਉਹਦੇ ਵਿੱਚ ਹੁੰਦੀਆਂ ਨੇ। ਠੀਕ ਹੈ, ਚਲੋ ਬਾਹਲਾ ਆਪਾਂ ਨੂੰ ਲੋੜ ਨਹੀਂ, ਥੋੜਾ ਜਿਹਾ ਦੱਸਦਾ। ਹੁਣ ਉਸ ਤੋਂ ਪਹਿਲਾਂ ਕਰਨਲ ਕੀ ਹੁੰਦਾ ਇਹ ਆਪਾਂ ਦੇਖਦੇ ਹਾਂ। ਕਰਨਲ ਹੁੰਦਾ ਜਿਹੜਾ, ਇਹ ਆਪਰੇਟਿੰਗ ਸਿਸਟਮ ਹੈ, ਆਪਰੇਟਿੰਗ ਸਿਸਟਮ ਦਾ ਪਾਰਟ ਹੀ ਹੁੰਦਾ ਕਰਨਲ ਇੱਕ। ਠੀਕ ਹੈ, ਕਲਰ ਚੇਂਜ ਕਰ ਲਈਏ। ਇਹ ਆਪਰੇਟਿੰਗ ਸਿਸਟਮ ਦਾ ਪਾਰਟ ਹੁੰਦਾ ਕਰਨਲ। Kernel is a central component of operating system that manage the operation of computer and hardware। ਜਿਵੇਂ ਆਪਣੇ ਕੋਲੇ ਸਟੇਟ ਗਵਰਨਮੈਂਟ, ਪੰਜਾਬ ਸਰਕਾਰ ਕਹਿ ਲਓ ਤੇ ਸੈਂਟਰਲ ਸਰਕਾਰ ਕਹਿ ਲਓ, ਮੋਦੀ ਸਰਕਾਰ ਹੈ ਨਾ, ਇਹ ਸਰਕਾਰ ਤਾਂ ਹਰ 5 ਸਾਲ ਬਾਅਦ ਬਦਲਦੀ ਹੈ। ਤਾਂ ਇਹ ਸਟੇਟ ਦਾ ਇੱਕ ਚੀਫ ਸੈਕਟਰੀ ਹੋਊਗਾ ਜਿਹੜਾ ਸਾਰਿਆਂ ਤੋਂ ਵੱਡਾ ਆਫੀਸਰ ਹੁੰਦਾ, ਲਾ ਮੇਕਿੰਗ ਆਫੀਸਰ ਹੁੰਦਾ ਚੀਫ ਸੈਕਟਰੀ। ਚੀਫ ਸੈਕਟਰੀ ਹੀ ਚਲਾਉਂਦਾ ਪੂਰੀ, ਕਹਿ ਲਓ ਬਿਊਰੋਕ੍ਰੈਟਿਕ ਦਾ ਵੱਡਾ ਆਫੀਸਰ ਹੁੰਦਾ, ਉਹ ਕੋਰ ਕੰਪੋਨੈਂਟ ਹੁੰਦਾ ਸਰਕਾਰ ਦਾ, ਉਹਨੂੰ ਸਭ ਕੁਝ ਪਤਾ ਹੁੰਦਾ। ਠੀਕ ਹੈ, ਉਵੇਂ ਹੀ ਆਪਰੇਟਿੰਗ ਸਿਸਟਮ ਦਾ ਚੀਫ ਸੈਕਟਰੀ ਕੌਣ ਹੈ? ਕਰਨਲ ਹੈ। ਗੱਲ ਕਲੀਅਰ ਹੋ ਗਈ ਨਾ। ਇਟ ਬੇਸਿਕਲੀ ਮੈਨੇਜ ਆਪਰੇਸ਼ਨ ਆਫ ਮੈਮਰੀ ਐਂਡ CPU ਟਾਈਮ। ਇਟ ਇਜ਼ ਏ ਕੋਰ ਕੰਪੋਨੈਂਟ ਆਫ ਆਪਰੇਟਿੰਗ ਸਿਸਟਮ। ਪੜ੍ਹ ਲਿਆ। ਕਰਨਲ ਐਕਟਸ ਏ ਬ੍ਰਿਜ ਬਿਟਵੀਨ ਐਪਲੀਕੇਸ਼ਨ। ਸੌਫਟਵੇਅਰ ਨੇ ਕੰਮ ਕਰਾਉਣਾ ਹਾਰਡਵੇਅਰ ਤੋਂ, ਤਾਂ ਕਰਾਊਗਾ ਤਾਂ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਦਾ ਕਿਹੜਾ ਬੰਦਾ? ਕਰਨਲ। ਡੇਟਾ ਪ੍ਰੋਸੈਸਿੰਗ ਦੇ ਸਾਰੇ ਫੰਕਸ਼ਨ ਪਰਫਾਰਮ ਕਰਦਾ। ਠੀਕ ਹੈ, ਸੋ ਉਸ ਤੋਂ ਬਾਅਦ ਆ ਗਿਆ ਸਿਸਟਮ ਕਾਲ। ਸਿਸਟਮ ਕਾਲ ਕੀ ਹੁੰਦਾ? ਸਿਸਟਮ ਕਾਲ ਇਜ਼ ਏ ਮੈਥਡ ਫॉर ਏ ਕੰਪਿਊਟਰ ਪ੍ਰੋਗਰਾਮ ਟੂ ਰਿਕੁਐਸਟ ਏ ਸਰਵਿਸ ਫਰੋਮ ਦੀ ਕਰਨਲ ਆਫ ਦੀ ਆਪਰੇਟਿੰਗ ਸਿਸਟਮ ਔਨ ਵਿਚ ਇਟ ਇਜ਼ ਰਨਿੰਗ। ਤੇ ਸਿਸਟਮ ਕਾਲ ਕੀ ਹੈ? ਹੁਣ ਕਰਨਲ ਚੱਲ ਰਿਹਾ ਆਪਰੇਟਿੰਗ ਸਿਸਟਮ ਦੇ ਵਿੱਚ, ਕਰਨਲ ਤੋਂ ਆਪਾਂ ਕੋਈ ਕੰਮ ਕਰਾਉਣਾ ਹੈ। ਹੁਣ ਕਹਿ ਲਓ ਚੀਫ ਸੈਕਟਰੀ ਤੋਂ ਲੋਕਾਂ ਨੇ ਕੰਮ ਕਰਾਉਣਾ ਹੈ, ਤਾਂ ਲੋਕ ਜਾ ਕੇ ਕੋਈ ਆਪਦਾ ਲਿਖ ਕੇ ਰਿਟਨ ਫਾਰਮ ਦੇ ਵਿੱਚ ਪ੍ਰੋਟੋਕਾਲ ਫੋਲੋ ਕਰਕੇ ਕਿੰਨੇ ਸਮੇਂ ਤੇ ਮਿਲ ਸਕਦਾ, ਕਿਵੇਂ ਐਪਲੀਕੇਸ਼ਨ ਲਿਖਣੀ ਹੈ, ਉਹ ਜਾ ਕੇ ਚੀਫ ਸੈਕਟਰੀ ਨੂੰ ਦੇ ਦੇਣਗੇ ਤੇ ਉਹਦੇ ਹਿਸਾਬ ਨਾਲ ਕੰਮ ਹੋ ਜਾਣਗੇ। ਉਹੀ ਸਿਸਟਮ ਕਾਲ ਹੈ। ਸਿਸਟਮ ਕਾਲ ਇੱਕ ਪ੍ਰੋਗਰਾਮ ਹੈ ਜਿਹਦੇ ਦੁਆਰਾ ਕੋਈ ਵੀ ਸੌਫਟਵੇਅਰ ਆਪਰੇਟਿੰਗ ਸਿਸਟਮ ਦੇ ਕਰਨਲ ਤੋਂ ਕੰਮ ਕਰਾ ਸਕਦਾ। ਸਿਸਟਮ ਕਾਲ ਇਜ਼ ਏ ਮੈਥਡ ਆਫ ਇੰਟਰੈਕਟਿੰਗ ਵਿਦ ਆਪਰੇਟਿੰਗ ਸਿਸਟਮ ਬਾਇਆ ਪ੍ਰੋਗਰਾਮ। ਕਿਸੇ ਪ੍ਰੋਗਰਾਮ ਦੁਆਰਾ ਉਹਦੇ ਨਾਲ ਇੰਟਰੈਕਟ ਕਰਨਾ। ਕਲੀਅਰ ਹੈ ਜੀ ਗੱਲ? ਸੋ ਇਹ ਆਪਾਂ ਸਮਝ ਲੈਂਦੇ ਹਾਂ। ਯੂਜ਼ਰ ਪ੍ਰੋਗਰਾਮ, ਕੋਈ ਬੰਦਾ ਮਿਲਣ ਗਿਆ ਜੀ, ਆਪਾਂ ਕਹਿ ਲਓ ਵੀ ਸਰਕਾਰ ਨੂੰ ਮਿਲਣ ਗਿਆ, ਗਵਰਨਮੈਂਟ ਨੂੰ, ਪੰਜਾਬ ਸਰਕਾਰ ਨੂੰ ਮਿਲਣ ਗਿਆ, ਤਾਂ ਕਰਨਲ ਉਹਨਾਂ ਦਾ ਮੇਨ ਕਰਤਾ ਧਰਤਾ ਜਿਹੜਾ ਦੇਖਦਾ। ਤਾਂ ਸਿਸਟਮ ਕਾਲ ਇੱਕ ਪ੍ਰੋਗਰਾਮ ਉਹਨਾਂ ਨੇ ਚਿੱਠੀ ਲਿਖ ਕੇ ਕਰਨਲ ਨੂੰ ਦੇਤੀ, ਕਰਨਲ ਉਹਨਾਂ ਦੀ ਗੱਲ ਅੱਗੇ ਲੈ ਜਾਊਗਾ। ਤਾਂ ਸਿਸਟਮ ਕਾਲਸ ਨੇ, ਇਹ ਪ੍ਰੋਸੈਸ ਕੰਟਰੋਲ ਦੀਆਂ ਸਿਸਟਮ ਕਾਲਸ ਹੋ ਸਕਦੀਆਂ ਨੇ, ਟਾਈਪਸ ਨੇ ਇਹਦੀਆਂ, ਹਨਾ। ਫਾਈਲ ਮੈਨੇਜਮੈਂਟ ਦੇ ਲਈ ਅਲੱਗ ਸਿਸਟਮ ਕਾਲ ਹੋ ਸਕਦੀਆਂ ਨੇ, ਡਿਵਾਈਸ ਮੈਨੇਜਮੈਂਟ ਦੇ ਲਈ ਅਲੱਗ ਸਿਸਟਮ ਕਾਲ ਹੈ, ਇਨਫੋਰਮੇਸ਼ਨ ਨੂੰ ਮੇਨਟੇਨੈਂਸ ਦੇ ਲਈ ਅਲੱਗ ਹੈ, ਕਮਿਊਨੀਕੇਸ਼ਨ ਦੇ ਲਈ ਅਲੱਗ ਹੈ। ਹਰੇਕ ਚੀਜ਼ ਦੇ ਲਈ ਅਲੱਗ ਤੋਂ ਅਲੱਗ ਸਿਸਟਮ ਕਾਲਸ ਨੇ ਜਿਹੜੀਆਂ ਕਿ ਹਾਰਡਵੇਅਰ ਦੇ ਨਾਲ ਡੀਲ ਕਰਦੀਆਂ ਨੇ। ਜਿਵੇਂ ਆਪਾਂ ਐਂ ਕਹਿ ਲਓ ਕੋਈ ਬੰਦਾ ਮਿਲਣ ਗਿਆ, ਕੋਈ ਤਾਂ ਆਮ ਪਬਲਿਕ, ਜਨਰਲ ਪਬਲਿਕ ਦਾ ਬੰਦਾ ਮਿਲ ਸਕਦਾ ਹੈ, ਕੋਈ ਹਸਪੀਟਲ ਦੇ ਰਿਗਾਰਡਿੰਗ ਮਿਲਣ ਗਿਆ, ਕੋਈ ਇਲੈਕਟ੍ਰਿਸਿਟੀ ਦੇ, ਹਨਾ, ਉਹਨਾਂ ਦੇ ਅਲੱਗ-ਅਲੱਗ ਪ੍ਰੋਟੋਕਾਲ ਹੈ ਤੇ ਅਲੱਗ-ਅਲੱਗ ਸਮਾਂ ਦਿੱਤਾ ਜਾਊ। ਉਵੇਂ ਕੰਪਿਊਟਰ ਦੇ ਵਿੱਚ ਹੁੰਦਾ। ਕਲੀਅਰ ਹੋਈ ਗੱਲ? ਹੁਣ ਆਪਾਂ ਦੇਖਦੇ ਹਾਂ ਇਹਨਾਂ ਨੂੰ ਆਪਰੇਟਿੰਗ ਸਿਸਟਮ ਕਹਿੰਦਾ। ਆਪਰੇਟਿੰਗ ਸਿਸਟਮ ਦੇ ਵਿੱਚ ਕਿਹੜੀ ਚੀਜ਼? ਇਜ਼ ਅ ਰਿਕੁਐਸਟ ਦੈਟ ਪ੍ਰੋਗਰਾਮ ਮੇਕਸ, ਜਿਹੜਾ ਪ੍ਰੋਗਰਾਮ ਬਣਾਉਂਦਾ, ਮੇਕ ਕਰਦਾ ਟੂ ਕਰਨਲ ਥਰੂ ਦਾ ਸੌਫਟਵੇਅਰ ਇੰਟਰਪਟ। ਸੌਫਟਵੇਅਰ ਇੰਟਰਪਟ ਦੁਆਰਾ ਕਰਨਲ ਨੂੰ ਉਹ ਇੱਕ ਕਰਦਾ। ਤਾਂ ਕੀ ਕਰਦਾ? ਬੂਟ ਕਾਲ ਨਹੀਂ, ਅਪਰ ਕਾਲ ਨਹੀਂ, ਮੈਮਰੀ ਕਾਲ ਨਹੀਂ, ਸਿਸਟਮ ਕਾਲ। ਇਹ ਤਾਂ ਚਲੋ ਠੀਕ ਹੈ, ਸਿਸਟਮ ਕਾਲ ਕਰਦਾ। ਠੀਕ ਹੈ, ਕਲੀਅਰ ਹੋ ਗਈ ਗੱਲ? ਆਈ ਥਿੰਕ ਤੁਹਾਨੂੰ ਸਮਝ ਲੱਗ ਗਿਆ ਹੋਣਾ। ਅਗਲਾ ਕੁਐਸਚਨ ਹੈ ਇਨ MS Word 2019 ਵਿੱਚ ਉਹਦੀ ਫੋਲੋਇੰਗ ਪੇਅਰ ਆਫ ਟੈਬ ਫੰਕਸ਼ਨ ਇਜ਼ ਕਰੈਕਟ। ਹੇਠ ਲਿਖਿਆ ਜੋ ਕਹਿੰਦਾ ਕਿਹੜਾ ਕਰੈਕਟ ਹੈ? ਇਹ ਵੀ ਮੈਂ ਤੁਹਾਨੂੰ ਦੱਸਿਆ ਵੀ ਚੰਗੀ ਤਰ੍ਹਾਂ ਤੁਹਾਨੂੰ ਪੜ੍ਹਨਾ ਪਊ, ਇਹਦਾ ਕੋਈ ਤਰੀਕਾ ਨਹੀਂ, ਯਾਦ ਰਹਿ ਜਾਣਗੇ ਜੇ ਆਪਾਂ ਵਾਰੀ-ਵਾਰੀ ਪੜਾਂਗੇ। ਰਿਵਿਊ ਦੇ ਵਿੱਚ ਕਮੈਂਟ ਕਹਿੰਦਾ ਹੁੰਦੇ ਨੇ, ਤਾਂ ਬਿਲਕੁਲ ਠੀਕ ਹੈ, ਕਮੈਂਟ ਹੁੰਦੇ ਨੇ। ਆ ਦੇਖੋ ਕਮੈਂਟਸ ਰਿਵਿਊ ਦੇ ਵਿੱਚ ਨੇ। ਤੇ ਵਿਊ ਦੇ ਵਿੱਚ ਕਹਿੰਦਾ, ਵਿਊ ਦੇ ਵਿੱਚ ਪੇਜ ਮੂਵਮੈਂਟ ਆ ਪਿਆ, ਤਾਂ ਦੋਨੋਂ ਹੀ ਠੀਕ ਨੇ ਗੱਲਾਂ, ਹਨਾ।
ਤਾਂ ਫਿਰ ਇਹਦਾ ਕਿਹੜਾ ਆਨਸਰ ਹੋ ਗਿਆ? C ਆਨਸਰ ਹੋ ਗਿਆ। ਅਗਲਾ ਕੁਐਸਚਨ ਬੜਾ ਸੌਖਾ ਕੁਐਸਚਨ ਹੈ। ਇਨ MS PowerPoint 2019 ਵਿਚ ਸ਼ਾਰਟਕਟ ਕੀ ਯੂਜ਼ ਟੂ ਰੀਡੂ ਦੀ ਲਾਸਟ ਐਕਸ਼ਨ। ਰੀਡੂ ਹੁੰਦਾ ਵੀ ਦੁਬਾਰੇ ਕਰਨਾ, ਰੀਡੂ। ਅਨਡੂ ਹੁੰਦਾ ਅਨਡੂ ਕਰਨਾ। ਤਾਂ ਰੀਡੂ ਕਰਨ ਦੇ ਲਈ ਆਪਾਂ ਨੂੰ ਪਤਾ ਆਲਟ ਬਾਈ ਕੰਟਰੋਲ ਜ਼ੈਡ ਤੇ ਆਲਟ ਜ਼ੈਡ, ਇਹਨਾਂ ਚੋਂ ਕਿਹੜਾ ਹੁੰਦਾ? ਤਾਂ ਕੰਟਰੋਲ ਵਾਈ ਹੁੰਦਾ, ਆਪਾਂ ਨੂੰ ਪਤਾ ਹੀ ਹੈ। ਕੰਟਰੋਲ ਜ਼ੈਡ ਹੁੰਦਾ ਜਿਹੜਾ ਅਨਡੂ ਦੇ ਲਈ ਹੁੰਦਾ, ਆਪਾਂ ਦੇਖ ਲੈਂਦੇ ਹਾਂ। ਕਾਪੀ ਦੇ ਲਈ ਕੰਟਰੋਲ C, ਕੱਟ ਦੇ ਲਈ ਕੰਟਰੋਲ X, ਪੇਸਟ ਦੇ ਲਈ ਕੰਟਰੋਲ V, ਅਨਡੂ ਦੇ ਲਈ ਕੰਟਰੋਲ Z ਤੇ ਰੀਡੂ ਦੇ ਲਈ ਕੰਟਰੋਲ Y। ਬਹੁਤ ਇੰਪੋਰਟੈਂਟ ਹੈ, ਇਹਨੂੰ ਵਰਤਿਆ ਕਰੋ, ਫਿਰ ਚੀਜ਼ਾਂ ਸੌਖੀਆਂ ਲੱਗਣਗੀਆਂ। ਕਲੀਅਰ। ਅਗਲਾ ਕੁਐਸਚਨ ਹੈਗਾ ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਮੂਵ ਦੀ ਸਿਲੈਕਟਡ ਸਲਾਈਡ ਔਰ ਸਿਲੈਕਸ਼ਨ ਅਪ ਇਨ ਆਰਡਰ ਟੂ ਇਨ ਏ ਸਲਾਈਡ ਡੈਸਕ। ਕਹਿੰਦਾ ਆਪਾਂ ਜਿਵੇਂ ਆਪਾਂ ਗੱਲ ਕਰੀਏ ਸਲਾਈਡਸ ਨੂੰ ਅਪ ਲੈ ਕੇ ਜਾਣਾ, ਕਿਹਦੇ ਦੁਆਰਾ? ਕੰਟਰੋਲ ਅਪ ਐਰੋ ਕੀ, ਟੈਬ ਅਪ ਐਰੋ ਕੀ, ਆਲਟ ਅਪ ਐਰੋ ਕੀ। ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਅਪ ਐਰੋ ਕੀ ਤਾਂ ਲੱਗੂਗੀ, ਕੀ ਕੰਟਰੋਲ ਟੈਬ ਆਲਟ ਤੇ ਸ਼ਿਫਟ ਲੱਗੂਗੀ। ਆਨਸਰ ਆਪਾਂ ਨੂੰ ਪਤਾ ਹੀ ਇਹਦਾ ਕੰਟਰੋਲ ਲੱਗੂਗੀ। ਜਿਵੇਂ ਇਹਦਾ ਮੈਂ ਕਰਕੇ ਦਿਖਾ ਦੇਣਾ ਤੁਹਾਨੂੰ। ਸੋ ਜਿਵੇਂ ਇਹ ਬਾਈਨਰੀ ਇੰਸਟਰਕਟਰ ਹੈ, ਕੰਟਰੋਲ ਮੈਂ ਅਪ ਐਰੋ ਕੀ ਕਰਾਂ, ਆ ਦੇਖੋ ਉੱਪਰ ਜਾ ਰਿਹਾ ਨਾ, ਤੇ ਇਹਨੂੰ ਮੈਂ ਇਸ ਤਰ੍ਹਾਂ ਕਰਕੇ ਨੀਚੇ ਲੈ ਕੇ ਆ ਜਾਂਦਾ। ਅਪ ਐਰੋ ਨਾਲ ਉੱਪਰ ਜਾਂਦਾ, ਡਾਊਨ ਐਰੋ ਦੇ ਨਾਲ ਨੀਚੇ ਜਾਂਦਾ। ਕਲੀਅਰ ਹੋਈ ਗੱਲ? ਸੋ ਇਹ ਇਸ ਤਰ੍ਹਾਂ ਕੰਮ ਕਰਦਾ। ਤਾਂ ਇਹਦਾ ਆਨਸਰ ਸੀਗਾ ਆਪਣੇ ਕੋਲੇ A ਆਨਸਰ। ਅਗਲਾ ਕੁਐਸਚਨ ਹੈ ਡੈਸ਼ ਅਲਾਉ ਯੂ ਟੂ ਵਿਊ ਮਲਟੀਪਲ ਵੈਬ ਪੇजेस ਇਨ ਦਾ ਸੇਮ ਬਰਾਊਜ਼ਰ ਵਿਦ ਓਪਨਿੰਗ ਏ ਨਿਊ ਬਰਾਊਜ਼ਰ ਸੈਸ਼ਨ। ਕਹਿੰਦਾ ਇੱਕੋ ਹੀ ਬਰਾਊਜ਼ਰ ਦੇ ਵਿੱਚ ਮਲਟੀਪਲ ਵੈਬ ਪੇजेस ਦੇਖਣੇ ਨੇ, ਤਾਂ ਆਪਾਂ ਕਹਿੰਦੇ ਨੇ ਨਵੀਂ ਟੈਬ ਖੋਲ ਲਓ, ਤਾਂ ਸਿੱਧਾ ਹੀ ਆਨਸਰ ਹੈ ਟੈਬ, ਹਨਾ। ਤੇ ਇਹ ਟੈਬਸ ਹੁੰਦੀਆਂ ਨੇ, ਪਹਿਲੀ ਟੈਬ, ਦੂਜੀ ਟੈਬ, ਤੀਜੀ ਟੈਬ, ਚੌਥੀ, ਪੰਜਵੀਂ। ਇੱਕ ਦੇ ਵਿੱਚ ਆਪਾਂ ਮਲਟੀਪਲ ਟੈਬ ਖੋਲ ਸਕਦੇ ਹਾਂ, ਤਾਂ ਫਿਰ ਇਹਦਾ ਆਨਸਰ B ਹੈ। ਅਗਲਾ ਕੁਐਸਚਨ ਵਾਟ ਇਜ਼ ਦੀ ਫੁੱਲ ਫਾਰਮ ਆਫ OMR ਇਨਪੁਟ ਡਿਵਾਈਸ। ਕਹਿੰਦਾ OMR ਇੱਕ ਇਨਪੁਟ ਡਿਵਾਈਸ ਹੁੰਦਾ, ਇਹਦੀ ਫੁੱਲ ਫਾਰਮ ਕੀ ਹੈ? OMR ਤੁਹਾਨੂੰ ਪਤਾ ਹੀ ਹੈ, ਤੁਹਾਡਾ ਪੇਪਰ ਹੋਊਗਾ, ਤੁਸੀਂ ਵੀ OMR ਸ਼ੀਟ ਤੇ ਗੋਲੇ ਜਿਹੇ ਭਰੋਗੇ, ਤੇ ਉਹ ਗੋਲੇ ਜਿਹੇ ਹੈਗੇ ਨੇ ਜਿਹੜੇ ਹੁਣ ਬੰਦਾ ਥੋੜੀ ਕੱਲਾ ਚੈੱਕ ਕਰਦਾ ਵੀ। ਮੰਨ ਲਓ 2 ਲੱਖ ਬੰਦਾ ਪੇਪਰ ਦਿੰਦਾ, OMR ਤੇ ਕਿਵੇਂ ਚੈੱਕ ਹੋਣਗੇ? ਤਾਂ ਇੱਕ ਡਿਵਾਈਸ ਹੁੰਦਾ OMR, ਇਹਦੇ ਵਿੱਚ ਸ਼ੀਟ ਪਾਉਂਦੇ ਆ, ਕੰਪਿਊਟਰ ਦੇ ਵਿੱਚ ਇਹਦੀ ਆਊਟਪੁੱਟ ਆ ਜਾਂਦੀ, ਤਾਂ ਕਰਕੇ ਇਹ ਇਨਪੁਟ ਡਿਵਾਈਸ ਹੈ। ਇੱਧਰੋਂ ਵੀ ਯਾਦ ਰੱਖਣੀ ਹੈ ਗੱਲ। ਤੇ OMR ਹੁੰਦਾ ਆਪਟੀਕਲ ਮਾਰਕ ਰੀਡਰ। ਆਪਟੀਕਲ ਦਾ ਮਤਲਬ ਹੁੰਦਾ ਲਾਈਟ ਦੁਆਰਾ ਮਾਰਕ ਜਿਹੜੇ ਲਾਏ ਨੇ ਤੁਸੀਂ ਉਹਨਾਂ ਨੂੰ ਰੀਡ ਕਰਦਾ, ਆਪਟੀਕਲ ਮਾਰਕ ਰੀਡਰ। ਤੇ ਜਾਂ ਇਹਨੂੰ ਰਿਕੋਗਨੀਸ਼ਨ ਜਾਂ ਰਿਕੋਗਨਾਈਜ਼ਰ ਵੀ ਬੋਲਿਆ ਜਾਂਦਾ, ਤਾਂ ਵੀ ਠੀਕ ਹੋ ਜੂਗਾ ਆਨਸਰ। ਠੀਕ ਹੈ, ਕਲੀਅਰ ਹੋਈ ਗੱਲ। ਅਗਲਾ ਕੁਐਸਚਨ ਹੈਗਾ ਟੈਲੀਫੋਨ ਵੌਇਸ ਕਮਿਊਨੀਕੇਸ਼ਨ ਇਜ਼ ਐਨ ਐਗਜ਼ਾਮਪਲ ਆਫ ਵਿਚ ਕਮਿਊਨੀਕੇਸ਼ਨ ਚੈਨਲ। ਕਹਿੰਦਾ ਟੈਲੀਫੋਨ ਵੌਇਸ ਕਮਿਊਨੀਕੇਸ਼ਨ ਹੈ ਜਿਹੜਾ, ਕਿਹਦੀ ਉਹ ਐਗਜ਼ਾਮਪਲ ਹੈ? ਕਿ ਉਹ ਫ੍ਰੀਕੁਐਂਸੀ ਬੈਂਡ ਹੈ, ਵੌਇਸ ਬੈਂਡ ਹੈ, ਬ੍ਰੌਡਬੈਂਡ ਹੈ ਤੇ ਨੈਰੋ ਬੈਂਡ ਹੈ। ਆਨਸਰ ਤਾਂ ਆਪਾਂ ਨੂੰ ਪਤਾ ਵੌਇਸ ਬੈਂਡ, ਤੇ ਜੇ ਤੁਸੀਂ ਨਾ ਵੀ ਪੜਿਆ ਤਾਂ ਵੀ ਲਾ ਦੋਗੇ। ਟੈਲੀਫੋਨ ਦੇ ਵਿੱਚ ਵੌਇਸ ਜਾਂਦੀ ਹੈ ਤਾਂ ਵੌਇਸ ਬੈਂਡ। ਕਲੀਅਰ। ਤਾਂ ਇਹ ਫ੍ਰੀਕੁਐਂਸੀ ਦੇ ਬੈਂਡ ਹੁੰਦੇ ਨੇ, ਫ੍ਰੀਕੁਐਂਸੀ ਸਪੈਕਟਰਮ ਵੀ ਬੋਲਦੇ ਨੇ ਆ, ਫ੍ਰੀਕੁਐਂਸੀ ਬੈਂਡ ਵੀ ਬੋਲਦੇ ਨੇ। ਆ ਦੇਖੋ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਫ੍ਰੀਕੁਐਂਸੀ ਦੀਆਂ ਰੇਂਜ ਨੇ, ਜਿਵੇਂ 50 ਹਰਟਸ ਦੀ ਫ੍ਰੀਕੁਐਂਸੀ ਹੈ, 1 ਮੈਗਾਹਰਟਸ ਦੀ ਫ੍ਰੀਕੁਐਂਸੀ ਹੈ। ਇੱਥੇ ਆਪਾਂ ਦੇਖ ਰਹੇ ਹਾਂ ਨਾ ਫ੍ਰੀਕੁਐਂਸੀ ਬਹੁਤ ਘੱਟ ਹੈ। ਦੇਖੋ ਇੰਨੇ ਲੰਬੇ ਸਮੇਂ 'ਚ ਫ੍ਰੀਕੁਐਂਸੀ ਹੈ, ਇੱਥੇ ਜਾ ਕੇ ਬਹੁਤ ਜ਼ਿਆਦਾ ਫ੍ਰੀਕੁਐਂਸੀ ਹੈ। ਇਹ ਆਪਾਂ ਡਿਸਕਸ ਕਰਾਂਗੇ ਫ੍ਰੀਕੁਐਂਸੀ ਦਾ ਜਦੋਂ ਕੁਐਸਚਨ ਆਊਗਾ। ਤਾਂ ਫ੍ਰੀਕੁਐਂਸੀ ਵੱਧ ਹੀ ਗਈ, ਇੱਥੇ ਲੋ ਫ੍ਰੀਕੁਐਂਸੀ ਹੈ, ਵੇਵ ਲੈਂਥ ਬਹੁਤ ਜ਼ਿਆਦਾ। ਵੇਵ ਚਲੋ ਛੱਡੋ ਯਾਰ, ਮੈਂ ਇੱਕ ਜਦੋਂ ਆਇਆ ਨਾ ਉਹਦੀ ਕਰਾਉਂਗਾ ਟੌਪਿਕ, ਹੁਣ ਤੁਹਾਨੂੰ ਲੱਗੂ ਕਿੱਧਰ ਨੂੰ ਗੱਲ ਲੈ ਕੇ ਬਹਿ ਗਏ, ਹਨਾ। ਹਜੇ ਨਹੀਂ ਆਪਾਂ ਬੋਝ ਪਾਉਂਦੇ। ਸੋ ਇਹ ਫ੍ਰੀਕੁਐਂਸੀ ਬੈਂਡ ਹੈ, ਤੇ ਇਹ ਫ੍ਰੀਕੁਐਂਸੀ ਲੋ ਫ੍ਰੀਕੁਐਂਸੀ, ਮੀਡੀਅਮ ਫ੍ਰੀਕੁਐਂਸੀ, ਹਾਈ ਫ੍ਰੀਕੁਐਂਸੀ, ਵੈਰੀ ਹਾਈ ਕਿੱਥੇ ਕਿੱਥੇ ਯੂਜ਼ ਹੁੰਦੀ ਹੈ। ਜਿਵੇਂ FM ਬ੍ਰੌਡਕਾਸਟ ਆ, ਉੱਥੇ ਵੈਰੀ ਹਾਈ ਫ੍ਰੀਕੁਐਂਸੀ, ਉਹਦੀ ਰੇਂਜ ਵੀ ਦਿੱਤੀ ਹੈ 300 ਤੋਂ ਲੈ ਕੇ 30 ਤੋਂ ਲੈ ਕੇ 300 ਮੈਗਾਹਰਟਸ ਤੱਕ। ਤੇ ਸੁਪਰ ਹਾਈ ਫ੍ਰੀਕੁਐਂਸੀ ਹੁੰਦੀ ਹੈ 3 ਤੋਂ ਲੈ ਕੇ 30 ਗੀਗਾਹਰਟਸ, ਜੇ ਰਡਾਰ ਵਗੈਰਾ ਤੇ ਟੀਵੀ ਵਗੈਰਾ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਕਲੀਅਰ ਹੋਈ ਗੱਲ। ਸੋ ਇਹ ਬੈਂਡ ਨੇ, ਨੈਰੋ ਬੈਂਡ, ਵੌਇਸ ਬੈਂਡ ਤੇ ਬ੍ਰੌਡਬੈਂਡ। ਬ੍ਰੌਡਬੈਂਡ ਨੂੰ ਆਪਾਂ ਵਾਈਡ ਬੈਂਡ ਵੀ ਬੋਲ ਦਿੰਦੇ ਹਾਂ। ਨੈਰੋ ਬੈਂਡ ਟੈਲੀਗ੍ਰਾਫ ਇਹਦੀ ਐਗਜ਼ਾਮਪਲ ਹੈ, ਤੇ ਵੌਇਸ ਬੈਂਡ ਦੀ ਆਪਾਂ ਟੈਲੀਫੋਨ, ਆਪਾਂ ਨੂੰ ਕੁਐਸਚਨ ਵੀ ਇਹੀ ਪੁੱਛਿਆ। ਫਾਈਬਰ ਆਪਟੀਕਲ ਕੇਬਲ ਹੈ ਜਿਹੜੀ, ਇਹ ਬ੍ਰੌਡਬੈਂਡ ਦੀ ਹੈ ਗੱਲ, ਐਗਜ਼ਾਮਪਲ। ਠੀਕ ਹੈ। ਹੁਣ ਨੈਰੋ ਬੈਂਡ ਕੀ ਹੁੰਦਾ? ਦੀਜ਼ ਮੀਡੀਆ ਕਮਿਊਨੀਕੇਟ ਡੇਟਾ ਵਿਦ ਰੈਲੇਟਿਵਲੀ ਲੋ ਸਪੀਡ, ਐਗਜ਼ਾਮਪਲ ਆਰ ਟੈਲੀਗ੍ਰਾਫ। ਆ ਦੇਖੋ ਲੋ ਸਪੀਡ ਹੈ ਨਾ, ਬਿਟਸ ਪਰ ਸੈਕਿੰਡ, 45 ਤੋਂ 300 ਬਿਟਸ ਪਰ ਸੈਕਿੰਡ, 1200 ਤੋਂ 96 ਬਿਟਸ ਪਰ ਸੈਕਿੰਡ। ਉੱਥੇ ਕਿਹੜਾ ਹੈ? ਵੌਇਸ ਬੈਂਡ। ਤੇ ਇਹ ਫਾਸਟਰ ਹੈ ਨੈਰੋ ਬੈਂਡ ਦੇ ਨਾਲੋਂ। ਮੋਸਟਲੀ ਟੈਲੀਫੋਨ ਲਾਈਨਸ ਹੈ ਜਿਹੜੀਆਂ ਵੌਇਸ ਬੈਂਡ ਹੈ। ਬ੍ਰੌਡਬੈਂਡ ਨੂੰ ਆਪਾਂ ਵਾਈਡ ਬੈਂਡ ਵੀ ਬੋਲਦੇ ਹਾਂ। ਥੀਸ ਮੀਡੀਆ ਟ੍ਰਾਂਸਮਿਟ ਲਾਰਜ ਵੋਲਿਊਮ ਆਫ ਡਾਟਾ ਐਟ ਹਾਈ ਸਪੀਡ। ਮਾਈਕ੍ਰੋਵੇਵ, ਸੈਟੇਲਾਈਟ, ਕੋਐਕਸੀਅਲ ਕੇਬਲ, ਫਾਈਬਰ ਆਪਟੀਕਲ ਕੇਬਲ ਦੇ ਵਿੱਚ ਇਹ
ਵਰਤਿਆ ਜਾਂਦਾ ਹੈ। ਤਾਂ ਫਿਰ ਆਨਸਰ ਮਿੱਤਰੋ ਵੌਇਸ ਬੈਂਡ। ਕਲੀਅਰ। ਅਗਲਾ ਕੁਐਸਚਨ ਹੈਗਾ ਇਨ ਡੌਸ ਅਟੈਕਸ ਵਟ ਇਜ਼ ਦੀ ਫੁੱਲ ਫਾਰਮ ਆਫ ਡੌਸ। ਦੇਖੋ ਬੜਾ ਘੈਂਟ ਕੁਐਸਚਨ ਹੈ ਵੀ। ਡੌਸ ਹੁੰਦਾ ਹੈ ਡਿਨਾਈਲ ਆਫ ਸਰਵਿਸ। ਡਿਨਾਈਲ ਆਫ ਸਰਵਿਸ ਕਿਹੜਾ ਡੀ ਆਨਸਰ ਹੈ। ਠੀਕ ਹੈ, ਮੈਂ ਦੱਸ ਦਿੰਦਾ ਵੈਸੇ ਡੌਸ ਦਾ ਕੀ ਹੁੰਦਾ ਹੈ। ਡੌਸ ਹੁੰਦਾ ਹੈ ਕਿ ਜਦੋਂ ਕਿਸੇ ਕੰਪਿਊਟਰ ਤੇ ਵਿਕਟਮ ਹੈ, ਇਹਦੇ ਤੇ ਅਟੈਕ ਕੀਤਾ, ਠੀਕ ਹੈ, ਇਹਦੇ ਤੇ ਆਪਾਂ ਅਟੈਕ ਕਰਨਾ। ਸਪੋਜ਼ ਕਰੋ ਇਹ ਕਿਸੇ ਯੂਨੀਵਰਸਿਟੀ ਦੀ, ਪ੍ਰਾਈਵੇਟ ਯੂਨੀਵਰਸਿਟੀ ਦੀ ਵੈਬਸਾਈਟ ਹੈ, ਮੰਨ ਲਓ ਚਿਤਕਾਰਾ ਦੀ ਵੈਬਸਾਈਟ ਹੈ। ਹੁਣ ਚਿਤਕਾਰਾ ਦੇ ਵਿੱਚ ਬਹੁਤ ਸਾਰੇ ਬੱਚੇ ਆਨਲਾਈਨ ਫਾਰਮ ਫਿਲ ਕਰ ਰਹੇ ਨੇ ਕਿ ਅਸੀਂ ਐਡਮਿਸ਼ਨ ਲੈਣੀ ਆ। ਥਾਪਰ ਵਾਲੇ ਪ੍ਰਾਈਵੇਟ ਨੇ, ਉਹਨਾਂ ਨੂੰ ਲੱਗਿਆ ਵੀ ਯਾਰ ਚਿਤਕਾਰਾ ਵਾਲਿਆਂ ਕੋਲ ਸਾਰੀਆਂ ਐਡਮਿਸ਼ਨਾਂ ਜਾ ਰਹੀਆਂ ਨੇ, ਤਾਂ ਥਾਪਰ ਵਾਲੇ ਕੀ ਕਰਨਗੇ, ਥਾਪਰ ਵਾਲੇ ਇਹਦੇ ਤੇ ਅਟੈਕ ਲਾਂਚ ਕਰ ਦੇਣਗੇ ਕਿ ਵੈਬਸਾਈਟ ਖੁੱਲ ਨਾ ਸਕੇ। ਜਿਵੇਂ ਤੁਸੀਂ ਵੀ ਪੇਪਰ ਦੇਖੋਗੇ, ਜਿੱਦਣ ਤੁਹਾਡਾ ਰਿਜ਼ਲਟ ਆਊਗਾ ਇਹਨਾਂ ਦੀ ਸਾਈਟ ਤੇ, ਹਨਾ, ਸਬ ਇੰਸਪੈਕਟਰ ਦਾ ਜਾਂ ਪੁਲਿਸ ਵਾਲੇ ਜਿੰਨੇ ਵੀ ਪੇਪਰ ਹੋ ਰਹੇ ਨੇ, ਤਾਂ ਉਹਦੇ ਸਾਈਟ ਹੈਂਗ ਹੋ ਜੂ। ਕਿਉਂ ਹੈਂਗ ਹੋ ਜੂ? ਕਿਉਂਕਿ ਉਹਦੀ ਲਿਮਿਟ ਮੰਨ ਲਓ, ਸਪੋਜ਼ ਕਰੋ ਕਿ ਉਹਦੇ ਤੇ 1 ਲੱਖ ਬੰਦਾ ਜਾਂ 50,000 ਬੰਦਾ ਐਟ ਏ ਟਾਈਮ ਤੇ ਉਸ ਸਰਵਰ ਨੂੰ ਐਕਸੈਸ ਕਰ ਸਕਦਾ, ਇੰਨੇ ਬੰਦਿਆਂ ਨੂੰ ਉਹ ਸਰਵਿਸ ਦੇ ਸਕਦਾ। ਜੇ ਉਹਦੇ ਤੇ 1.5 ਲੱਖ ਜਾਂ 2 ਲੱਖ ਬੰਦਾ ਜਾ ਕੇ ਉਹ ਵੈਬਸਾਈਟ ਨੂੰ ਖੋਲਣ ਦੀ ਕੋਸ਼ਿਸ਼ ਕਰੂਗਾ ਤਾਂ ਉਹ ਹੈਂਗ ਹੋ ਜੂ। ਮੋਸਟਲੀ ਇਹੀ ਹੁੰਦਾ। ਤਾਂ ਇਹ ਜਿਹੜਾ ਸਰਵਰ ਹੈ, ਜਿੰਨੀ ਇਹਦੀ ਕੈਪੈਸਿਟੀ ਹੈ, ਉਨੀ ਇਹਦੀ ਕੈਪੈਸਿਟੀ ਤੋਂ ਜ਼ਿਆਦਾ ਕੰਪਿਊਟਰ ਇਹਦੇ ਤੇ ਸਰਵਿਸ ਲੈਣ ਦੀ ਕੋਸ਼ਿਸ਼ ਕਰਨਗੇ। ਤਾਂ ਇਹਦੇ ਜਿਹੜੇ ਰਿਸੋਰਸ ਨੇ, ਜਿਹੜੇ ਰਿਸੋਰਸ ਕਿਹਨਾਂ ਨੂੰ ਬੋਲਦੇ ਆ ਆਪਾਂ, ਕੋਈ ਵੀ ਆਪਾਂ ਨੂੰ ਫਾਈਲ ਵਗੈਰਾ ਦੇਣੀ, ਜਿਵੇਂ ਤੁਸੀਂ ਡਾਊਨਲੋਡ ਕਰੋਗੇ ਹੈ ਨਾ ਆਪਦੇ ਐਡਮਿਟ ਕਾਰਡ ਵਗੈਰਾ, ਉਹ ਤੁਹਾਡੇ ਰਿਸੋਰਸ ਨੇ। ਤਾਂ ਉਹ ਰਿਸੋਰਸ ਨੂੰ ਅਸੀਂ ਡਿਨਾਈ ਕਰਤਾ, ਤਾਂ ਉਹਨਾਂ ਨੂੰ ਬੋਲਦੇ ਨੇ ਡਿਨਾਈਲ ਆਫ ਸਰਵਿਸਿਜ਼। ਜਾਂ ਜਿੰਨੀਆਂ ਵੀ ਇਹਨੇ ਸਰਵਿਸ ਦੇਣੀਆਂ ਸੀ ਅੱਗੇ, ਉਹ ਸਰਵਿਸਿਜ਼ ਸਾਰੀਆਂ ਡਿਨਾਈ ਹੋ ਗਈਆਂ, ਤਾਂ ਇਹਨੂੰ ਬੋਲਦੇ ਆ ਡਿਨਾਈਲ ਆਫ ਸਰਵਿਸਿਜ਼। ਤਾਂ ਅਟੈਕਰ ਹੈ ਜਿਹੜਾ, ਉਹ ਕੰਟਰੋਲਰ ਦੁਆਰਾ ਬਹੁਤ ਸਾਰੇ ਕੰਪਿਊਟਰਾਂ ਨੂੰ ਆਪਦੇ ਕਬਜ਼ੇ 'ਚ ਲੈ ਜਾਂਦਾ। ਇਹਨਾਂ ਕੰਪਿਊਟਰਾਂ ਨੂੰ ਜ਼ੋਂਬੀ ਬੋਲਦੇ ਆ, ਬੌਟ ਵੀ ਇਹਨਾਂ ਨੂੰ ਬੋਲਿਆ ਜਾਂਦਾ। ਇਹ ਵਿਕਟਮ ਕੰਪਿਊਟਰ, ਮੰਨ ਲਓ ਮੇਰਾ ਲੈਪਟਾਪ ਹੈ, ਮੇਰਾ ਕਿਸੇ ਨੇ ਕੰਟਰੋਲ ਕਰ ਲਿਆ, ਥਾਪਰ ਵਾਲਿਆਂ ਨੇ ਕੰਟਰੋਲ ਕਰ ਲਿਆ, ਮੈਨੂੰ ਤਾਂ ਪਤਾ ਵੀ ਨਹੀਂ ਲੱਗਣਾ ਵੀ ਮੇਰਾ ਸਿਸਟਮ ਹੈ ਜਿਹੜਾ ਕੰਪਰੋਮਾਈਜ਼ਡ ਹੋ ਚੁੱਕਿਆ। ਤਾਂ ਇਹ ਪੂਰੇ ਨੈਟਵਰਕ ਨੂੰ ਜ਼ੋਂਬੀ ਦਾ ਨੈਟਵਰਕ ਜਾਂ ਬੌਟ ਦਾ ਨੈਟਵਰਕ ਜਾਂ ਬੌਟ ਨੈਟ ਬੋਲਿਆ ਜਾਂਦਾ। ਕਲੀਅਰ ਹੈ। ਤਾਂ ਜਿਹੜਾ ਨੈਟਵਰਕ ਕਿਸੇ ਦੁਆਰਾ ਕੰਟਰੋਲ ਕੀਤਾ ਹੋਵੇ ਅਟੈਕਰ ਦੁਆਰਾ, ਉਹਨੂੰ ਅਸੀਂ ਬੋਲਦੇ ਹਾਂ ਬੌਟ ਨੈਟ ਜਾਂ ਜ਼ੋਂਬੀਜ਼। ਤਾਂ ਇਹ ਸਾਰੇ ਮਿਲ ਕੇ ਇਹਦੇ ਤੇ ਅਟੈਕ ਲਾਂਚ ਕਰਦੇ ਨੇ, ਤਾਂ ਇਹਨੂੰ ਬੋਲਦੇ ਨੇ ਆਪਾਂ ਡੌਸ, ਡਿਨਾਈਲ ਆਫ ਸਰਵਿਸ। ਯਾਦ ਰੱਖਣਾ ਡਿਨਾਈਲ ਆਫ ਸਰਵਿਸ, ਕਿਉਂਕਿ ਇਹਨੂੰ ਹੁਣ ਤਾਂ ਡੌਸ ਪੁੱਛ ਲਿਆ ਨਾ, ਸੌਖਾ ਹੋ ਸਕਦਾ ਘੁਮਾ ਕੇ ਪੁੱਛ ਲੇ ਕਿ ਅਟੈਕ ਕਿਹੜਾ ਹੁੰਦਾ ਜਿਹਦੇ ਵਿੱਚ ਸਰਵਿਸਿਜ਼ ਨੂੰ ਡਿਨਾਈ ਕਰਦੇ ਨੇ, ਉਹ ਡੌਸ ਅਟੈਕ ਹੁੰਦਾ ਨਾ। ਤੇ ਇਸੇ ਦਾ ਹੀ ਹੈਗਾ ਡੀ ਡੌਸ ਮਿੱਤਰੋ, ਇਹ ਵੀ ਗੱਲ ਯਾਦ ਰੱਖਣੀ ਹੈ। ਡੀ ਡੌਸ ਹੁੰਦਾ ਹੈ ਇਹ ਅਟੈਕ, ਤਾਂ ਮੰਨ ਲਓ ਜੇ ਥਾਪਰ ਯੂਨੀਵਰਸਿਟੀ ਨੇ ਇੱਥੋਂ ਹੀ ਕੀਤਾ ਸੀ, ਪਟਿਆਲੇ ਦੇ ਥੋੜੇ ਜਿਹੇ ਕੰਪਿਊਟਰ ਇੱਕ ਜਗ੍ਹਾ ਤੋਂ ਕਰਤਾ ਪਟਿਆਲੇ ਚੋਂ, ਜੇ ਥਾਪਰ ਵਾਲੇ ਕਰਨ, ਕੁਛ ਇਹ ਚੰਡੀਗੜ੍ਹ ਤੋਂ ਕਰਾ ਦੇਣ, ਕੁਛ ਇਹ ਸ਼ਿਮਲੇ ਤੋਂ ਕਰਾ ਦੇਣ, ਕੁਛ ਹੈਦਰਾਬਾਦ ਤੋਂ, ਕੈਨੇਡਾ ਤੋਂ, ਕਿਤੋਂ ਵੀ ਦੁਨੀਆ ਦੇ ਵਿੱਚੋਂ ਵੱਖਰੇ ਵੱਖਰੇ ਥਾਵਾਂ ਤੋਂ ਅਟੈਕ ਕਰਾ ਦੇਣਗੇ, ਫਿਰ ਇਹਨੂੰ ਬੋਲ ਦਿਆਂਗੇ ਡਿਸਟਰੀਬਿਊਟਡ ਡਿਨਾਈਲ ਆਫ ਸਰਵਿਸ। ਯਾਦ ਰੱਖਣੀ ਹੈ ਗੱਲ, ਠੀਕ ਹੈ। ਅੱਗੇ ਪ੍ਰੋਟੋਕਾਲ ਦੀ ਫੁੱਲ ਫਾਰਮ ਹੈ MNP4। ਇਹ ਆਪਾਂ ਨੂੰ ਪਤਾ ਹੀ ਹੈ ਕਿ ਮਾਈਕਰੋਕੌਮ ਨੈਟਵਰਕ ਪ੍ਰੋਟੋਕਾਲ ਵਰਜਨ 4। ਇੰਨੀ ਇੰਪੋਰਟੈਂਟ ਨਹੀਂ ਹੈ, ਪਰ ਪਾਤੀ ਤਾਂ ਹੁਣ ਇੰਪੋਰਟੈਂਟ ਬਣੀ ਗਈ ਹੈ ਨਾ। What is the full form of IBG with reference to magnetic tape? ਕਹਿੰਦਾ ਮੈਗਨੈਟਿਕ ਟੇਪ ਦੇ ਵਿੱਚ IBG ਕੀ ਹੈ। IBG ਆਪਾਂ ਨੂੰ ਪਤਾ ਹੀ ਹੈ, ਆਪਾਂ ਦੇਖ ਲੈਂਦੇ ਹਾਂ। ਚਲੋ ਪਤਾ ਤਾਂ ਕੀ ਹੈ, ਕਹਿੰਦੇ ਪਤਾ ਤਾਂ ਹੁਣ ਪੜਾਂਗੇ। IBG ਔਰ IG ਹੁੰਦਾ, IRG ਹੁੰਦਾ ਇੰਟਰ ਬਲੌਕ ਗੈਪ। ਆ ਦੇਖੋ, ਇਹ ਰੀਲ ਨਹੀਂ ਹੁੰਦੀ ਆਪਣੇ ਕੋਲੇ, ਕੈਸਟ ਆਪਾਂ ਗਾਣੇ ਸੁਣਦੇ ਰਹੇ ਹਾਂ, ਉਹ ਕੈਸਟ ਦੇ ਵਿੱਚ ਲੌਜੀਕਲ ਰਿਕਾਰਡ ਦੇ ਵਿੱਚ ਗੈਪ ਪਾਇਆ ਹੁੰਦਾ, ਥੋੜੇ ਰਿਕਾਰਡ ਛੱਡ ਕੇ। ਇਹਨੂੰ ਆਪਾਂ ਬੋਲ ਦਿੰਦੇ ਹਾਂ ਇੰਟਰ ਬਲੌਕ ਗੈਪ ਜਾਂ ਇੰਟਰ ਰਿਕਾਰਡ ਗੈਪ। ਇਹ ਕਾਹਦੇ ਲਈ ਹੁੰਦਾ ਹੈ? ਮੇਨਲੀ ਇਹ ਪ੍ਰੀਵੈਂਟ ਕਰਦਾ ਡੇਟਾ ਨੂੰ ਓਵਰਰਾਈਟ ਹੋਣ ਤੋਂ, ਤੇ ਐਂਡ ਆਫ ਦਾ ਡੇਟਾ ਪਤਾ ਲੱਗ ਜਾਂਦਾ ਵੀ ਕਿੱਥੇ ਜਿਹੜਾ ਗਾਣਾ ਖਤਮ ਹੋ ਗਿਆ। ਕਲੀਅਰ ਹੋਈ ਗੱਲ? ਸੋ ਇਸ ਦਾ ਹੀ ਪੁੱਛਿਆ ਨਾ, ਤਾਂ ਫਿਰ ਇਹਦਾ ਆਨਸਰ ਆਪਾਂ ਨੂੰ ਪਤਾ ਲੱਗ ਗਿਆ ਇੰਟਰ ਬਲੌਕ ਗੈਪ। ਵਧੀਆ ਕੁਐਸਚਨ ਹੈ ਨਾ। MS DOS ਇਜ਼ ਓਨਡ ਬਾਈ, ਆਪਾਂ ਨੂੰ ਪਤਾ ਯਾਰ ਡੌਸ ਕਿਹਦੀ, ਜਿਹਨੂੰ MS ਹੀ ਆ ਗਿਆ ਤਾਂ ਮਾਈਕਰੋਸੌਫਟ ਦਾ ਇਹ ਹੈ ਨਾ। ਗੱਲ ਕਲੀਅਰ ਹੋ ਗਈ ਨਾ, ਮਾਈਕਰੋਸੌਫਟ ਕਾਰਪੋਰੇਸ਼ਨ। MS DOS ਹੈਗਾ ਆਪਰੇਟਿੰਗ ਸਿਸਟਮ, DOS ਹੈਗਾ ਡਿਸਕ ਆਪਰੇਟਿੰਗ ਸਿਸਟਮ। ਇਹ ਵੀ ਲਿਖਣਾ, ਲਿਖ ਲਓ ਡਿਸਕ, ਚਲੋ ਲਿਖਿਆ ਹੀ ਪਤਾ ਹੀ ਹੈ ਤੁਹਾਨੂੰ ਹੈ ਨਾ। ਇਹ ਤੇ ਇਹ ਬਹੁਤ ਸਾਰੇ ਆਪਰੇਟਿੰਗ ਸਿਸਟਮ ਮੈਂ ਦਿੱਤੇ ਹੋਏ ਨੇ, ਲਿਸਟ ਮੈਂ ਪਹਿਲਾਂ ਵਾਲੀਆਂ ਵੀਡੀਓ 'ਚ ਵੀ ਦੱਸੀਆਂ ਨੇ। ਜੇਕਰ ਤੁਸੀਂ ਨਹੀਂ ਲਿਖੀਆਂ ਤਾਂ ਲਿਖ ਸਕਦੇ ਹੋ ਵੀ ਯੂਨਿਕਸ ਹੈ ਜਿਹੜਾ 1469 'ਚ ਆਇਆ, C 'ਚ ਲਿਖਿਆ ਗਿਆ। ਕਿਹੜੇ ਬੰਦੇ ਨੇ ਲਿਖਿਆ? ਕੈਨ ਥੌਮਸਨ ਐਂਡ ਡੈਨਿਸ ਰਿਚੇ। MS DOS ਹੈ ਮਾਈਕਰੋਸੌਫਟ ਡਿਵੈਲਪਰ ਹੈ, ਅਸੈਂਬਲੀ ਤੇ C ਦੇ ਵਿੱਚ ਹੈ, ਵਿੰਡੋ 85 'ਚ ਹੈ, ਲਾਈਨਕਸ 1991 'ਚ ਹੈ, Ubuntu 2004 'ਚ ਹੈ, ਮੈਕ 2001 'ਚ ਹੈ, ਤੇ ਐਪਲ ਦਾ ਇਹ ਆਪਰੇਟਿੰਗ ਸਿਸਟਮ ਹੈ। ਸਾਰੇ ਮੋਬਾਈਲ ਦੇ ਆਪਰੇਟਿੰਗ ਸਿਸਟਮ ਨੇ, ਮੈਂ ਚੰਗੀ ਤਰ੍ਹਾਂ ਕਰਾ ਚੁੱਕਿਆ ਤਾਂ ਨਹੀਂ ਮੈਂ ਡਿਟੇਲ 'ਚ ਕਰਾ ਰਿਹਾ। ਇਹ ਕੁਝ ਡਿਸਟਰੀਬਿਊਸ਼ਨਾਂ ਨੇ ਲਾਈਨਕਸ ਦੀਆਂ, ਇਹ ਵੀ ਆਪਾਂ ਐਜ਼ ਆਪਰੇਟਿੰਗ ਸਿਸਟਮ ਆਪਾਂ ਯਾਦ ਕਰ ਲੈਣਾ। ਕਈ ਵਾਰੀ ਕੁਐਸਚਨ ਐ ਪਾ ਦਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਆਪਰੇਟਿੰਗ ਸਿਸਟਮ, ਉੱਥੇ ਫਿਰ ਇਹ ਆਪਣੀ ਹੈਲਪ ਕਰਦੇ ਨੇ। ਕਲੀਅਰ ਹੋਈ ਗੱਲ?
ਅੱਗੇ ਆ ਗਿਆ ਵੀ ਵਟ ਇਜ਼ ਦੀ ਫੰਕਸ਼ਨ ਆਫ F1 ਕੀ ਔਨ ਕੀਬੋਰਡ। ਕਹਿੰਦਾ F1 ਕੀ ਦਾ ਕੀ ਮਤਲਬ ਹੈ ਕੀਬੋਰਡ ਤੇ। ਇਹ ਆਪਾਂ ਨੂੰ ਪਤਾ ਹੈਲਪ ਦੇ ਲਈ ਹੁੰਦੀ ਹੈ, ਬੜਾ ਸੌਖਾ ਕੁਐਸਚਨ ਹੈ ਇਹ, ਹੈ ਨਾ। ਤਾਂ ਇਹਦੇ ਨਾਲ ਦੀਆਂ ਫੰਕਸ਼ਨ ਕੀ, ਆਪ ਕਈ ਵਾਰੀ ਕਿਸੇ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਕਿੰਨੀਆਂ ਫੰਕਸ਼ਨਸ ਕੀ ਨੇ, ਟੋਟਲ 12 ਫੰਕਸ਼ਨ ਕੀ ਨੇ F1 ਤੋਂ ਲੈ ਕੇ F12 ਤੱਕ। ਕਲੀਅਰ ਹੋਈ। ਇਹਨਾਂ ਦੇ ਕੀ ਫੰਕਸ਼ਨ ਨੇ ਮੈਂ ਸਾਰੀਆਂ ਦਿੱਤੀਆਂ ਹੋਈਆਂ ਨੇ। F1 ਜਿਵੇਂ F2 ਰੀਨੇਮ ਦੇ ਲਈ ਵਰਤਿਆ ਜਾਂਦਾ ਹੈ ਨਾ, ਸਿਲੈਕਟਡ ਫੋਲਡਰ ਜਾਂ ਫਾਈਲ। F3 ਹੈ ਓਪਨ ਸਰਚ ਫੀਚਰ। ਇਹ ਤੁਸੀਂ ਸਾਰੇ ਪੜ੍ਹ ਸਕਦੇ ਹੋ। ਸਕਰੀਨਸ਼ਾਟ ਲੈਣਾ ਤਾਂ ਮੈਂ ਚਲੋ ਲਿਖਿਆ ਜਾਂ ਢਾ ਦੇਣਾ, ਠੀਕ ਹੈ। ਇਹਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ। ਫੰਕਸ਼ਨ ਕੀ ਦਾ ਇੰਪੋਰਟੈਂਟ ਨੇ, ਇਹ ਪੁੱਛੀਆਂ ਜਾਂਦੀਆਂ ਨੇ। F4 F5 F6 F4 ਹੈ ਜਿਵੇਂ Alt F4 ਹੈ, ਬਹੁਤ ਵਾਰੀ ਪੁੱਛਿਆ, ਇੰਪੋਰਟੈਂਟ ਹੈ ਵਿੰਡੋ ਨੂੰ ਕਲੋਜ਼ ਕਰਨ ਦੇ ਲਈ, ਠੀਕ ਹੈ। ਸਲਾਈਡ ਸ਼ੋਅ ਦੇ ਲਈ ਇਹ ਕੁਐਸਚਨ ਪੁੱਛਿਆ ਹੋਇਆ। F5 ਹੈ ਜਿਹੜਾ ਸਟਾਰਟ ਸਲਾਈਡ ਸ਼ੋਅ ਕਰਨ ਦੇ ਲਈ। ਸੋ ਇਹ ਦੇਖ ਸਕਦੇ ਹੋ। ਗ੍ਰਾਮਰ ਸਪੈਲਿੰਗ ਚੈੱਕ ਨਹੀਂ, ਬਹੁਤ ਇੰਪੋਰਟੈਂਟ। F7 ਵੀ ਪੁੱਛਿਆ ਹੋਇਆ। F8 F9 F10 F11 ਤੇ F12 ਇਹ ਵੀ ਦੇਖ ਲਓ ਤੇ ਇਹਦਾ ਵੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ, ਠੀਕ ਹੈ। ਬਾਕੀ ਤੁਸੀਂ ਇਹ ਆ ਵੀ ਪੇਪਰ ਤੋਂ ਘਬਰਾਉਣਾ ਨਹੀਂ। ਹੁਣ ਤੁਹਾਡਾ ਟੈਸਟ ਪਤਾ ਕੀ ਹੋਊਗਾ ਪੇਪਰ ਦੇ ਵਿੱਚ। ਹੁਣ ਤੱਕ ਤਾਂ ਸੀਗਾ ਟੈਸਟ ਕਿ ਕਿੰਨਾ ਕੁ ਆਪਾਂ ਮਿਹਨਤ ਕਰਦੇ ਹਾਂ। ਮਿਹਨਤ ਕਰਨ ਤੋਂ ਬਾਅਦ ਟੈਸਟ ਆਪਣਾ ਦੂਜਾ ਟੈਸਟ ਹੋਊਗਾ ਕਿ ਅਸੀਂ ਆਪਦੇ ਮਨ ਨੂੰ ਕਿੰਨਾ ਕੁ ਸਟੇਬਲ ਰੱਖਦੇ ਹਾਂ, ਕਿੰਨੀ ਕੁ ਸਾਡੀ ਕੰਸੈਂਟਰੇਸ਼ਨ ਬਣਦੀ ਹੈ। ਜੇ ਅਸੀਂ ਘਬਰਾ ਗਏ ਵੀ ਯਾਰ ਪੇਪਰ ਤਾਂ ਆ ਗਿਆ ਜਾਂ ਤਿੰਨੇ ਇਕੱਠੇ ਆ ਗਏ, ਇਹ ਚੀਜ਼ਾਂ ਨੂੰ ਹਾਵੀ ਨਹੀਂ ਹੋਣ ਦੇਣਾ। ਤਾਂ ਹੁਣ ਉਹੀ ਬੰਦਾ ਪੇਪਰ ਕਲੀਅਰ ਕਰੂਗਾ ਜਿਹੜਾ ਬੰਦਾ ਸਟ੍ਰੈਸ ਦੇ ਵਿੱਚ ਨਹੀਂ ਜਾਊਗਾ। ਕਿਉਂਕਿ ਬਹੁਤ ਸਾਰੇ ਬੰਦੇ ਤਿਆਰੀ ਕਰਕੇ ਸਟ੍ਰੈਸ 'ਚ ਪਾ ਕੇ ਤੁਹਾਡਾ ਕੀ ਫਾਇਦਾ। ਸਿਲੀ ਮਿਸਟੇਕਸ ਬਹੁਤ ਜ਼ਿਆਦਾ ਹੋਣਗੀਆਂ। ਕੁਛ ਕੁ ਤਾਂ ਮੈਂ ਦੱਸੂਗਾ ਨਾਲ ਦੀਆਂ, ਦੱਸੀਆਂ ਵੀ ਹੋਈਆਂ ਨੇ। ਜਿਵੇਂ ਇਹ ਧਿਆਨ ਨਾਲ ਪੜ੍ਹਨਾ ਵੀ ਨੋਟ ਕਰੈਕਟ ਫਾਲਸ, ਉੱਥੇ ਡਾਰਕ ਸਰਕਲ ਲਗਾ ਲਓ। ਉਹ ਚੀਜ਼ਾਂ ਧਿਆਨ ਨਾਲ ਪੜ੍ਹੋ। ਜਿਹੜਾ ਗੋਲਾ ਇੱਧਰ ਲਾਉਣਾ ਹੈ ਤੇ ਦੂਜੇ ਪਾਸੇ ਉਹੀ ਲੱਗਿਆ ਹੋਣਾ ਚਾਹੀਦਾ। ਇਹਦੀ ਵੀ ਮੈਂ ਸਟ੍ਰੈਟਜੀ ਦੱਸੂਗਾ ਵੀ ਤੁਸੀਂ ਕਿਵੇਂ ਕਰ ਸਕਦੇ ਹੋ। ਤਾਂ ਹੁਣੀ ਤੁਸੀਂ 10 ਤੋਂ 15 ਆਪਦੀਆਂ OMR ਸ਼ੀਟ ਨੇ ਜਿਹੜੀਆਂ ਉਹ ਪ੍ਰਿੰਟ ਕਰਾ ਲਓ, ਦੇਖ ਦੇਖ ਕੇ ਲਾਉਣੀਆਂ ਸਿੱਖ ਲਓ। ਕਿਉਂਕਿ ਬੱਚਿਆਂ ਨੇ ਆ ਪਿੱਛੇ ਜੇ ਆਂਗਣਵਾੜੀ ਦਾ ਪੇਪਰ ਹੋਇਆ ਸੀ, ਹਨਾ, ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਕਾਫੀ ਮਿਸਟੇਕ ਹੋਈਆਂ, ਸਿਲੀ ਮਿਸਟੇਕ, ਕਿ ਲਾਇਆ ਉਹਨਾਂ ਨੇ A ਸੀਗਾ, ਦੂਜੇ ਪਾਸੇ OMR ਤੇ B ਲੱਗ ਗਿਆ। ਸੋ ਇਹ ਵਾਲੀਆਂ ਚੀਜ਼ਾਂ ਤੇ ਤਾਂ ਦੁੱਖ ਬਹੁਤ ਹੁੰਦਾ, ਕਿਉਂਕਿ ਯਾਰ ਸਾਨੂੰ ਕੁਐਸਚਨ ਆਉਂਦਾ ਹੋਵੇ ਤੇ ਗਲਤ ਹੋ ਜੇ ਤੇ ਸਾਨੂੰ ਬੁਰਾ ਬਹੁਤ ਲੱਗਦਾ। ਸੋ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ। ਆਪਾਂ ਇੱਕ ਸੈਸ਼ਨ ਬਣਾ ਲਾਂਗੇ ਜਾਂ ਮੈਂ ਐਂਡ ਤੇ ਦੱਸ ਦੂੰਗਾ ਵੀ ਤੁਸੀਂ ਕਿਵੇਂ ਕਰ ਸਕਦੇ ਹੋ। ਬਾਕੀ ਹਰ ਬੰਦੇ ਦਾ ਆਪਣਾ ਆਪਣਾ ਤਜਰਬਾ ਹੁੰਦਾ। ਤੁਹਾਨੂੰ ਚੰਗਾ ਲੱਗਿਆ ਫੋਲੋ ਕਰ ਸਕਦੇ ਹੋ, ਅਦਰਵਾਈਜ਼ ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਹੈ। ਸੋ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਕਹਿੰਦਾ ਵਿਦ ਡੈਸ਼ ਦੀ ਕਨਸੈਪਟ ਆਫ ਸੋਸ਼ਲ ਮੀਡੀਆ ਐਂਟਰਪ੍ਰੇਨਿਓਰਸ਼ਿਪ ਹੈਜ਼ ਬੀਨ ਟੇਕਨ ਐਨ ਐਂਟਾਇਰਲੀ ਨਿਊ ਡਾਇਮੈਂਸ਼ਨ। ਪਹਿਲਾਂ ਤਾਂ ਐਂਟਰਪ੍ਰੇਨਿਓਰਸ਼ਿਪ ਆਪਾਂ ਦੇਖਦੇ ਹਾਂ। ਐਂਟਰਪ੍ਰੇਨਿਓਰਸ਼ਿਪ ਕੀ ਹੁੰਦਾ? ਕੋਈ ਤੁਸੀਂ ਇੰਡੀਵਿਜੂਅਲੀ ਆਪਣੇ ਲੈਵਲ ਤੇ ਕੰਮ ਸ਼ੁਰੂ ਕਰ ਲਓ, ਬਿਜ਼ਨਸ, ਠੀਕ ਹੈ, ਤੇ ਉਹਦੇ ਵਿੱਚ ਤੁਹਾਨੂੰ ਰਿਸਕ ਵੀ ਹੋਣ ਤੇ ਆਪਦੇ ਰਿਵਾਰਡ ਨੂੰ ਤੁਸੀਂ ਇੰਜੋਏ ਕਰੋ, ਡਿਫਿਕਲਟੀ ਵੀ ਆਉਣ। ਤਾਂ ਹੁਣ ਆਪਾਂ ਨੂੰ ਪੁੱਛਦਾ, ਕਹਿੰਦਾ ਕਾਹਦੇ ਕਰਕੇ? YouTube ਤੇ ਇੰਸਟਾਗ੍ਰਾਮ ਕਰਕੇ। ਬਿਲਕੁਲ ਠੀਕ ਹੈ, ਦੋਨਾਂ ਤੇ। ਇੰਸਟਾਗ੍ਰਾਮ ਤੇ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ, YouTube ਤੇ ਵੀ, ਹਨਾ। ਇੱਥੇ ਚੀਜ਼ਾਂ ਹੋ ਸਕਦੀਆਂ ਨੇ ਕਿ ਜਿਵੇਂ ਮੋਸਟਲੀ ਇੰਸਟੀਚਿਊਟ ਵਾਲੇ ਕੀ ਕਰਦੇ ਆ, ਥੋੜੀਆਂ ਜਿਹੀ ਵੀਡੀਓ ਪਾ ਕੇ ਕਹਿੰਦੇ ਸਾਡਾ ਕੋਰਸ ਪਰਚੇਜ ਕਰੋ, ਚੱਲਦੀਆਂ ਨੇ ਬਿਜ਼ਨਸ ਚੀਜ਼ਾਂ। ਸੋ ਇਹ ਫਿਰ ਇਹਦਾ ਦੋਨੋਂ ਹੀ ਆਨਸਰ ਰੈਡੀ। ਅਗਲਾ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਆਊਟਪੁੱਟ ਡਿਵਾਈਸ। ਕਹਿੰਦਾ ਹੇਠ ਲਿਖਿਆ ਜੋ ਕਿਹੜਾ ਆਊਟਪੁੱਟ ਡਿਵਾਈਸ ਨਹੀਂ ਹੈ? ਸਪੀਕਰ ਆਊਟਪੁੱਟ ਡਿਵਾਈਸ ਹੈਗਾ। ਪਲੋਟਰ ਆਊਟਪੁੱਟ ਡਿਵਾਈਸ ਹੈ। ਪਤਾ ਆਪਾਂ ਨੂੰ ਪ੍ਰਿੰਟਰ ਦਾ ਭਾਪਾ ਇਹ ਵੱਡੀਆਂ ਫਲੈਕਸਾਂ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ, ਤੇ ਪ੍ਰਿੰਟਰ ਵੀ ਹੈਗਾ ਆਊਟਪੁੱਟ। ਲਾਈਟ ਪੈਨ ਹੈ ਜਿਹੜਾ, ਇਹ ਆਊਟਪੁੱਟ ਡਿਵਾਈਸ ਨਹੀਂ ਹੈ। ਇਹ ਆਪਾਂ ਨੂੰ ਪਤਾ ਪੈਨ ਜਾਂ ਮੇਰੇ ਕੋਲ ਵੀ ਆ, ਦੇਖੋ, ਲਿਖਣ ਦੇ ਲਈ ਵਰਤਿਆ ਜਾਂਦਾ। ਇਹ ਐਜ਼ ਏ ਇਨਪੁੱਟ ਡਿਵਾਈਸ ਹੈ। ਕਲੀਅਰ ਹੋਈ ਗੱਲ? ਬੜੇ ਸੌਖੇ ਕੁਐਸਚਨ ਹੈ ਯਾਰ, ਉਹੀ ਕਹੀ ਗਏ ਔਖੇ ਆ। ਡਿਵਾਈਸ ਦੀ ਲਿਸਟ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਵੈਸੇ ਮੈਂ ਆਲਰੇਡੀ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਹੋਈਆਂ ਨੇ, ਸਾਰੇ ਡਿਵਾਈਸ ਨੇ ਜਿਹੜੇ ਇਨਪੁੱਟ ਡਿਵਾਈਸ ਨੇ, ਜਿਵੇਂ ਬਾਰਕੋਡ ਰੀਡਰ, ਟਰੈਕ ਬਾਲ, OMR, OCR, MICR, ਮਾਊਸ। ਚਲੋ ਤੁਸੀਂ ਪੜ੍ਹ ਲਓਗੇ ਯਾਰ, ਟਾਈਮ ਨਹੀਂ ਵੇਸਟ ਕਰਦਾ ਮੈਂ। ਆਊਟਪੁੱਟ ਡਿਵਾਈਸ ਹੈ, ਇਹਨਾਂ ਦੀ ਵੀ ਲਿਸਟ ਲੈ ਲਓ। ਇਹਨਾਂ ਚੋਂ ਪੁੱਛੇ ਜਾਂਦੇ ਨੇ, ਜਿਵੇਂ ਕੁਐਸਚਨ ਪੁੱਛ ਲਿਆ, ਠੀਕ ਹੈ। ਕੁਛ ਇਹ ਆਊਟਪੁੱਟ ਨੇ, ਇਹ ਇਨਪੁੱਟ ਨੇ, ਸਕਰੀਨਸ਼ਾਟ ਲੈ ਲਿਆ ਹੁਣ, ਇਹ ਆਊਟਪੁੱਟ ਨੇ, ਠੀਕ ਹੈ। CRT ਦੀ ਐਬਰੀਵੇਸ਼ਨ ਬਹੁਤ ਇੰਪੋਰਟੈਂਟ ਹੈ, ਕੈਥੋਡ ਰੇ ਟਿਊਬ, ਤੇ COM ਹੁੰਦਾ ਕੰਪਿਊਟਰ ਆਊਟਪੁੱਟ ਮਾਈਕਰੋਫਿਲਮ, LCD ਹੁੰਦਾ ਲਿਕੁਇਡ ਕ੍ਰਿਸਟਲ ਡਿਸਪਲੇ, ਤੇ LED ਵੀ ਹੁੰਦਾ ਇੱਕ ਲਾਈਟ ਐਮਿਟਿੰਗ ਡਾਇਓਡ। ਇਹਦੇ ਚ ਲਿਖ ਲਓ। TV ਦਾ ਹੁੰਦਾ, TV ਨਹੀਂ ਮਿਲਦਾ ਕੀ ਫੁੱਲ ਫਾਰਮ, ਟੈਲੀਵਿਜ਼ਨ। ਸੱਚ, TV ਦਾ ਕੀ ਯਾਦ ਰੱਖਣੀ ਔਖੀ ਹੈ ਨਾ, ਟੈਲੀਵਿਜ਼ਨ। ਤੇ NIC, ਕੁਝ ਡਿਵਾਈਸ ਐਵੇਂ ਦੇ ਨੇ ਜਿਹੜੇ ਬੋਥ ਇਨਪੁੱਟ ਤੇ ਆਊਟਪੁੱਟ ਐਕਟ ਕਰਦੇ ਨੇ। NIC ਹੁੰਦਾ ਨੈਟਵਰਕ ਇੰਟਰਫੇਸ ਕਾਰਡ, ਠੀਕ ਹੈ। ਆ ਵੀ ਰਹਿ ਗਏ ਸੀ। VDT ਹੁੰਦਾ ਵਿਜ਼ੂਅਲ ਡਿਸਪਲੇ ਟਰਮੀਨਲ, ਕਾਇਓਸਕ, ਠੀਕ ਹੈ। ਸਾਰੇ ਕੀ ਨੇ? ਇਨਪੁੱਟ ਤੇ ਆਊਟਪੁੱਟ ਦੋਨੋਂ ਐਕਟ ਕਰਦੇ ਨੇ। ਅਗਲਾ ਕੁਐਸਚਨ ਦੇਖ ਲੈਂਦੇ ਹਾਂ। ਡਾਟਾ ਇਨਕ੍ਰਿਪਸ਼ਨ ਸਟੈਂਡਰਡ ਆਪਰੇਟਸ ਔਨ ਡੈਸ਼ ਬਿਟ ਬਲੌਕ ਆਫ ਇਨਪੁੱਟ ਐਟ ਏ ਟਾਈਮ। ਤਾਂ ਡਾਟਾ ਇਨਕ੍ਰਿਪਸ਼ਨ ਸਟੈਂਡਰਡ ਇੱਕ ਐਲਗੋਰਿਥਮ ਹੈ ਇਨਕ੍ਰਿਪਸ਼ਨ ਦਾ। ਇਨਕ੍ਰਿਪਸ਼ਨ ਕੀ ਹੁੰਦੀ ਹੈ?
ਹਾਂ ਇਨਕ੍ਰਿਪਸ਼ਨ ਕੀ ਹੁੰਦੀ ਹੈ, ਪਲੇਨ ਟੈਕਸਟ ਮੈਸੇਜ ਨੂੰ ਕੋਈ ਕੀ ਲਗਾ ਕੇ ਕਿਸੇ ਅਨਰੀਡੇਬਲ ਟੈਕਸਟ ਦੇ ਵਿੱਚ ਕਨਵਰਟ ਕਰ ਦੇਣਾ, ਇਹਨੂੰ ਆਪਾਂ ਸਾਈਫਰ ਟੈਕਸਟ ਬੋਲਦੇ ਆ, ਇਹਨੂੰ ਇਨਕ੍ਰਿਪਸ਼ਨ ਬੋਲਦੇ ਆ। ਤੇ ਜਿਹਨੂੰ ਰਿਸੀਵਰ ਕੋਲੇ ਪਹੁੰਚ ਗਿਆ ਇਹੀ ਸਾਈਫਰ ਟੈਕਸਟ, ਇਹਨੂੰ ਵਾਪਸ ਪਲੇਨ ਟੈਕਸਟ ਰੀਡੇਬਲ ਫਾਰਮ 'ਚ ਕਨਵਰਟ ਕਰਨਾ ਡੀਕ੍ਰਿਪਸ਼ਨ ਬੋਲਦੇ ਨੇ ਆਪਾਂ। ਕਲੀਅਰ ਹੋਈ ਗੱਲ? ਤਾਂ ਆਪਾਂ ਨੂੰ ਇਹ ਇਨਕ੍ਰਿਪਸ਼ਨ ਦਾ ਹੀ ਐਲਗੋਰਿਥਮ ਹੈ, ਡਾਟਾ ਇਨਕ੍ਰਿਪਸ਼ਨ ਸਟੈਂਡਰਡ। ਕਹਿੰਦਾ ਇਹ ਆਪਰੇਟਸ ਔਨ ਬਿਟ ਬਲੌਕ ਆਫ ਇਨਪੁਟ। ਤਾਂ ਇੱਥੇ ਧਿਆਨ ਰੱਖਣ ਵਾਲੀ ਚੀਜ਼ ਹੈ 64 16 128 32। ਦੇਖੋ ਆਪਾਂ ਡਾਟਾ ਦੀ ਇਨਪੁਟ ਦਿੰਨੇ ਆ, ਦੇਖੋ ਕਿੱਧਰ ਚਲੇ ਗਿਆ, ਇੱਥੇ ਆਪਾਂ ਡੇਟਾ ਦੀ ਇਨਪੁਟ ਦਿੰਨੇ ਆ, ਪਲੇਨ ਟੈਕਸਟ ਦਾ ਡਾਟਾ ਹੋਊਗਾ, ਉੱਥੇ ਕੀ ਲੱਗੂਗੀ, ਕੀ ਵੀ ਹੋਊਗੀ ਆਪਣੇ ਕੋਲੇ 56 ਬਿਟ ਦੀ ਹੋ ਸਕਦੀ ਹੈ, 64 ਬਿਟ ਦੀ, 32 ਬਿਟ 128 ਬਿਟ ਦੀ, ਇਹ ਹੋ ਸਕਦੀ ਹੈ ਨਾ। ਤੇ ਡਾਟਾ ਦਾ ਬਲੌਕ ਵੀ ਕਿੰਨਾ ਲਓ, ਐਂ ਤਾਂ ਨਹੀਂ ਹੈਗਾ ਕਿ ਉਹ ਸਾਰੇ ਡੇਟਾ ਨੂੰ ਹੀ, ਜਿਵੇਂ ਆਪਾਂ ਕੀ ਕਰਦੇ ਆ, ਜਿਵੇਂ ਆਪਾਂ ਟੋਕਾ ਕੁਤਰਦੇ ਆ ਮਸ਼ੀਨ ਵਿੱਚ ਜਾਂ ਸੇਵੀਆਂ ਵੱਟਦੇ ਆ, ਉੱਥੇ ਐਂ ਤਾਂ ਨਹੀਂ ਹੈਗਾ 5 ਕਿਲੋ ਆਟੇ ਦੀਆਂ ਸੇਵੀਆਂ ਵੱਟਣੀਆਂ ਨੇ, 5 ਦੀਆਂ 5 ਹੀ ਆਪਾਂ ਉਹਦੇ ਮੂੰਹ 'ਚ ਪਾਤਾ, ਚੱਕੀ ਤਾਂ ਨਹੀਂ ਹੁੰਦੀ, ਚੱਲ ਕੀ ਹੁੰਦਾ ਸੇਵੀਆਂ ਵੱਟਣ ਵਾਲੀ ਜਿੰਦੀ, ਘੋੜੀ ਵੀ ਬੋਲਦੇ ਕਈ ਥਾਂ ਤੇ, ਸੋ ਏਰੀਆ ਦਾ ਫਰਕ ਹੈ। ਉਹਦੇ ਵਿੱਚ ਆਪਾਂ ਸਾਰਾ ਆਟਾ 5 ਕਿਲੋ ਨਹੀਂ ਪਾਉਂਦੇ, ਥੋੜਾ ਥੋੜਾ ਪਾਉਂਦੇ ਨਾ। ਉਹ ਮੈਕਸੀਮਮ ਆਟਾ ਕਿੰਨਾ ਪੈ ਸਕਦਾ, ਮੰਨ ਲਓ ਆਪਾਂ ਕਹਿ ਦਈਏ ਵੀ 100 ਗ੍ਰਾਮ ਪੈ ਸਕਦਾ। ਉਵੇਂ ਹੀ ਕਹਿੰਦਾ ਇਹ ਮੈਸੇਜ ਦੇ ਵਿੱਚ ਉਹ ਮੈਸੇਜ ਦਾ ਬਲੌਕ ਬਣ ਜਾਂਦਾ, ਬਲੌਕ ਸਾਈਜ਼ ਕਿੰਨੇ ਦਾ ਹੁੰਦਾ, ਉਹੀ ਆਪਾਂ ਨੂੰ ਗੱਲ ਪੁੱਛ ਰਿਹਾ। ਤਾਂ ਜੇ ਆਪਾਂ ਗੱਲ ਕਰੀਏ 64 ਬਿਟ ਦਾ ਪਲੇਨ ਟੈਕਸਟ ਜਾਂਦਾ ਤੇ ਕੀ ਦਾ ਸਾਈਜ਼ ਕਿੰਨਾ ਹੁੰਦਾ 56 ਬਿਟ। ਤਾਂ ਦੋਨੋਂ ਪੁੱਛਿਆ ਆਪਾਂ ਨੂੰ ਆਹ ਹੈ ਬਲੌਕ, ਜੇ ਕੀ ਪੁੱਛ ਲਏ ਤਾਂ 56, ਦੋ ਕੁਐਸਚਨ ਹੋ ਗਏ। ਠੀਕ ਹੈ, ਮੰਨ ਲਓ ਬਲੌਕ ਬਣ ਜਾਣਗੇ ਨਾ 64 ਬਿਟ ਦਾ, ਮੰਨ ਲਓ ਸਾਡੇ ਕੋਲੇ 10 ਪੇਜ ਨੇ, 10 ਪੇਜ ਦੇ ਵਿੱਚੋਂ ਪਹਿਲਾ ਬਲੌਕ, ਦੂਜਾ ਬਲੌਕ, ਤੀਜਾ ਬਲੌਕ, ਐਂ ਕਰਦੇ ਨਾਲ ਕੀ ਦੇਈ ਜਾਵਾਂ 56 ਬਿਟ ਦੀ, ਤੇ ਬਣ ਕੇ ਪਾਸੇ ਧਰੀ ਜਾਊਗੇ, ਜਿਵੇਂ ਸੇਵੀਆਂ ਵੱਟ ਕੇ ਆਪਾਂ ਬਾਹਰ ਕੱਢੀ ਜਾਂਦੇ ਹਨਾ। ਸੋ ਉਵੇਂ ਹੀ ਇਹ ਬਲੌਕ ਪੁੱਛਿਆ ਉਹਨੇ। ਕਲੀਅਰ ਹੋਈ ਗੱਲ? ਤਾਂ ਇਹ ਜਿਹੜਾ ਡੈਸ ਐਲਗੋਰਿਥਮ ਹੈ, ਡੇਟਾ ਇਨਕ੍ਰਿਪਸ਼ਨ ਸਟੈਂਡਰਡ, ਇਹਦੇ ਵਿੱਚ 64 ਬਿਟ ਦੀ ਪਲੇਨ ਟੈਕਸਟ ਹੁੰਦੀ ਹੈ, ਕੀ ਹੁੰਦੀ ਹੈ 56 ਬਿਟ ਦੀ, ਬਾਅਦ ਚ ਮਾੜਾ ਮੋਟਾ ਕਰ ਕਰਕੇ ਰਾਉਂਡ ਆਫ ਕਰਕੇ 48 ਬਿਟ ਦੀ ਬਣ ਜਾਂਦਾ। ਇੱਥੇ ਕੁਐਸਚਨ ਨਹੀਂ ਪੁੱਛੂਗਾ, ਇਹੀ ਪੁੱਛੂਗਾ ਕਿ 56 ਬਿਟ ਦੀ ਕੀ ਹੈ, ਤੇ ਰਾਉਂਡ ਪੁੱਛ ਲੈਂਦਾ। ਰਾਉਂਡ ਦਾ ਮਤਲਬ ਕੀ ਹੈ, ਇਹ ਪਹਿਲੇ ਦੇ ਵਿੱਚ ਘੁਮਾ ਘਮੂਤਾ, ਫਿਰ ਦੂਜੇ 'ਚ ਘੁਮਾਤਾ ਵੀ ਬੰਦਾ ਪੜ੍ਹ ਨਾ ਸਕੇ, ਤੀਜੇ 'ਚ ਘੁਮਾਤਾ, ਚੌਥੇ 'ਚ ਘੁਮਾਤਾ, ਪੰਜਵੇਂ 'ਚ ਘੁਮਾਤਾ, ਐਂ ਕਰਕੇ ਬਦਲੀ ਜਾਂਦੇ ਹਨਾ, ਪਾਸਵਰਡ ਬਦਲੀ ਜਾਂਦੇ ਆ। ਸੋ ਉਸ ਤਰੀਕੇ ਦੇ ਨਾਲ 16 ਰਾਉਂਡ ਹੁੰਦੇ ਨੇ। ਦੇਖੋ ਇਹ ਵੀ ਇੰਪੋਰਟੈਂਟ ਹੈ, ਇਹਦੇ ਵਿੱਚ ਨਾਲ ਲੱਗਦਾ ਕੁਐਸਚਨ ਜੇ ਪੁੱਛਿਆ ਜਾਵੇ ਤਾਂ 16 ਰਾਉਂਡ ਹੁੰਦੇ ਨੇ। 16 ਰਾਉਂਡ ਤੋਂ ਬਾਅਦ 64 ਬਿਟ ਦਾ ਸਾਈਫਰ ਟੈਕਸਟ ਬਣਦਾ, ਜਿਹੜਾ ਆਪਾਂ ਇਹਦੇ 'ਚ ਗੱਲ ਕਰੀ ਸੀ, ਪਲੇਨ ਟੈਕਸਟ ਤੋਂ ਸਾਈਫਰ ਟੈਕਸਟ ਸੌਖਾ ਨਹੀਂ ਬਣਦਾ, ਬਹੁਤ ਭਕਾਈ ਕਰਕੇ ਬਣਦਾ ਹੈ। ਠੀਕ ਹੈ, ਸੋ ਐਲਗੋਰਿਥਮ ਕਿਹੜੇ ਨੇ, ਡੈਸ ਦੇ ਵਿੱਚ ਬਲੌਕ ਸਾਈਜ਼ 64 ਬਿਟ ਦਾ ਹੈ, ਕੀ ਦੀ ਲੈਂਥ 56 ਬਿਟ ਦੀ ਹੈ। ਟ੍ਰਿਪਲ ਡੈਸ ਕਹਿੰਦਾ ਫਿਰ ਡੈਸ ਨੂੰ ਹੀ ਘੁਮਾਤਾ, 3 ਵਾਰੀ ਡੈਸ ਲਾਤਾ, ਇੱਕ ਵਾਰੀ ਡੈਸ ਲਾਤਾ, ਫਿਰ ਡੈਸ ਲਾਤਾ, ਤੇ ਫਿਰ ਡੈਸ, ਟ੍ਰਿਪਲ ਡੈਸ। 64 ਬਿਟ ਦਾ ਹੁੰਦਾ ਬਲੌਕ ਸਾਈਜ਼, ਤੇ ਕੀ ਦਾ ਲੈਂਥ 168, 112 ਤੇ 56। ਇੰਨਾ ਇੰਪੋਰਟੈਂਟ ਨਹੀਂ ਹੈ, ਪਰ ਫਿਰ ਵੀ ਮੈਨੂੰ ਡੇਟਾ ਦੇਤਾ ਵੀ ਜੇ ਯਾਦ ਰੱਖ ਸਕਦੇ ਹੋ ਰੱਖ ਲਿਓ। RC ਇੱਕ ਹੁੰਦਾ ਹੈ ਨਾ, RC ਹੁੰਦਾ ਹੈ, ਇਹ ਰੋਨਾਲਡ ਰਾਈਵਸਟ ਬੰਦੇ ਨੇ ਬਣਾਇਆ ਸੀ 1994 ਚ, ਰਾਈਵਸਟ ਸਾਈਬਰ ਵੀ ਕਹਿੰਦੇ ਨੇ। ਪੁੱਛਦਾ ਨਹੀਂ, ਵੈਸੇ ਮੇਰੀ ਆਦਤ ਹੈ ਕਿ ਮੈਨੂੰ ਸਬਰ ਜਿਹਾ ਨਹੀਂ ਆਉਂਦਾ ਵੀ ਜਿਹੜੀਆਂ ਚੀਜ਼ਾਂ ਹੋਣ ਵੀ ਘੱਟੋ ਘੱਟ ਨਹੀਂ ਯਾਦ ਰੱਖਣਾ, ਸ਼ੰਕੇ ਤਾਂ ਮਨ ਚੋਂ ਨਿਕਲਣੇ ਚਾਹੀਦੇ ਨੇ, ਉਹਦੇ ਲਈ ਮੈਂ ਪਾਇਆ ਹੋਇਆ। AES ਇੰਪੋਰਟੈਂਟ ਆ ਬਈ, ਇਹ ਯਾਦ ਕਰ ਲਿਓ। AES ਤੇ DES ਤਿੰਨੇ ਇੰਪੋਰਟੈਂਟ, ਦੋਨੋਂ ਇੰਪੋਰਟੈਂਟ ਨੇ। 128 ਬਿਟ ਬਲੌਕ ਸਾਈਜ਼ ਹੁੰਦਾ ਤੇ ਚਾਬੀ ਇਹਦੇ ਚ 128, 192 ਤੇ 256 ਬਿਟ ਦੀ ਹੋ ਸਕਦੀ ਹੈ। ਇਹ ਦੋਨੋਂ ਇੰਪੋਰਟੈਂਟ ਨੇ, ਪਹਿਲਾ ਤੇ ਚੌਥਾ ਯਾਦ ਰੱਖ ਲਿਓ। ਠੀਕ ਹੈ, ਸੋ ਫਿਰ ਇਹਦਾ ਆਨਸਰ ਹੋ ਜਾਊਗਾ A। ਤੇ ਇਹ ਮੈਂ ਪੁਰਾਣੀਆਂ ਵੀਡੀਓ ਚ ਕਰਾ ਚੁੱਕਿਆ, ਤੇ ਕੁਐਸਚਨ ਪੁੱਛਿਆ ਉਹਨੇ ਸਿਮੈਟ੍ਰਿਕ ਕੀ ਦੇ ਵਿੱਚ ਇੱਕੋ ਹੀ ਕੀ ਯੂਜ਼ ਹੁੰਦੀ ਹੈ ਇਨਕ੍ਰਿਪਸ਼ਨ ਦੇ ਤੇ ਡੀਕ੍ਰਿਪਸ਼ਨ ਦੇ ਲਈ। ਇਹਦੇ ਵਿੱਚ ਦੋ ਚਾਬੀਆਂ ਹੁੰਦੀਆਂ ਨੇ, ਇੱਕ ਇਨਕ੍ਰਿਪਸ਼ਨ ਤੇ ਇੱਕ ਡੀਕ੍ਰਿਪਸ਼ਨ ਦੇ ਲਈ। ਸਿਮੈਟ੍ਰਿਕ ਦੇ ਕਿਹੜੇ ਐਲਗੋਰਿਥਮ ਨੇ, ਜਿਵੇਂ ਰਾਈਵਸਟ ਸਾਈਫਰ ਸੀ, RC ਐਡਵਾਂਸਡ ਇਨਕ੍ਰਿਪਸ਼ਨ ਸਟੈਂਡਰਡ। ਠੀਕ ਹੈ, ਐਨਹਾਂਸਡ ਸੀਗੇ, ਐਡਵਾਂਸਡ ਮੈਂ ਭੁੱਲ ਗਿਆ, AES ਐਨਹਾਂਸਡ, ਹਾਂ ਐਨਹਾਂਸਡ ਸੀ ਸ਼ਾਇਦ, ਪਤਾ ਨਹੀਂ ਐਡਵਾਂਸ ਸੀਗਾ ਯਾਰ, ਮੈਂ ਚੈੱਕ ਕਰਕੇ ਦੱਸ ਦੂੰਗਾ, ਤੁਸੀਂ ਦੇਖ ਲਿਓ। ਵੈਸੇ ਡੈਸ ਹੁੰਦਾ ਹੈ ਡੇਟਾ ਇਨਕ੍ਰਿਪਸ਼ਨ ਸਟੈਂਡਰਡ, ਟ੍ਰਿਪਲ ਡੈਸ ਤੇ ਕੁਆਡ। ਉਵੇਂ RSA, ਏਸਿਮੈਟ੍ਰਿਕ ਦੇ ਵਿੱਚ RSA, DC-Hellman ਤੇ ECC ਐਲਗੋਰਿਥਮ। ਠੀਕ ਹੈ, ਅਗਲਾ ਕੁਐਸਚਨ ਕਹਿੰਦਾ ਹਾਊ ਸੋਸ਼ਲ ਮੀਡੀਆ ਪਲੇਟਫਾਰਮ ਹੈਲਪਸ ਇਨ ਐਜੂਕੇਸ਼ਨ। ਐਜੂਕੇਸ਼ਨ ਦੇ ਵਿੱਚ ਸੋਸ਼ਲ ਮੀਡੀਆ ਕਿਵੇਂ ਹੈਲਪ ਕਰਦਾ। Facebook ਗਰੁੱਪ ਆਰ ਬੀਇੰਗ ਯੂਜ਼ਡ ਐਜ਼ ਵਰਚੁਅਲ ਸਟੱਡੀ ਗਰੁੱਪ ਵੇਅਰ ਲਰਨਿੰਗ ਮਟੀਰੀਅਲ ਆਰ ਸ਼ੇਅਰਡ ਐਂਡ ਡਿਸਕਸਡ ਬਾਈ ਦੀ ਸਟੂਡੈਂਟ ਐਂਡ ਟੀਚਰ। ਇਹ ਤਾਂ ਗੱਲ ਠੀਕ ਹੈ ਕਿ Facebook ਤੇ ਗਰੁੱਪ ਬਣ ਜਾਂਦੇ ਨੇ, ਆਪਾਂ ਕਿਸੇ ਪ੍ਰੋਪਰ ਪਰਟੀਕੂਲਰ ਸਬਜੈਕਟ ਦਾ ਗਰੁੱਪ ਬਣਾ ਲੈਂਦੇ ਹਾਂ ਜਿੱਥੇ ਵਰਚੁਅਲ ਸਟੱਡੀ ਆਪਾਂ ਕਰ ਸਕਦੇ ਹਾਂ, ਵਰਚੁਅਲ ਸਟੱਡੀ ਗਰੁੱਪ। ਇਹ ਗੱਲ ਠੀਕ ਹੈ। ਤਾਂ ਹੁਣ ਹਾਊ ਸੋਸ਼ਲ ਮੀਡੀਆ ਪਲੇਟਫਾਰਮ ਹੈਲਪਸ, ਇੱਥੇ ਹੈਲਪਸ ਆ ਗਿਆ ਨਾ, ਜੇ ਕਰੈਕਟ ਤੇ
ਇਨਕਰੈਕਟ ਲਿਖਿਆ ਹੁੰਦਾ ਉੱਥੇ ਵੀ ਆਪਾਂ ਚੱਕਰ ਜਿਹਾ ਲਾ ਲੈਂਦੇ ਹੈ ਨਾ, ਤਾਂ ਕਰਕੇ ਫਿਰ ਆਪਾਂ ਉਲਝਣਾ ਨਹੀਂ ਸੀ। ਅੱਗੇ ਕਹਿੰਦਾ WhatsApp ਗਰੁੱਪਸ ਆਰ ਬੀਇੰਗ ਯੂਜ਼ਡ ਫॉर ਪਲੈਨਿੰਗ ਐਂਡ ਕੋਆਰਡੀਨੇਟਿੰਗ ਕਲਾਸ ਲਰਨਿੰਗ। ਇਹ ਗੱਲ ਠੀਕ ਆ, ਜਿਵੇਂ ਆਪਾਂ ਡਿਸਕਸ ਕਰਦੇ ਹੁੰਦੇ ਆ ਕਲਾਸ ਨੂੰ ਕੋਆਰਡੀਨੇਟ ਕਰਨ ਦੇ ਲਈ ਸ਼ਡਿਊਲ ਪਾ ਦਿੰਦੇ ਆ ਵੀ ਇੰਨੇ ਵਜੇ ਕਲਾਸ ਲੱਗੂਗੀ, ਆਹ ਕਰਾਂਗੇ ਐਂ ਕਰਾਂਗੇ, ਇਹ ਹੈਲਪ ਕਰਦਾ। ਤਾਂ ਦੋਨੋਂ ਹੀ ਠੀਕ ਹੈ, ਸੀ ਆਂਸਰ ਹੈ। ਅਗਲਾ ਕੁਐਸਚਨ ਹੈਗਾ ਬੀਮਾ ਵਿਚ ਵਨ ਆਫ ਦੀ ਫੋਲੋਇੰਗ ਇਨਪੁਟ ਡਿਵਾਈਸ ਇਜ਼ ਇਨਕਨਵੀਨੀਅੰਟ ਐਂਡ ਅਨਸੂਟੇਬਲ ਫॉर GUI। ਪਹਿਲਾਂ ਤਾਂ GUI ਦੀ ਐਬਰੀਵੇਸ਼ਨ ਪੁੱਛ ਸਕਦਾ ਮਿੱਤਰੋ। GUI ਹੁੰਦਾ ਗ੍ਰਾਫਿਕਲ ਯੂਜ਼ਰ ਇੰਟਰਫੇਸ, ਤੇ ਇਹਦੇ ਨਾਲ ਲੱਗਦੀ CLI ਦੀ ਪੁੱਛ ਸਕਦਾ। ਪਹਿਲਾਂ ਆਪਾਂ ਦੇਖ ਲੈਂਦੇ ਹਾਂ, ਇਹ ਹੁੰਦਾ CLI, ਇਹ ਹੁੰਦਾ GUI। GUI ਦੇ ਵਿੱਚ ਜਿਹੜਾ ਅਸੀਂ ਲਿਖਣਾ ਕੁਛ ਨਹੀਂ, ਕੋਈ ਕੋਡਿੰਗ ਨਹੀਂ ਕਰਨੀ, ਅਸੀਂ ਸਾਹਮਣੇ ਜਿਹੜਾ ਕੁਝ ਦਿਖਦਾ ਉਹਦੇ ਤੇ ਕਲਿੱਕ ਕਰ ਦੇਣਾ। ਤੇ CLI ਕਮਾਂਡ ਲਾਈਨ ਇੰਟਰਫੇਸ, ਜਿਹਦੇ ਵਿੱਚ ਸਾਰਾ ਕੁਝ ਕਮਾਂਡਸ ਦੀ ਫਾਰਮ ਦੇ ਵਿੱਚ ਲਿਖਣਾ, ਟਾਈਪ ਕਰਨਾ ਪੈਂਦਾ। ਗੱਲ ਕਲੀਅਰ ਹੋਈ। GUI ਜਿਹੜਾ ਹੈ ਗ੍ਰਾਫਿਕਲ ਯੂਜ਼ਰ ਇੰਟਰਫੇਸ, ਇਹ ਸੌਖਾ ਹੈ, ਇਹ ਥੋੜਾ ਜਿਹਾ ਔਖਾ ਹੈ। ਸਪੀਡ CLI ਦੀ ਜ਼ਿਆਦਾ ਹੈ, ਸਪੀਡ ਹੈ, ਹਾਈ ਸਪੀਡ ਲਿਖ ਲਓ, ਤੇ GUI ਦੀ ਕੀ ਹੈ, ਲੋ ਸਪੀਡ। ਤੇ ਇਹ ਹੈਗਾ ਈਜ਼ੀ, ਇਹ ਥੋੜਾ ਜਿਹਾ ਹੈਗਾ ਡਿਫਿਕਲਟ। ਕਲੀਅਰ। ਸੋ ਇਹਦੇ ਪੁੱਛਿਆ ਕਿ ਸੀ, ਮੈਂ ਭੁੱਲ ਗਿਆ। ਕਹਿੰਦਾ ਕਿਹੜਾ ਡਿਵਾਈਸ ਹੈ ਕਿਹੜਾ ਅਨਸਟੇਬਲ ਔਰ ਇਨਕਨਵੀਨੀਅੰਟ ਹੈ, ਅਨਸੂਟੇਬਲ ਹੈ। ਕਹਿੰਦਾ ਮਾਊਸ, ਮਾਊਸ ਤਾਂ ਵਰਤਿਆ ਹੀ ਜਾਂਦਾ ਯਾਰ, ਮਾਊਸ ਤੋਂ ਬਿਨਾਂ GUI ਚੱਲ ਨਹੀਂ ਸਕਦਾ, ਇਹ ਠੀਕ ਹੈ। ਤੇ ਜੋਇਸਟਿਕ, ਜੋਇਸਟਿਕ ਵੀ ਆਪਣੇ ਕੋਲ ਇੱਕ ਇਹੋ ਜਿਹੀ ਸਟਿਕ ਜੀ ਹੁੰਦੀ ਹੈ, ਜੋਇਸਟਿਕ ਜਿਹੜੀ ਗੇਮਿੰਗ ਦੇ ਵਰਤੀ ਜਾਂਦੀ ਹੈ। ਟਰੈਕ ਬਾਲ, ਇਹ ਵੀ ਮਾਊਸ ਵਰਗੀ ਹੁੰਦੀ ਹੈ। ਕੀਬੋਰਡ, ਕੀਬੋਰਡ ਦਾ ਤਾਂ ਕੋਈ ਕੰਮ ਨਹੀਂ ਹੁੰਦਾ, ਕਿਉਂਕਿ ਕੀਬੋਰਡ ਵਰਤਿਆ ਜਾਊਗਾ GUI ਦੇ ਵਿੱਚ, ਸੌਰੀ CLI ਦੇ ਵਿੱਚ। ਸੋ ਫਿਰ ਆਨਸਰ D ਹੈ। ਕਲੀਅਰ। ਅਗਲਾ ਕੁਐਸਚਨ ਹੈ ਫਿਲ ਦੀ ਸਪੇਸ ਇਨ ਦਾ ਗਿਵਨ ਫਿਗਰ। ਕਹਿੰਦਾ ਇੱਥੇ ਭਰਨਾ, ਵਿਚਕਾਰ ਕੀ ਹੈ, ਮੈਮਰੀ ਯੂਨਿਟ ਹੈ, ਆਊਟਪੁੱਟ ਯੂਨਿਟ ਹੈ। ਤਾਂ ਮੈਮਰੀ ਕੋਲੇ ਆ ਗਿਆ, ਪ੍ਰੋਸੈਸਿੰਗ ਤੋਂ ਬਾਅਦ ਆਊਟਪੁੱਟ ਹੋਊ, ਤਾਂ ਡੇਟਾ ਆ ਗਿਆ, ਡੇਟਾ ਨੂੰ ਕੌਣ ਲਊਗਾ, ਇਨਪੁੱਟ ਯੂਨਿਟ। ਬੜਾ ਸੌਖਾ ਕੰਮ ਹੈ ਯਾਰ, ਇਨਪੁੱਟ ਯੂਨਿਟ ਇਹ ਆਨਸਰ ਹੈ। ਅਗਲਾ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਕਹਿੰਦਾ ਹੇਠ ਲਿਖਿਆ ਚੋ ਸਟੇਟਮੈਂਟ ਕਿਹੜੀ ਨਾਟ ਕਰੈਕਟ। ਦੇਖੋ ਇੱਥੇ ਮਿੱਤਰੋ ਸਿੱਲੀ ਮਿਸਟੇਕ ਹੋਣੀ ਹੋਣੀ ਹੈ ਤੁਹਾਡੀ, ਜੇ ਨਹੀਂ ਹੋਣੀ ਤਾਂ ਚਲੋ ਵਧੀਆ ਗੱਲ ਹੈ, ਮੈਂ ਤਾਂ ਨਹੀਂ ਕੋਈ ਕਹਿ ਰਿਹਾ ਵੀ ਤੁਹਾਡੀ ਹੋਣੀ ਹੈ, ਪਰ ਕਰਨੀ ਹੈ। ਆਪਾਂ ਕਿਉਂ ਕਰਾਂਗੇ, ਕਿਉਂਕਿ ਅਸੀਂ ਕਰਦੇ ਹਾਂ ਸਿੱਲੀ ਮਿਸਟੇਕ। ਅਸੀਂ ਇਸ ਲਈ ਨਹੀਂ ਹੋਣਾ, ਇਹਨੂੰ ਇਸ ਤਰ੍ਹਾਂ ਕਰਕੇ ਸਰਕਲ ਲਾ ਲਿਓ। ਜਦੋਂ ਆਪਾਂ ਪੜਾਂਗੇ ਉਦੋਂ ਬਾਅਦ ਭੁੱਲ ਜਾਂਦੇ ਹਾਂ ਵੀ ਸਾਨੂੰ ਨਾਟ ਕਰੈਕਟ ਪੁੱਛਿਆ ਕਿ ਇਨਕਰੈਕਟ ਪੁੱਛਿਆ ਕਿ ਕਰੈਕਟ ਪੁੱਛਿਆ, ਕਿਉਂਕਿ ਦੋਨੋਂ ਇੱਥੇ ਨਾਟ ਲੱਗਣ ਦੇ ਨਾਲ ਆਨਸਰ ਬਦਲ ਜਾਂਦਾ। ਤਾਂ ਜਿਵੇਂ ਪਹਿਲੀ ਆਪਸ਼ਨ ਹੈ ਕਾਲ ਰਾਊਟਿੰਗ ਜਾਂ ਕਾਲ ਰਾਊਟਿੰਗ ਇਜ਼ ਪੋਸੀਬਲ ਯੂਜ਼ਿੰਗ VoIP। VoIP ਤਾਂ ਮੈਂ ਬਹੁਤ ਵਾਰੀ ਦੱਸ ਚੁੱਕਿਆ, ਬਹੁਤ ਕੁਐਸਚਨ ਇਹਦੇ ਆਏ ਨੇ। ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ ਹੈ, ਜਿਹਦੇ ਦੁਆਰਾ ਅਸੀਂ ਇੰਟਰਨੈਟ ਦੁਆਰਾ ਵੌਇਸ ਕਾਲ ਕਰ ਸਕਦੇ ਹਾਂ, ਜਿਵੇਂ WhatsApp ਤੇ ਕਰਦੇ ਹਾਂ, ਹੈ ਨਾ। ਕਾਲ ਰਾਊਟਿੰਗ, ਰਾਊਟਿੰਗ ਹੁੰਦਾ ਰੂਟ ਦੇਣਾ, ਪਾਥ ਦੇਣਾ। ਤਾਂ ਪਹਿਲੇ ਦੇਖ ਲੈਣੇ ਚਲੋ। ਤਾਂ ਜਿਵੇਂ ਇਹ ਹੈੱਡ ਆਫਿਸ ਹੈ ਤੇ ਬ੍ਰਾਂਚ ਹੈ, ਤੇ ਇਹ VoIP ਗੇਟਵੇ ਹੈ। ਇੱਕ ਫੋਨ ਤੋਂ ਆਪਾਂ ਮੰਨ ਲਓ ਇਹ ਫੋਨ ਤੇ ਗੱਲ ਕਰਨੀ ਹੈ, ਵੌਇਸ ਕਰਨੀ ਹੈ, ਕਾਲ ਕਰਨੀ ਹੈ ਨਾ। ਤੇ ਇਹਦੇ ਵਿੱਚ ਰਸਤੇ ਦੇ ਵਿੱਚ VoIP ਗੇਟਵੇ ਆਜੂ, ਸਵਿਚ ਆਜੂ, ਰਾਊਟਰ ਆਜੂ, ਕਲਾਊਡ ਇੰਟਰਨੈਟ ਦਾ ਆਜੂ, ਇੰਟਰਨੈਟ ਕਲਾਊਡ ਆ ਜਾਊਗਾ, ਫਿਰ ਅੱਗੇ ਜਾ ਕੇ ਰਾਊਟਰ, ਸਵਿਚ ਤੇ ਫਿਰ VoIP ਗੇਟਵੇ, ਇਸ ਤਰ੍ਹਾਂ ਕਰਕੇ। ਤਾਂ ਰਾਊਟਿੰਗ ਦਾ ਮਤਲਬ ਕੀ ਹੁੰਦਾ ਹੈ, ਰਾਊਟਿੰਗ ਦਾ ਮਤਲਬ ਹੁੰਦਾ ਰੂਟ ਦੱਸਣਾ, ਰਸਤਾ ਦੱਸਣਾ। ਹੁਣ ਮੰਨ ਲਓ ਮੈਂ ਇੱਥੋਂ ਮੰਨ ਲਓ ਬਿਹਾਰ 'ਚ ਜਾਣਾ ਜਾਂ UP 'ਚ ਜਾਣਾ, ਤਾਂ ਮੈਨੂੰ ਰੂਟ ਤਾਂ ਪਤਾ ਹੀ ਹੋਣਾ ਚਾਹੀਦਾ, ਐਂ ਤਾਂ ਨਹੀਂ ਮੈਂ ਇੱਧਰ ਸਾਊਥ ਨੂੰ ਚੱਲ ਪਾ। ਤਾਂ ਰਾਊਟਿੰਗ ਦਾ ਮਤਲਬ ਇੱਕ ਤੋਂ ਜ਼ਿਆਦਾ ਰੂਟ ਪਤਾ ਹੋਣੇ ਚਾਹੀਦੇ ਨੇ। ਜਿਹੜੇ ਡਰਾਈਵਰ ਹੁੰਦੇ ਨੇ ਪਿੰਡਾਂ 'ਚ ਆਪਣੇ, ਮੋਸਟਲੀ ਜੀਪਾਂ ਜੂਪਾਂ ਦੇ, ਕਾਰਾਂ ਦੇ, ਹੈ ਨਾ, ਜਾਂ ਟੈਂਪੂ ਟਰੈਵਲਰ ਜਾਂਦਾ, ਉਹਨਾਂ ਨੂੰ ਬਹੁਤ ਰਸਤੇ ਪਤਾ ਹੁੰਦੇ ਨੇ। ਉਹ ਬੰਦੇ ਦੱਸਦੇ ਆ ਵੀ ਕਿੱਥੋਂ ਤੁਸੀਂ ਟੋਲ ਤੋਂ ਕਿਵੇਂ ਬਚ ਸਕਦੇ ਹੋ। ਕਈ ਵਾਰੀ ਕੋਈ ਰਸਤਾ ਖਰਾਬ ਆ ਗਿਆ, ਟ੍ਰੈਫਿਕ ਜ਼ਿਆਦਾ ਆ ਗਈ, ਕੱਢ ਕੇ ਹੋਰ ਪਾਸੇ ਦੀ ਲੈ ਜਾਂਦੇ ਨੇ ਨਾ। ਸੋ ਉਹ ਉਹਨਾਂ ਨੂੰ ਰੂਟ ਪਤਾ ਹੁੰਦਾ, ਤਾਂ ਉਹ ਰਾਊਟਿੰਗ ਕਰਦੇ ਨੇ। ਤਾਂ ਉਵੇਂ ਕੰਪਿਊਟਰ ਦੇ ਵਿੱਚ ਕੋਈ ਵੀ ਅਸੀਂ ਨੈਟਵਰਕ ਹੈ, ਜਿੱਥੇ ਵੀ ਡਾਟਾ ਟ੍ਰਾਂਸਫਰ ਹੋ ਰਿਹਾ ਤੇ ਰਾਊਟਿੰਗ ਹੋਊ। ਇਹ ਪੁੱਛ ਲਿਆ ਸੀ ਵੀ ਕਾਲ ਰਾਊਟਿੰਗ ਇਜ਼ ਪੋਸੀਬਲ ਯੂਜ਼ਿੰਗ VoIP। ਕਾਲ ਰਾਊਟਿੰਗ ਇਜ਼ ਪੋਸੀਬਲ ਯੂਜ਼ਿੰਗ ਵੀ, ਹਾਂ ਠੀਕ ਹੈ, ਬਟ ਉਹ ਆਪਾਂ ਨੂੰ ਕੀ ਪੁੱਛ ਰਿਹਾ, ਨਾਟ ਕਰੈਕਟ। ਤਾਂ ਇਹ ਆਨਸਰ ਨਹੀਂ ਹੈ ਆਪਣਾ। ਇਹ ਤਾਂ ਮਤਲਬ ਠੀਕ ਹੈ ਗੱਲ, ਉਹ ਨਾਟ ਕਰੈਕਟ ਪੁੱਛ ਰਿਹਾ, ਇਹ ਮਤਲਬ ਇਹ ਕਰੈਕਟ ਹੈ, ਇਹ ਆਨਸਰ ਨਹੀਂ ਆਪਣਾ। ਅਗਲਾ VoIP ਕੰਪਰੈਸਿਸ ਡਿਜੀਟਲ ਸਿਗਨਲ ਐਂਡ ਸੈਂਡ ਇਟ ਓਵਰ ਦੀ ਇੰਟਰਨੈਟ। ਇਹ ਵੀ ਗੱਲ ਠੀਕ ਹੈ ਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਸਾਰਾ ਜਿੱਥੋਂ ਕਾਲ ਹੈ ਉਹ ਮੋਡਮ ਦੁਆਰਾ ਜਾਂਦੀ ਹੈ, ਤੇ ਮੋਡਮ ਤੋਂ ਇੰਟਰਨੈਟ, ਤੇ ਇੰਟਰਨੈਟ ਤੋਂ ਜਿੱਥੇ ਭੇਜਣੀ ਹੈ ਉੱਥੇ। ਤਾਂ ਮੋਡਮ ਦਾ ਆਪਾਂ ਨੂੰ ਪਤਾ ਹੀ ਹੈ ਕੰਮ ਕੀ ਕਰਦਾ, ਮੋਡੂਲੇਸ਼ਨ, ਡੀਮੋਡੂਲੇਸ਼ਨ, ਡਿਜੀਟਲ ਸਿਗਨਲ ਨੂੰ ਕਨਵਰਟ ਕਰਨ ਦਾ ਟੈਲੀਫੋਨ ਲਾਈਨ ਦੇ ਵਿੱਚ ਐਨਾਲੌਗ ਦੇ ਵਿੱਚ, ਕੰਪਰੈਸ ਕਰ ਦਿੰਦਾ ਡੇਟਾ ਨੂੰ। ਤਾਂ ਗੱਲ ਕਲੀਅਰ ਹੋਊਗੀ। ਦੋਨੋਂ ਗੱਲਾਂ ਇਹ ਠੀਕ ਨੇ, ਬਟ ਉਹਨੇ ਕੀ ਪੁੱਛਿਆ, ਨਾਟ ਕਰੈਕਟ। ਤਾਂ ਅਸੀਂ ਕਿਹਾ ਵੀ ਨਾਈਦਰ ਵਨ ਤੇ ਨੋ ਟੂ, ਬਿਕੋਜ਼ ਬੋਥ ਆਰ ਕਰੈਕਟ। ਯੈਸ, ਹੈ ਨਾ, ਘੈਂਟ ਹੋ ਗਿਆ ਕੰਮ। ਅਗਲਾ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ SCSI।
SCSI पोर्ट होंदा एक, देख लेने SCSI किहड़ा पोर्ट होंदा है, स्मॉल कंप्यूटर सिस्टम इंटरफेस। SCSI पोर्ट होंदा स्मॉल कंप्यूटर सिस्टम इंटरफेस एंड इट इज ए oldest types of interface used attaching peripheral device। ਪੈਰੀਫਰਲ ਡਿਵਾਈਸ ਕਿਹੜੇ ਹੁੰਦੇ ਨੇ, ਇਨਪੁਟ ਆਊਟਪੁੱਟ ਡਿਵਾਈਸ, ਜਿਵੇਂ ਕੀਬੋਰਡ, ਪ੍ਰਿੰਟਰ ਵਗੈਰਾ ਲਗਾਉਣੇ ਆ, ਮਾਊਸ ਲਗਾਉਣੇ ਆ, ਹਾਰਡ ਡਿਸਕ ਲਗਾਉਣੇ ਆ, DVD ਲਗਾਉਣੇ ਆ, CD ਲਗਾਉਣੇ ਆ, SSD ਲਾਉਣੇ ਆ, ਸਾਰੇ ਪੈਰੀਫਰਲ ਡਿਵਾਈਸ ਹੁੰਦੇ ਨੇ ਟੂ ਕੰਪਿਊਟਰ। SCI used to increase the performance, deliver fast data transfer transmission and provide larger expansion for device such as CD-ROM, scanner, DVD। ਹਾਂ, ਇਹਨਾਂ ਲਈ ਐਕਸਟੈਂਸ਼ਨ ਪ੍ਰੋਵਾਈਡ ਕਰਦਾ, ਠੀਕ ਹੈ। ਜਿਵੇਂ ਇਹ ਆਪਾਂ ਕਹਿ ਦਈਏ ਇਹ ਇੰਟਰਫੇਸ ਹੈ, ਮਦਰਬੋਰਡ ਹੈ, ਮਦਰਬੋਰਡ ਦੇ ਨਾਲ ਹਾਰਡ ਡਿਸਕ ਵੀ ਲੱਗੀ ਹੋਊ, ਬੈਕਅਪ ਸਟੋਰ, CD DVD ਰਾਈਟਰ ਲੱਗਿਆ ਹੋਊ ਨਾ, ਬੱਸ ਇਹਨੂੰ ਬੱਸ ਬੋਲ ਦਿੰਦੇ ਆਪਾਂ। ਇੰਟਰਨਲ ਡਿਵਾਈਸ ਨੇ ਇਹ ਐਕਸਟਰਨਲ ਡਿਵਾਈਸ ਨੇ। SCSI ਇਹ ਇੱਕ ਤਾਰ ਹੋਊਗੀ ਕੰਪਿਊਟਰ ਦੇ ਵਿੱਚ, ਤਾਰ ਨੂੰ ਬੱਸ ਕਿਹਾ ਜਾਂਦਾ ਹੈ। ਸੋ ਇਹ ਬੱਸ ਹੋਊਗੀ ਜਿਹਦੇ ਨਾਲ ਆਪਾਂ ਸਾਰੇ ਡਿਵਾਈਸ ਲਗਾ ਸਕਦੇ ਹਾਂ। ਕਲੀਅਰ ਹੋਈ ਗੱਲ? ਤਾਂ ਇਹ ਹੁਣ ਆਪਸ਼ਨਾਂ ਪੜ੍ਹਦੇ ਹਾਂ। ਤਾਂ ਇਹ SCSI ਹੈ ਜਿਹੜਾ ਇਹ CD DVD ਆਪਾਂ ਇੱਥੋਂ ਦੇਖ ਹੀ ਲਿਆ, ਸਾਰੇ ਡਿਵਾਈਸ ਨੇ ਜਿਹੜੇ CD ਡਰਾਈਵ ਸਕੈਨਰ ਵਗੈਰਾ, ਹਾਰਡ ਡਿਸਕ ਵਗੈਰਾ, ਇਹ ਆਪਾਂ SCSI ਪੋਰਟ ਦੇ ਨਾਲ ਲਗਾ ਸਕਦੇ ਹਾਂ, ਠੀਕ ਹੈ। ਤੇ ਦੂਸਰਾ ਆਪਸ਼ਨ ਦੇ ਵਿੱਚ ਇਹੀ ਕਰਿਆ, ਇਟ ਇਜ਼ ਯੂਜ਼ ਟੂ ਕਨੈਕਟ ਹਾਰਡ ਡਿਸਕ, CD-ROM ਡਰਾਈਵ ਐਂਡ ਸਕੈਨਰ ਵਿਦ ਦੀ ਕੰਪਿਊਟਰ ਸਿਸਟਮ। ਇਹ ਬਿਲਕੁਲ ਠੀਕ ਹੈ। ਉਹਨੇ ਪੁੱਛਿਆ ਕਰੈਕਟ ਹੈ ਮਿੱਤਰੋ, ਆਹ ਭੁੱਲ ਗਏ ਸੀ ਆਪਾਂ, ਕਰੈਕਟ ਪੁੱਛਿਆ ਤਾਂ ਠੀਕ ਹੈ ਆਨਸਰ। ਤਾਂ ਓਨਲੀ 2 ਵੀ ਹੋ ਸਕਦਾ ਹੈ, ਆਹ ਨਹੀਂ ਹੋ ਸਕਦਾ ਕਿਉਂਕਿ 2 ਤਾਂ ਹੈਗਾ ਹੀ ਹੈ, ਇਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ 2 ਠੀਕ ਹੈ, ਤਾਂ ਫਿਰ ਆਨਸਰ 2 ਹੀ ਬਚੇ, ਓਨਲੀ 2 ਜਾਂ B ਜਾਂ D। ਤਾਂ ਆਪਾਂ ਪਹਿਲਾਂ ਦੇਖ ਲੈਂਦੇ ਹਾਂ, ਇਟ ਅਲਾਉਜ਼ ਡੇਟਾ ਟੂ ਟਰਾਂਸਮਿਟ ਇਨ ਏ ਡੇਜ਼ੀ ਚੇਨ ਅਪ ਟੂ 7 ਡਿਵਾਈਸਿਸ। ਤਾਂ ਇਹ ਗੱਲ ਯਾਦ ਰੱਖਣੀ ਹੈ, ਡੇਜ਼ੀ ਚੇਨ ਦੱਸ ਦੇਣਾ ਮੈਂ। ਡੇਜ਼ੀ ਚੇਨ ਦਾ ਮਤਲਬ ਹੁੰਦਾ ਹੈ ਇਹ ਮਦਰਬੋਰਡ ਹੈ, ਮਦਰਬੋਰਡ ਤੋਂ ਪਹਿਲੀ ਹਾਰਡ ਡਿਸਕ ਦੇ ਵਿੱਚ ਤਾਰ ਲਾਈ ਤੇ ਦੂਜੀ ਹਾਰਡ ਡਿਸਕ ਦੇ ਵਿੱਚ ਡਾਇਰੈਕਟ ਤਾਰ ਲਾਉਣ ਦੀ ਲੋੜ ਨਹੀਂ, ਪਹਿਲੀ ਚੋਂ ਹੀ ਕੱਢ ਕੇ ਦੂਜੀ ਚਲਾਤੀ, ਤੀਜੀ ਦੇ ਵਿੱਚ ਵੀ ਇੱਥੇ ਚੋਂ ਇਹਦੇ ਚੱਲ ਪਈ, ਚੌਥੀ ਦੇ ਵਿੱਚ ਵੀ ਇੱਥੋਂ ਇਹਦੇ 'ਚ ਹੀ ਲਾਤੀ, ਪੰਜਵੀਂ ਦੇ ਵਿੱਚ ਵੀ ਇੱਥੋਂ ਇਹਦੇ 'ਚੋਂ ਹੀ ਲਾਤੀ, ਛੇਵੀਂ ਦੇ ਵਿੱਚ ਵੀ ਇੱਥੋਂ ਇਹਦੇ 'ਚ ਹੀ ਲਾਤੀ, ਤੇ ਸੱਤਵੀਂ ਦੇ ਵਿੱਚੋਂ ਵੀ ਇੱਥੋਂ ਇਹਦੇ 'ਚ ਹੀ ਲਾਤੀ। ਇਹੀ ਗੱਲ ਕਹਿ ਰਿਹਾ ਉਹ, ਕਹਿੰਦਾ ਵੀ ਇਟ ਅਲਾਉਜ਼ ਡੇਟਾ ਟੂ ਟਰਾਂਸਮਿਟਡ ਇਨ ਏ ਡੇਜ਼ੀ ਚੇਨ ਅਪ ਟੂ 7 ਡਿਵਾਈਸ। ਡੇਜ਼ੀ ਚੇਨ ਦਾ ਮਤਲਬ ਹੁੰਦਾ ਕਿ ਇੱਕ ਦੇ ਨਾਲ ਲਾਤੀ, ਉਸ ਦੇ ਵਿੱਚੋਂ ਅਗਲੀ 'ਚ ਅਗਲੀ 'ਚ ਅਗਲੀ 'ਚ। ਡੇਜ਼ੀ ਚੇਨ ਫੈਸ਼ਨ ਹੁੰਦਾ, ਫੈਸ਼ਨ ਕਹਿ ਲਓ ਚਾਹੇ ਟ੍ਰੈਂਡ, ਟੈਕਨੋਲੋਜੀ ਹੈ। ਸੋ ਇਸ ਦੇ ਨਾਲ ਕਹਿੰਦਾ ਇਹ ਪੋਰਟ ਕਹਿੰਦਾ ਸਪੋਰਟ ਕਰਦਾ, ਬਿਲਕੁਲ ਸਪੋਰਟ ਕਰਦਾ, ਠੀਕ ਹੈ। ਸੋ ਇਹ ਜੇ ਆਪਾਂ ਗੱਲ ਕਰੀਏ ਜਿਹੜਾ ਮਾਡਰਨ SSC ਹੈ ਉਹ 16 ਡਿਵਾਈਸਿਸ ਨੂੰ ਸਪੋਰਟ ਕਰਦਾ, ਵੀ 16 ਦੇ ਗਾਹਾਂ ਦੀ ਗਾਹਾਂ ਤੁਸੀਂ ਲਾ ਸਕਦੇ ਹੋ। ਬਟ ਜਿਹੜਾ ਓਲਡਰ ਸੀ ਉਹ 8 ਨੂੰ ਸਪੋਰਟ ਕਰਦਾ ਜੀ, ਬਟ ਆਪਣੀ ਕੇਸ ਦੇ ਵਿੱਚ 7 ਕਹਿ ਰਿਹਾ। ਇਹ ਵੀ ਗੱਲ ਕੀ ਹੋ ਗਈ, ਠੀਕ ਹੋ ਗਈ। ਇਹਦਾ ਮਤਲਬ ਦੋਨੋਂ ਹੀ ਠੀਕ ਹੋ ਗਏ ਹਨ। ਕਲੀਅਰ ਹੋਈ ਗੱਲ? ਸੋ ਇਹਦੇ ਨਾਲ ਲੱਗਦੇ 1-2 ਪੋਰਟ ਹੋਰ ਦੱਸਣਾ। ਸਾਟਾ ਤੇ ਪਾਟਾ 2 ਪੋਰਟ ਹੁੰਦੇ ਨੇ। ਸਾਟਾ ਹੁੰਦਾ ਸੀਰੀਅਲ ਤੇ ਪਾਟਾ ਹੁੰਦਾ ਪੈਰਲਲ। ਦੇਖੋ ਹਾਰਡ ਡਿਸਕ ਨੂੰ ਕਨੈਕਟ ਕਰਨ ਦੇ ਲਈ ਸਾਟਾ ਐਂਡ ਪਾਟਾ 2 ਬਿਜ਼ਨਸ ਇੰਟਰਫੇਸ ਯੂਜ਼ ਟੂ ਕਨੈਕਟ ਸੈਕੰਡਰੀ ਸਟੋਰੇਜ ਡਿਵਾਈਸ ਲਾਈਕ ਹਾਰਡ ਡਿਸਕ, ਆਪਟੀਕਲ ਡਰਾਈਵਸ। ਉਹ ਸਾਟਾ ਐਂਡ ਪਾਟਾ ਆਰ ਪਾਰਟ ਆਫ ਕੰਪਿਊਟਰ। ਦੇਖੋ ਇੱਥੇ ਆਪਾਂ ਨੂੰ ਪਤਾ ਨਾ ਕੇਬਲ ਲੱਗ ਜਾਂਦੀ ਹੈ, ਇਹਨੂੰ ਕੇਬਲ ਨੂੰ ਲਾ ਕੇ ਇੱਥੇ ਬਣੇ ਹੁੰਦੇ ਨੇ ਮਦਰਬੋਰਡ। ਜੇ ਕਿਸੇ ਨੇ ਖੋਲ ਕੇ ਦੇਖਿਆ ਹੋਵੇ ਤਾਂ ਇਹ ਮਦਰਬੋਰਡ ਤੇ ਇਹ ਕੇਬਲ ਜੀ ਲਾ ਕੇ ਆਪਾਂ ਅਟੈਚ ਕਰ ਲੈਂਦੇ ਹਾਂ। ਹੁਣ ਇਹ ਕੇਬਲ ਦਾ ਵੀ ਬਹੁਤ ਰੋਲ ਹੁੰਦਾ ਸਾਟਾ ਤੇ ਪਾਟਾ ਦਾ, ਠੀਕ ਹੈ। ਪਾਟਾ ਐਕਰੋਨਮ ਹੁੰਦੀ ਹੈ ਪੈਰਲਲ ਐਡਵਾਂਸ ਟੈਕਨੋਲੋਜੀ ਅਟੈਚਮੈਂਟ, ਤੇ ਸਾਟਾ ਹੁੰਦੀ ਹੈ ਸੀਰੀਅਲ ਐਡਵਾਂਸ ਟੈਕਨੋਲੋਜੀ ਅਟੈਚਮੈਂਟ। ਇੱਕ ਤਾਂ ਮਿੱਤਰੋ ਇਹਨਾਂ ਦੀਆਂ ਐਬਰੀਵੇਸ਼ਨਾਂ ਯਾਦ ਕਰ ਲਿਓ। ਇੱਕ ਇਹ ਯਾਦ ਕਰ ਲਿਓ, ਪਾਟਾ ਓਲਡ ਟੈਕਨੋਲੋਜੀ ਹੈ, ਸਾਟਾ ਨਿਊ ਟੈਕਨੋਲੋਜੀ ਹੈ। ਇਹ 40 ਪਿੰਨਾਂ ਹੁੰਦੀਆਂ ਨੇ ਇਹਦੇ 'ਚ। ਜਿਵੇਂ ਆਹ ਦੇਖੋ, ਆਹ 40 ਪਿੰਨਾਂ ਵਾਲੀ ਹੈ, ਘੱਟ ਪਿੰਨਾਂ ਵਾਲੀ ਹੈ, 14 ਕੁ ਪਿੰਨਾਂ ਵਾਲੀ, ਉਹਨਾਂ ਦਾ 7 ਪਿੰਨਾਂ ਵਾਲੀ, ਠੀਕ ਹੈ। 7 ਪਿੰਨਾਂ ਵਾਲੀ ਤੇ 40 ਪਿੰਨਾਂ ਵਾਲੀ। ਸਾਟਾ ਜਿਹੜੀ ਹੈ ਸੀਰੀਅਲ ਹੈ 7 ਪਿੰਨਾਂ ਵਾਲੀ, ਸੀਰੀਅਲ 7, ਐਸ ਤੇ ਸਾਟਾ, ਐਸ ਤੇ ਸੀਰੀਅਲ ਤੇ ਐਸ ਤੇ 7। ਪੀ ਤੇ ਪਾਟਾ, ਪੀ ਤੇ 40 ਤਾਂ ਨਹੀਂ ਬਣਦਾ, ਠੀਕ ਹੈ। ਇਹ ਮੋਰ ਕੋਸਟ ਇਫੈਕਟਿਵ ਹੈ, ਪਾਵਰ ਜ਼ਿਆਦਾ ਕੰਜ਼ਿਊਮ ਕਰਦੀ ਹੈ, ਘੱਟ ਪਾਵਰ ਲੈਂਦੀ ਹੈ। ਬਾਕੀ ਤੁਸੀਂ ਪੜ੍ਹ ਲਿਓ, ਚਲੋ ਸਕਰੀਨਸ਼ਾਟ ਲੈ ਲਿਓ, ਠੀਕ ਹੈ। ਬਾਕੀ ਤਾਂ ਮੈਨੂੰ ਲੱਗਦਾ ਨਹੀਂ ਕੋਈ ਬਾਹਲਾ, ਫਿਰ ਵੀ ਮੈਂ ਦਿੱਤੀ ਹੋਈ ਹੈ ਥਿਊਰੀ, ਤੁਸੀਂ ਪੜ੍ਹਨਾ ਹੈ ਪੜ੍ਹ ਸਕਦੇ ਹੋ। ਅਗਲਾ ਕੁਐਸਚਨ ਆ ਗਿਆ ਜੀ, ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਦੀ ਏਸਿਮੈਟ੍ਰਿਕ ਇਨਕ੍ਰਿਪਸ਼ਨ ਸਿਸਟਮ। ਇਹ ਆਪਾਂ ਬਹੁਤ ਕਰ ਚੁੱਕੇ ਹਾਂ, ਮੈਨੂੰ ਲੱਗਦਾ ਇਹਦੇ ਬਹੁਤ ਕੁਐਸਚਨ ਆਏ ਹੋਏ ਨੇ। ਵਧੀਆ ਕੁਐਸਚਨ ਨੇ ਨਾ, ਤੁਸੀਂ ਥਿਊਰੀ ਜੇ ਚੰਗੀ ਤਰ੍ਹਾਂ ਪੜ੍ਹੀ ਹੋਊ ਤਾਂ ਤੁਸੀਂ ਆਪ ਵੀਡੀਓ ਨੂੰ ਪਾਉਜ਼ ਕਰਕੇ ਤਾਂ ਆਨਸਰ ਮੈਚ ਕਰਕੇ ਦੇਖੋ ਕੀ ਤੁਹਾਡਾ ਮੈਚ ਕਰਦਾ। ਤਾਂ ਇਹਦਾ ਜਿਵੇਂ ਹੈ
वन एल्गोरिथम इज यूज्ड फॉर इनक्रिप्शन एंड डिक्रिप्शन विद द पेयर ऑफ की, वन फॉर इनक्रिप्शन एंड वन फॉर डिक्रिप्शन। पहला तो मित्रों आ गल करनी है विच इज करैक्ट, करैक्ट पूछ रहे ऐ कर लो, कहंदा एक एल्गोरिथम यूज्ड हुंदा इनक्रिप्शन ते डिक्रिप्शन वास्ते विद ए पेयर ऑफ की। पेयर ऑफ की का मतलब दो चाबियां ने, एक कहना इनक्रिप्शन वास्ते एक डिक्रिप्शन वास्ते। काहदे विच? एसिमेट्रिक दे विच। तां आपां नूं पता ही है भी सिमेट्रिक आपां पढ़िया सी, उहदे विच मतलब सेम की मतलब इक्को ही की, एसिमेट्रिक दे विच अलग अलग, ए तो एसिमेट्रिक ए तो अलग अलग। तां यह पहली गल बिल्कुल ठीक है। दूजी गल द सेंडर एंड रिसीवर मस्ट हैव वन ऑफ द मैच्ड पेयर ऑफ की, नॉट सेम की। सेम नहीं होनी चाहिए, मैच तो करनी चाहिए है ना, ਜਿਹੜੀ ਦੇ ਨਾਲ ਉਹਨੇ ਇਨਕ੍ਰਿਪਟ ਕੀਤਾ ਉਸੇ ਦੇ ਨਾਲ ਮਿਲਦੀ ਜੁਲਦੀ ਕੀ ਨਾਲ ਡੀਕ੍ਰਿਪਟ ਹੋਵੇ। ਜੇ ਨਾਲ ਹੀ ਨਾ ਮੈਚ ਕਰੇ ਤਾਂ ਬੰਦਾ ਹੋਰ ਹੀ ਕੁਝ ਕਰ ਲਿਆ ਉਹਦੇ ਹਿਸਾਬ ਨਾਲ ਕੰਮ। ਤਾਂ ਦੋਨੋਂ ਹੀ ਗੱਲਾਂ ਠੀਕ ਨੇ। ਫਿਰ ਵੀ ਦੱਸ ਦੇਣਾ ਇਨਕ੍ਰਿਪਸ਼ਨ ਕੀ ਹੁੰਦੀ ਹੈ, ਬਹੁਤ ਵਾਰੀ ਦੱਸਿਆ। ਪਲੇਨ ਟੈਕਸਟ ਦੇ ਨਾਲ ਚਾਬੀ ਲਾ ਦਈਏ ਤਾਂ ਇਨਕ੍ਰਿਪਟਡ ਟੈਕਸਟ ਬਣ ਜਾਂਦਾ ਹੈ। ਰਿਸੀਵਰ ਸਾਈਡ ਤੇ ਰਿਸੀਵਰ ਕੋਲ ਚਾਬੀ ਹੁੰਦੀ ਆ, ਉਹ ਕਰ ਲੈਂਦਾ ਡੀਕ੍ਰਿਪਟ। ਤਾਂ ਸਿਮੈਟ੍ਰਿਕ ਦੇ ਵਿੱਚ ਸੇਮ ਕੀ ਹੁੰਦੀ ਹੈ, ਇਹਨੂੰ ਸੀਕ੍ਰੇਟ ਕੀ ਵੀ ਬੋਲਦੇ ਆ। ਸਿਮੈਟ੍ਰਿਕ ਇਨਕ੍ਰਿਪਸ਼ਨ, ਇਹਨੂੰ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਜਾਂ ਸੀਕ੍ਰੇਟ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ ਹੈ। ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਵਾਸਤੇ ਸੇਮ ਚਾਬੀ ਵਰਤੀ ਜਾਂਦੀ ਹੈ। ਇਹਦੀ ਡਰਾਬੈਕ ਕੀ ਸੀ, ਕਿਉਂਕਿ ਚਾਬੀ ਵੀ ਸਾਨੂੰ ਸ਼ੇਅਰ ਕਰਨੀ ਪੈਂਦੀ ਹੈ, ਤਾਂ ਕਰਕੇ ਕਹਿੰਦੇ ਹੁੰਦੇ ਨੇ ਵੀ ਕਹਿੰਦੇ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ, ਜੇ ਕਿਸੇ ਨੇ ਕਮਿਊਨੀਕੇਸ਼ਨ ਨੂੰ ਹੈਕ ਕਰ ਲਿਆ ਤਾਂ ਵਿੱਚੇ ਚਾਬੀ ਪਈ ਤਾਂ ਕੋਈ ਨਜ਼ਾਰਾ ਆ ਗਿਆ। ਤਾਂ ਏਸਿਮੈਟ੍ਰਿਕ ਵਰਤਦੇ ਆਪਾਂ, ਦੋ ਚਾਬੀਆਂ ਨੇ, ਡਿਫਰੈਂਟ ਕੀ ਨੇ। ਪਬਲਿਕ ਕੀ ਦੇ ਨਾਲ, ਪਬਲਿਕ ਕੀ ਮੈਂ ਆਪਦੀ ਵੈਬਸਾਈਟ ਤੇ ਪਾਊਂਗਾ, ਕੋਈ ਵੀ ਬੰਦਾ ਮੇਰੀ ਵੈਬਸਾਈਟ ਤੋਂ ਚੱਕ ਕੇ ਮੈਨੂੰ ਇਨਕ੍ਰਿਪਟ ਕਰਕੇ ਭੇਜ ਸਕਦਾ। ਪ੍ਰਾਈਵੇਟ ਕੀ ਜਾਂ ਸੀਕ੍ਰੇਟ ਕੀ ਮੈਂ ਆਪਦੇ ਕੋਲੇ ਰੱਖੂੰਗਾ, ਤਾਂ ਉਸੇ ਨਾਲ ਹੀ ਕੀ ਹੋਊਗਾ, ਡੀਕ੍ਰਿਪਟ ਹੋਊਗਾ। ਤਾਂ ਇਹਨਾਂ ਦੋਨਾਂ ਦੇ ਵਿੱਚ ਰਿਲੇਸ਼ਨ ਹੋਊਗਾ। ਇਹਦਾ ਇਨਕ੍ਰਿਪਟ ਕੀਤਾ ਹੋਇਆ ਮੈਸੇਜ ਇਹੀ ਡੀਕ੍ਰਿਪਟ ਕਰ ਸਕਦੀ ਹੈ, ਦੁਨੀਆ ਦੀ ਹੋਰ ਕੋਈ ਵੀ ਕੀ ਡੀਕ੍ਰਿਪਟ ਨਹੀਂ ਕਰ ਸਕਦੀ। ਠੀਕ ਹੈ, ਤਾਂ ਇਸ ਨੂੰ ਪਬਲਿਕ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ। ਇਹੀ ਆਪਣੇ ਕੋਲੇ ਕੁਐਸਚਨ ਸੀਗਾ, ਤਾਂ ਦੋਨੋਂ ਹੀ ਠੀਕ ਨੇ ਗੱਲਾਂ। ਕਲੀਅਰ। ਅਗਲਾ ਕੁਐਸਚਨ ਹੈਗਾ ਇਨ MS PowerPoint 2019 ਵਿਚ ਆਫ ਦੀ ਫੋਲੋਇੰਗ ਪੇਅਰਸ ਆਫ ਫੰਕਸ਼ਨ ਟੈਬ ਇਜ਼ ਕਰੈਕਟ। ਕਹਿੰਦਾ ਹੇਠ ਲਿਖਿਆ ਚੋਂ ਕਿਹੜੇ ਪੇਅਰ ਠੀਕ ਨੇ, ਤਾਂ ਇਹ ਤਾਂ ਆਪਾਂ ਨੂੰ ਉਹੀ ਦੇਖਣਾ ਪੈਣਾ। ਕਹਿੰਦਾ ਰੂਲਰ ਕਾਹਦੇ ਚ ਹੁੰਦਾ, ਵਿਊ ਚ ਹੁੰਦਾ ਹੈ। ਰੂਲਰ ਆ ਪਿਆ, ਬਟ ਉਹ ਕੱਲ ਚ ਕਹਿ ਰਿਹਾ ਹੋਮ ਚ। ਇਹਦਾ ਮਤਲਬ ਪਹਿਲਾ ਗਲਤ ਹੈ। ਓਨਲੀ 1 ਤਾਂ ਨਹੀਂ ਹੋ ਸਕਦਾ, ਬੋਥ 1 ਐਂਡ 2 ਨਹੀਂ ਹੋ ਸਕਦਾ, ਨਾਈਦਰ 1 ਐਂਡ 2 ਨਹੀਂ ਹੋ ਸਕਦਾ। ਆਨਸਰ ਸਿੱਧਾ ਸੀ ਹੈ ਹਨਾ। ਪਰ ਆਪਾਂ ਦੇਖ ਲੈਂਦੇ ਹਾਂ ਸਪੈਲਿੰਗ ਕਾਹਦੇ ਚ ਹੁੰਦੇ ਨੇ, ਰਿਵਿਊ ਦੇ ਵਿੱਚ ਸਪੈਲਿੰਗ। ਕਲੀਅਰ। ਤਾਂ ਬਸ ਕਈ ਵਾਰੀ ਲੌਜਿਕ ਵੀ ਲਾ ਸਕਦੇ, ਦੇਖੋ ਬੜਾ ਵਧੀਆ ਲੱਗ ਗਿਆ ਸੀ ਵੀ ਨਾਈਦਰ 1 ਐਂਡ 2 ਨਹੀਂ ਹੋ ਸਕਦਾ, ਓਨਲੀ 1 ਨਹੀਂ ਹੋ ਸਕਦਾ, ਬੋਥ ਨਹੀਂ ਹੋ ਸਕਦਾ ਨਾ। ਐਵੇਂ ਸਮਾਰਟ ਕੰਮ ਵੀ ਕਰਨਾ, ਕਿਉਂਕਿ ਸਮਾਂ ਬਚਾਉਣਾ। ਹੋਰ ਵੀ ਕੰਮ ਬਥੇਰਾ, ਮੈਥ ਮੂਥ ਦੇ ਵਿੱਚ ਵੀ ਥੋੜਾ ਟਾਈਮ ਲੱਗੂਗਾ ਹਨਾ। ਕਲੀਅਰ। ਸੀ ਆਨਸਰ। ਫਿਰ ਅਗਲਾ ਕੁਐਸਚਨ ਹੈਗਾ ਵੀ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਸਕਾਈਪ ਯੂਜ਼ VoIP ਫॉर ਕਨੈਕਟਿੰਗ ਵੌਇਸ ਕਾਲ। ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਸਕਾਈਪ ਦੇ ਵਿੱਚ ਆਪਾਂ ਵੀਡੀਓ ਕਾਲ ਕਰਦੇ ਹਾਂ, ਆਡੀਓ ਕਾਲ ਵੀ ਕਰਦੇ ਹਾਂ। ਜਿੰਨੀਆਂ ਵੀ ਇੰਟਰਨੈਟ ਦੁਆਰਾ ਕਾਲਿੰਗ ਹੁੰਦੀ ਹੈ ਉਹਦੇ ਵਿੱਚ VoIP ਯੂਜ਼ ਹੁੰਦਾ ਹੀ ਹੁੰਦਾ। ਤਾਂ ਆਪ ਭੁੱਲ ਗਏ ਸੀ, ਫਿਰ ਐਂ ਕਰਨਾ, ਭੁੱਲਣਾ ਨਹੀਂ ਹੈਗਾ। ਇਹ ਕਰੈਕਟ ਤਾਂ ਪਹਿਲਾਂ ਠੀਕ ਹੈ, ਤਾਂ ਪਹਿਲਾਂ ਠੀਕ ਹੈ। ਓਨਲੀ 2 ਨਹੀਂ ਹੋ ਸਕਦਾ, ਨਾਈਦਰ 1 ਐਂਡ ਨੋ 2 ਨਹੀਂ ਹੋ ਸਕਦਾ, ਓਨਲੀ 1 ਹੋ ਸਕਦਾ। ਦੇਖੋ ਵੀ ਹੋ ਸਕਦਾ ਦੂਜਾ ਗਲਤ ਹੋਵੇ, ਇਹਨਾਂ ਦੋਨਾਂ 'ਚ ਕੋਈ ਵੀ ਹੋ ਸਕਦਾ। VoIP ਡਜ਼ ਨਾਟ ਕਨਵਰਟ ਡਿਜੀਟਲ ਡੇਟਾ ਟੂ ਵੌਇਸ ਡੇਟਾ। ਤਾਂ ਆਪਾਂ ਗੱਲ ਕਰ ਚੁੱਕੇ ਹਾਂ ਯਾਰ, ਮੋਡਮ ਲੱਗਿਆ ਹੁੰਦਾ। ਆ ਦੇਖੋ ਮੋਡਮ ਲੱਗਿਆ ਹੁੰਦਾ। ਮੋਡਮ ਕੀ ਕਰਦਾ, ਡਿਜੀਟਲ ਨੂੰ ਐਨਾਲੌਗ 'ਚ ਕਨਵਰਟ ਕਰਦਾ, ਕਨਵਰਟ ਕਰਕੇ ਹੈ ਨਾ। ਤਾਂ ਫਿਰ ਇਹ ਗੱਲ ਗਲਤ ਹੋ ਗਈ। ਤਾਂ ਆਪਾਂ ਨੂੰ ਕਹਿ ਕੀ ਰਿਹਾ ਸੀ, ਕਹਿੰਦਾ VoIP ਡਜ਼ ਨਾਟ ਕਨਵਰਟ ਦੀ ਡਿਜੀਟਲ ਡੇਟਾ ਟੂ ਵੌਇਸ ਡੇਟਾ। ਨਾ, ਇਹ ਨਹੀਂ ਹੈ, ਇਹ ਕਰਦਾ ਹੈ। ਇਹਦਾ ਮਤਲਬ ਇਹ ਠੀਕ ਨਹੀਂ ਹੈ, ਤਾਂ ਓਨਲੀ 1 ਠੀਕ ਹੈ। ਕਲੀਅਰ। ਅਗਲਾ ਕੁਐਸਚਨ ਆ ਗਿਆ ਇਨ ਏ ਕੰਪਿਊਟਰ ਸਿਸਟਮ ਡੈਸ਼ ਇਜ਼ ਏ ਬਫਰ ਬਿਟਵੀਨ ਦੀ CPU ਐਂਡ ਮੇਨ ਮੈਮਰੀ ਆਫ ਕੰਪਿਊਟਰ। ਕਹਿੰਦਾ ਮੇਨ ਮੈਮਰੀ ਤੇ CPU ਦੇ ਵਿੱਚ ਬਫਰ ਦਾ ਕੀ ਐਜ਼ ਏ ਐਕਟ ਕਰਦਾ। ਇਹ ਵੀ ਆਪਾਂ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ। ਇਹ ਤਾਂ ਬਾਕੀ ਦੀਆਂ ਸ਼ਿਫਟ ਦੇ ਵਿੱਚ ਵੀ ਰਜਿਸਟਰਾਂ ਬਾਰੇ ਪੁੱਛਿਆ ਗਿਆ ਉਹਨਾਂ ਦੇ ਫੰਕਸ਼ਨ। ਮੈਮਰੀ ਐਂਡ ਡੇਟਾ ਰਜਿਸਟਰ, ਮੈਮਰੀ ਡੇਟਾ ਰਜਿਸਟਰ ਬੋਲਦੇ ਆ ਜਾਂ ਮੈਮਰੀ ਬਫਰ ਰਜਿਸਟਰ। ਤਾਂ ਇਹ ਐਜ਼ ਏ ਬਫਰ ਕਰਦਾ, ਐਜ਼ ਏ ਇੰਟਰਮੀਡੀਏਟ ਐਕਸੈਸ ਸਟੋਰੇਜ ਦੇ ਲਈ। ਇਹ ਇਟ ਐਕਟਸ ਐਜ਼ ਏ ਬਫਰ ਬਿਟਵੀਨ, ਜਿਹੜਾ ਪੁੱਛ ਰਿਹਾ ਬਿਟਵੀਨ CPU ਐਂਡ ਮੇਨ ਮੈਮਰੀ। ਕਲੀਅਰ। ਤਾਂ ਫਿਰ ਇਹਦਾ ਆਨਸਰ B ਹੋਊਗਾ ਮੈਮਰੀ ਡੇਟਾ ਰਜਿਸਟਰ। ਮੈਮਰੀ ਡੇਟਾ ਰਜਿਸਟਰ, ਬਫਰ ਰਜਿਸਟਰ। ਇਹ ਮੈਂ ਬਹੁਤ ਵਾਰੀ ਦੱਸ ਚੁੱਕਿਆ। ਕੀ ਹੋ ਗਿਆ, ਮੈਮਰੀ ਐਡਰੈਸ ਰਜਿਸਟਰ ਹੈ ਜਿਹੜਾ ਇਹ ਹੋਲਡ ਕਰਦਾ ਐਡਰੈਸ ਉਹਦਾ ਮੈਮਰੀ। ਕਮਿਊਲੇਟਰ ਬਹੁਤ ਇੰਪੋਰਟੈਂਟ ਹੈ। ਆਹ ਦੇਖੋ ਸਾਰੇ ਇੰਪੋਰਟੈਂਟ ਮੈਂ ਮਾਰਕ ਕਰ ਦੇਣਾ। ਕਮਿਊਲੇਟਰ ਹੈ ਜਿਹੜਾ ਪ੍ਰੋਸੈਸ ਰਜਿਸਟਰ ਹੈ, ਇੱਥੇ ਵੀ ਲਿਖਿਆ ਹੋਇਆ ਕਮਿਊਲੇਟਰ। ਸਟੋਰ ਦੀ ਰਜਿਸਟਰ ਫॉर ਸ਼ਾਰਟ ਟਰਮਸ।
ਇੰਟਰਮੀਡੀਏਟ ਸਟੋਰੇਜ, ਅਰਥਮੈਟਿਕ ਐਂਡ ਲੌਜਿਕ, ਹੈ ਨਾ, ਡੇਟਾ ਦੇ ਲਈ CPU ਦੇ ਵਿੱਚ ਜਿੰਨੀਆਂ ਵੀ ਪ੍ਰੋਸੈਸਿੰਗ ਹੁੰਦੇ ਨੇ, ਕੰਮ ਹੁੰਦੇ ਨੇ, ਜੋੜ ਘਟਾਓ ਦੇ ਸਾਰੇ ਕਮਿਊਲੇਟਰ ਦੇ ਵਿੱਚ ਹੁੰਦੇ ਨੇ। ਵੈਸੇ ਤਾਂ ਆਪਾਂ ALU ਦੇ ਵਿੱਚ ਕਹਿੰਦੇ ਆ, ਪਰ ਇਹ ਰਜਿਸਟਰਾਂ ਦੇ ਦੁਆਰਾ ਹੀ ਕੰਮ ਹੁੰਦੇ ਨੇ। ਤੇ ਫਿਰ ਪ੍ਰੋਗਰਾਮ ਕਾਊਂਟਰ, ਇਹਦੇ ਕੁਐਸਚਨ ਆਇਆ, ਬਹੁਤ ਇੰਪੋਰਟੈਂਟ ਹੈ ਬਈ। ਹੋਲਡ ਦੀ ਐਡਰੈਸ ਆਫ ਦੀ ਨੈਕਸਟ ਇੰਸਟਰਕਸ਼ਨ, ਕਲੀਅਰ, ਇਹਨੇ ਯਾਦ ਕਰ ਲਿਓ। ਸੋ ਦਾ B ਆਂਸਰ ਹੈ। ਅਗਲਾ ਕੁਐਸਚਨ ਹੈਗਾ ਆ, ਰੈਕ ਇਜ਼ ਵਨ ਆਫ ਦੀ ਕਲਾਸੀਫਿਕੇਸ਼ਨ ਆਫ ਯੂਜ਼ਨੈਟ ਨਿਊਜ਼ ਗਰੁੱਪ। ਇੱਥੇ C ਆਉਣਾ ਸੀਗਾ, ਟਾਈਪਿੰਗ ਮਿਸਟੇਕ। ਰੈਕ ਇਜ਼ ਰਿਲੇਟਡ ਟੂ ਵਿਚ ਆਫ ਦੀ ਫੋਲੋਇੰਗ। ਕਹਿੰਦਾ ਰੈਕ ਇੱਕ ਯੂਜ਼ਨੈਟ ਨਿਊਜ਼ ਗਰੁੱਪ ਹੈ। ਪਹਿਲਾਂ ਆਪਾਂ ਪੜ੍ਹਨੀਆਂ ਪੈਣੀਆਂ ਚੀਜ਼ਾਂ। ਯੂਜ਼ਨੈਟ ਨਿਊਜ਼ ਗਰੁੱਪ ਕੀ ਹੈ? ਇਹ ਯੂਜ਼ਨੈਟ ਨਿਊਜ਼ ਗਰੁੱਪ ਇਜ਼ ਏ ਰਿਪੋਜ਼ਿਟਰੀ। ਰਿਪੋਜ਼ਿਟਰੀ ਕੀ ਹੁੰਦਾ? ਜਿਵੇਂ ਸੇਵ ਕਰਦੇ ਆ ਇੱਥੇ ਡੇਟਾਬੇਸ, ਯੂਜ਼ਲੀ ਵਿਦਿਨ ਦਾ ਯੂਜ਼ਨੈਟ ਸਿਸਟਮ। ਯੂਜ਼ਨੈਟ ਸਿਸਟਮ ਦੇ ਵਿੱਚ ਯੂਜ਼ਨੈਟ ਨਿਊਜ਼ ਗਰੁੱਪ ਇੱਕ ਰਿਪੋਜ਼ਿਟਰੀ ਹੈ ਫॉर ਮੈਸੇਜ ਪੋਸਟਡ ਫਰੋਮ ਯੂਜ਼ਰ ਇਨ ਡਿਫਰੈਂਟ ਲੋਕੇਸ਼ਨ ਯੂਜ਼ਿੰਗ ਇੰਟਰਨੈਟ। ਕਹਿੰਦੇ ਇੰਟਰਨੈਟ ਦੇ ਉੱਪਰ ਬਹੁਤ ਸਾਰੇ ਜਿਹੜੇ ਨਿਊਜ਼ ਗਰੁੱਪ ਬਣੇ ਹੋਏ ਨੇ, ਉਹਨਾਂ ਦਾ ਮੈਸੇਜ ਸ਼ੇਅਰ ਕਰਨ ਦੇ ਲਈ ਇੱਕ ਰਿਪੋਜ਼ਿਟਰੀ ਹੈ। ਦੇ ਆਰ ਡਿਸਕਸ਼ਨ ਗਰੁੱਪ ਐਂਡ ਨੋਟ ਡੈਵੋਟਡ ਟੂ ਪਬਲਿਸ਼ਿੰਗ ਨਿਊਜ਼। ਨਿਊਜ਼ ਪਬਲਿਸ਼ਿੰਗ ਦੇ ਨਹੀਂ, ਉਹ ਕੁਝ ਡਿਸਕਸ ਕਰ ਸਕਦੇ ਆ ਨਾ ਬੰਦੇ ਆਪਸ ਦੇ ਵਿੱਚ, ਵੀ ਕਰੰਟ ਇਸ਼ੂ ਤੇ ਆਪਾਂ ਕੀ ਬੋਲਣਾ, ਕਿੰਨਾ ਕੁ ਡੇਟਾ ਇਕੱਠਾ ਕਰਨਾ ਹੈ। ਉਹ ਇੱਕ ਡਿਸਕਸ਼ਨ ਗਰੁੱਪ ਆ ਇਹਨਾਂ ਦਾ, ਠੀਕ ਹੈ। ਇਹਨਾਂ ਦੀ ਵਰਲਡ ਵਾਈਡ ਵੈਬ ਦੀ ਤਰ੍ਹਾਂ ਸਿਮਿਲਰ ਫੰਕਸ਼ਨੈਲਿਟੀ ਹੈ, ਠੀਕ ਹੈ। ਟੈਕਨੀਕਲੀ ਡਿਸਟਿੰਕਟ ਨੇ ਇਹ ਗੱਲਾਂ। ਤਾਂ ਇਹ ਜਿਹੜੇ ਯੂਜ਼ਨੈਟ ਨਿਊਜ਼ ਗਰੁੱਪ ਇਹਦੀਆਂ ਬਿਗ 7 ਕਲਾਸੀਫਿਕੇਸ਼ਨ ਦੇ ਨੇ। ਜਿਵੇਂ COMP ਕਾਹਦੇ ਲਈ ਹੈ? ਕੰਪਿਊਟਰ ਰਿਲੇਟਡ ਟੌਪਿਕ ਜੇ ਡਿਸਕਸ ਕਰਨਾ ਤਾਂ ਇੱਥੇ ਕਰਨਗੇ। ਗਰੁੱਪ ਹੀ ਬਣੇ ਹੋਏ ਨੇ, WhatsApp ਦੇ ਗਰੁੱਪ ਬਣਾ ਲਈਏ ਆਪਾਂ। ਨਿਊਜ਼ ਯੂਜ਼ਨੈਟ ਇਟਸੈਲਫ ਆਪਦੇ ਲਈ ਹੈ। SCI ਹੈ ਸਾਇੰਟੀਫਿਕ ਰਿਲੇਟਡ। ਤੇ ਰੈਕ, ਇਹੀ ਆਪਾਂ ਨੂੰ ਪੁੱਛਿਆ ਨਾ, ਰੈਕ ਹੈਗਾ ਰੀਕ੍ਰੀਏਸ਼ਨਲ ਐਕਟੀਵਿਟੀ ਲਾਈਕ ਗੇਮਸ ਐਂਡ ਹੌਬੀਜ਼, ਉਹਨਾਂ ਦੇ ਲਈ ਰੈਕ ਹੈ। SOC ਹੈਗਾ ਗਾ ਸੋਸ਼ਲ ਇਸ਼ੂਜ਼ ਦੇ ਲਈ। ਟਾਕ ਹੈਗਾ ਆਪਣੇ ਕੋਲੇ ਸੱਚ ਐਜ਼ ਰਿਲੀਜਨ ਐਂਡ ਪੋਲਿਟਿਕਸ ਦੇ ਤੇ। ਮਿਸਲੀਨੀਅਸ ਦੇ ਲਈ ਜਿਹੜੇ ਇਹਨਾਂ ਤੋਂ ਟੌਪਿਕ ਬਿਨਾਂ ਰਹਿ ਗਏ, ਉਹਨੂੰ ਸਾਰਿਆਂ ਦੇ ਲਈ ਸਕਰੀਨਸ਼ਾਟ ਲੈ ਸਕਦੇ ਹੋ, ਠੀਕ ਹੈ। ਤਾਂ ਫਿਰ ਰੈਕ ਕਾਹਦੇ ਲਈ ਆਪਾਂ ਪੜਾਂਗੇ? ਰੀਕ੍ਰੀਏਸ਼ਨਲ ਟੌਪਿਕ ਲਾਈਕ ਸਪੋਰਟਸ, ਬੁੱਕਸ, ਡਾਂਸ, ਸਿਨੇਮਾ ਐਂਡ ਡਾਂਸ ਦੇ ਲਈ, ਠੀਕ ਹੈ। ਸੋ B ਆਂਸਰ ਹੈ। ਕਲੀਅਰ ਹੋ ਗਈ ਗੱਲ। ਅਗਲਾ ਕੁਐਸਚਨ ਆ ਗਿਆ, ਵਿਚ ਆਫ ਦੀ ਫੋਲੋਇੰਗ ਆਰ ਡਿਫਰੈਂਟ ਟਾਈਪਸ ਆਫ ਸੋਸ਼ਲ ਮੀਡੀਆ ਸਰਵਿਸਿਜ਼। ਕਹਿੰਦਾ ਹੇਠ ਲਿਖਿਆਂ ਚੋਂ ਕਿਹੜੀਆਂ ਸੋਸ਼ਲ ਮੀਡੀਆ ਦੀਆਂ ਸਰਵਿਸਿਜ਼ ਹੈਗੀਆਂ ਨੇ? ਤਾਂ ਸੋਸ਼ਲ ਕੰਟੈਂਟ ਸ਼ੇਅਰਿੰਗ ਸਰਵਿਸਿਜ਼ ਤਾਂ ਹੈਗਾ ਹੀ, ਆਪਾਂ WhatsApp ਹੋ ਗਿਆ, ਟੈਲੀਗ੍ਰਾਮ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ, ਉੱਥੇ ਆਪਾਂ ਕੀ ਕਰਦੇ ਹਾਂ? ਕੰਟੈਂਟ ਨੂੰ ਸ਼ੇਅਰ ਕਰਦੇ ਹਾਂ। ਨੈਟਵਰਕਿੰਗ ਸਾਈਟ, ਇੱਥੇ ਅਸੀਂ ਸਾਡਾ ਸੋਸ਼ਲ ਨੈਟਵਰਕ ਬਣਦਾ ਹੈ। ਜਿਵੇਂ ਹੁਣ ਆਪਾਂ ਦੇਖ ਲਈਏ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਡਾ ਨੈਟਵਰਕ ਵੀ ਤਾਂ ਬਣਦਾ ਹੈ ਨਾ। ਤੇ ਸੋਸ਼ਲ ਜੀਓ ਲੋਕੇਸ਼ਨ ਐਂਡ ਮੀਟਿੰਗ ਸਰਵਿਸਿਜ਼। ਜੀਓ ਲੋਕੇਸ਼ਨ ਮਤਲਬ ਕੁਝ ਲੋਕੇਸ਼ਨ ਭੇਜਦੀਆਂ, ਲੋਕੇਸ਼ਨ ਬੇਸਿਸ ਤੇ ਕੰਮ ਕਰਦੀਆਂ ਨੇ, ਕਿ ਜਿਵੇਂ ਉੱਥੇ ਬੰਦਾ ਆਪਦੀ ਲੋਕੇਸ਼ਨ ਸ਼ੇਅਰ ਕਰਕੇ ਆਪਦੇ ਖਿੱਤੇ ਦੇ ਨੇੜੇ ਤੇੜੇ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਦੱਸ ਸਕੇ। ਮੀਟਿੰਗ ਸਰਵਿਸ ਜਿਵੇਂ shaadi.com ਵਰਗੀਆਂ ਨੇ, ਹਨਾ, 143 ਹੋ ਜਾਂਦਾ ਕਿਸੇ ਨੂੰ ਮੀਟ ਮੂਟ ਕਰਾਉਣ ਵਾਲੀਆਂ ਹੈਗੀਆਂ ਨਾ ਐਵੇਂ ਦੀਆਂ ਵੈਬਸਾਈਟਾਂ, ਉਹ ਕਿਸੇ ਦੀ ਉਹ ਕਰਵਾ ਦਿੰਦੇ ਨੇ, ਵਿਆਹ ਵੀ ਕਰਵਾ ਦਿੰਦੇ ਨੇ, ਬਹੁਤ ਸਾਰੀਆਂ ਨੇ, ਠੀਕ ਹੈ। ਵਿਆਹ.com, ਕਾਫੀ ਸਾਈਟਾਂ ਨੇ। ਸੋ ਇਹ ਸਾਰੀਆਂ ਹੀ ਨੇ। ਜਿਵੇਂ ਪਹਿਲਾਂ ਸੋਸ਼ਲ ਕੰਟੈਂਟ ਸ਼ੇਅਰਿੰਗ ਸਰਵਿਸਿਜ਼ ਇਹ ਨੇ। ਸੋਸ਼ਲ ਨੈਟਵਰਕਿੰਗ ਸਰਵਿਸਿਜ਼ ਮੈਂ ਦੱਸ ਚੁੱਕਿਆ ਵੀ ਰਿਲੇਸ਼ਨਸ਼ਿਪ ਬਣਾਉਣ ਦੇ ਲਈ। ਸੋਸ਼ਲ ਲੋਕੇਸ਼ਨ ਬੇਸਡ ਸਰਵਿਸਿਜ਼ ਦੇ ਵਿੱਚ ਓਪਰਚੁਨਿਟੀ ਹੈ ਕਿ ਤੁਸੀਂ ਆਪਦੇ ਇਨਵਾਇਰਨਮੈਂਟ ਦੇ ਰਿਲੇਟਡ ਕੋਈ ਵੀ ਚੀਜ਼ਾਂ ਸ਼ੇਅਰ ਕਰ ਸਕਦੇ ਹੋ। ਤਾਂ ਫਿਰ ਤਿੰਨੋਂ ਹੀ ਆਨਸਰ ਨੇ ਇਹਦੇ ਵੀ, ਤਿੰਨੋਂ ਠੀਕ ਨੇ। ਤੇ ਲਾਸਟ ਕੁਐਸਚਨ ਹੈ ਵੀ ਇਸ ਵਾਲੇ ਆਪਣੇ ਸ਼ਿਫਟ ਦਾ ਲਾਸਟ ਕੁਐਸਚਨ ਹੈ। ਇਨ MS Word 2019 ਵਿਚ ਉਹਦੀ ਫੋਲੋਇੰਗ ਪੇਅਰ ਆਫ ਫੰਕਸ਼ਨ ਇਜ਼ ਕਰੈਕਟ। ਕਹਿੰਦਾ ਇਹਨਾਂ ਚੋਂ ਕਿਹੜਾ ਕਰੈਕਟ ਹੈ? ਕਹਿੰਦਾ ਲੇਆਊਟ ਦੇ ਵਿੱਚ ਮਾਰਜਨ ਹੁੰਦਾ ਹੈ, ਬਿਲਕੁਲ ਹੁੰਦਾ। ਤਾਂ ਪਹਿਲਾਂ ਠੀਕ ਹੈ। ਓਨਲੀ 2 ਤਾਂ ਨਹੀਂ ਹੈਗਾ, ਬੋਥ 1 ਐਂਡ 2 ਹੋ ਸਕਦਾ, ਨਾਈਦਰ 1 ਐਂਡ 2 ਵੀ ਨਹੀਂ ਹੈਗਾ, ਓਨਲੀ 1 ਇਹ ਹੋ ਸਕਦਾ, ਇਹ ਦੋਨੋਂ ਹੋ ਸਕਦੇ ਨੇ। ਇਨਸਰਟ, ਕਹਿੰਦਾ ਇਨਸਰਟ ਦੇ ਵਿੱਚ ਟੇਬਲ, ਇਹ ਵੀ ਠੀਕ ਹੈ। ਤਾਂ ਦੋਨੋਂ ਹੀ ਠੀਕ ਹੋ ਗਏ ਫਿਰ, ਬੋਥ B ਐਂਡ C। ਸੋ ਬੋਥ B ਐਂਡ C ਨਹੀਂ, ਬੋਥ 1 ਐਂਡ 2, ਠੀਕ ਹੈ। ਸੋ ਇਹਦਾ C ਆਨਸਰ ਹੈ। ਤੇ ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਸਮਝ ਆਏ ਹੋਣਗੇ। ਤਾਂ ਘਬਰਾਉਣਾ ਨਹੀਂ ਹੈਗਾ, ਕੰਮ ਕਰਨਾ ਆਪਾਂ ਦੱਬ ਕੇ। ਤਾਂ ਤੁਸੀਂ ਤਿਆਰੀ ਬਹੁਤ ਕੀਤੀ ਹੋਈ ਹੈ, ਮੈਨੂੰ ਪਤਾ ਹੈ। ਤਾਂ ਬਸ ਹੁਣ ਇਹ ਆ ਵੀ ਫਲੋ 'ਚ ਬਹਾਉਂਦੇ ਜਾਓ ਚੀਜ਼ਾਂ ਨੂੰ, ਠੀਕ ਹੈ। ਸਮਾਂ ਆਪਾਂ ਰਿਵੀਜ਼ਨ ਤੇ ਲਾਉਣਾ ਜ਼ਿਆਦਾ। ਜਿਹੜੀਆਂ ਚੀਜ਼ਾਂ ਛੁੱਟ ਗਈਆਂ ਛੱਡ ਦਿਓ, ਕੋਈ ਗੱਲ ਨਹੀਂ। ਐਂ ਨਾ ਹੋਵੇ ਵੀ ਆਪਾਂ ਸਾਰਾ ਨਹੀਂ ਕਰ ਸਕਦੇ ਯਾਰ, ਜਿੰਨਾ ਕਰਿਆ ਉਹ ਚੰਗੀ ਤਰ੍ਹਾਂ ਕਰਨਾ ਆਪਾਂ, ਠੀਕ ਹੈ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਆਪ ਦਾ ਤਰੀਕਾ ਦੱਸ ਦਿੰਦਾ, ਕਿਉਂਕਿ ਮੇਰੇ ਨਾਲ ਵੀ ਸਿਲੀ ਮਿਸਟੇਕਸ ਵਾਲੀਆਂ ਹੁੰਦੀਆਂ ਸੀ। ਮੈਂ ਕੁਐਸਚਨ ਪੇਪਰ ਤੇ ਹੋਰ ਟਿਕ ਲਾਉਂਦਾ ਸੀ ਤੇ OMR ਤੇ ਹੋਰ ਲਾਉਂਦਾ ਸੀ, ਠੀਕ ਹੈ। ਸੋ ਮੇਰਾ ਤਰੀਕਾ ਆਪਦਾ ਹੈ, ਮੈਂ ਦੱਸ ਦਿੰਦਾ। ਤੁਹਾਨੂੰ ਠੀਕ ਲੱਗਿਆ ਤੁਸੀਂ ਫੋਲੋ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰ ਸਕਦੇ।
ਨਹੀਂ ਤਾਂ ਕੀ ਨਹੀਂ, ਤੁਹਾਡੀ ਮਰਜ਼ੀ, ਨਹੀਂ ਤਾਂ ਕੀ ਨਹੀਂ ਕਰ ਸਕਦੇ। ਹਾਂ ਇਹ ਆਪਾਂ ਗੱਲ ਕਰਦੇ ਹਾਂ, ਥੋੜੀ ਜਿਹੀ ਬਾਹਲਾ ਛੋਟੇ ਨਹੀਂ ਬਣ ਗਏ ਪੇਜ ਜੇ, ਟੇਢਾ ਹੋ ਗਿਆ ਕੰਮ, ਹੁਣ ਸਿੱਧਾ ਕਰਿਆ। ਤਾਂ ਇਹ ਕੁਐਸਚਨ ਪੇਪਰ ਹੈ ਤੁਹਾਡਾ, ਪਹਿਲਾ ਪੇਜ, ਦੂਜਾ ਪੇਜ, ਤੀਜਾ ਪੇਜ, ਚੌਥਾ ਪੇਜ, ਪੰਜਵਾਂ ਪੇਜ। ਇਹ ਹੈਗੀ OMR। ਕੁਐਸਚਨ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਇੱਥੇ ਵਿੱਚ ਜੀ ਹੁੰਦੇ ਆ 7ਵਾਂ, 8ਵਾਂ, 9ਵਾਂ, 10ਵਾਂ, 11ਵਾਂ, 12ਵਾਂ, 13ਵਾਂ, 14ਵਾਂ, 15ਵਾਂ, 16ਵਾਂ। ਉਹੀ ਲਿਆ ਪਤਾ ਰੈਂਡਮਲੀ, ਐਂ ਤਾਂ ਨਹੀਂ ਹੁੰਦੇ, ਇੰਨੇ ਕਿ ਜ਼ਿਆਦਾ ਹੁੰਦੇ ਆ। ਮੰਨ ਲਓ ਇੱਥੇ ਵੀ ਪਹਿਲੇ ਪੇਜ ਤੇ ਕੁਐਸਚਨ ਹੈਗਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ। ਤੁਸੀਂ ਜੇ ਤੁਹਾਡਾ ਆਪਦਾ ਆਈਡੀਆ, ਤੁਸੀਂ ਵੀਡੀਓ ਸਕਿਪ ਕਰ ਸਕਦੇ ਹੋ, ਕੋਈ ਜ਼ਰੂਰੀ ਨਹੀਂ ਦੇਖਣੀ, ਠੀਕ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਲਾਈਕ ਕਰ ਦਿਓ, ਕਮੈਂਟ ਕਰਕੇ ਦੱਸ ਦਿਓ ਵੀ ਕੰਮ ਵਧੀਆ ਲੱਗਿਆ ਮੈਨੂੰ, ਠੀਕ ਹੈ। ਇੰਨਾ ਕੀ ਚਾਹੀਦਾ ਆਪਾਂ ਨੂੰ, ਹੋਰ ਕੁਛ ਨਹੀਂ ਚਾਹੀਦਾ ਤੁਹਾਡੇ ਤੋਂ। ਸੋ 7ਵੇਂ ਤੋਂ ਬਾਅਦ 8ਵਾਂ, 9ਵਾਂ, 10ਵਾਂ, ਰੈਂਡਮਲੀ ਲੈ ਲੈਣੇ, 25ਵਾਂ, 75ਵਾਂ, 100ਵਾਂ। ਸੋ ਇਹ ਕੁਐਸਚਨ ਨੇ। ਆਪਾਂ ਕੀ ਕਰਨਾ ਹੈ, OMR ਨੂੰ ਪਹਿਲਾਂ ਸਾਈਡ ਤੇ ਰੱਖ ਦਿਓ। ਪਹਿਲਾਂ 15-15 ਮਿੰਟ ਦੇ 20-20 ਮਿੰਟ ਦਾ ਲੈਪ ਲਾ ਲਓ, 20 ਮਿੰਟ 20 ਮਿੰਟ 20 ਮਿੰਟ 20 ਮਿੰਟ, ਜਾਂ ਚਲੋ ਮੰਨ ਲਓ ਪੇਪਰ 2 ਘੰਟਿਆਂ ਦਾ ਤੇ 20 ਮਿੰਟ, 20 ਤੇ 20, 40 ਤੇ 20 ਤੇ 60, ਇਹ ਹੋ ਗਿਆ 1 ਘੰਟਾ ਤੇ ਇਹ ਹੋ ਗਿਆ ਦੂਜਾ ਘੰਟਾ। ਪਹਿਲੇ 20 ਮਿੰਟ ਦੇ ਲਈ ਤੁਸੀਂ ਕੀ ਕਰਨਾ, ਆਪਦੇ ਪੂਰੇ ਕੁਐਸਚਨ ਜਿਹੜੇ ਦਿੱਤੇ ਹੋਏ ਨੇ ਕੁਐਸਚਨ ਪੇਪਰ ਤੇ ਜਾਣਾ। ਪਹਿਲਾਂ ਜ਼ਰੂਰੀ ਨਹੀਂ ਹੈ ਪਹਿਲੇ ਤੋਂ ਲੱਗ ਜਾਣਾ, ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹ ਵਾਲਾ ਸੈਸ਼ਨ ਕਰੋ ਜਾ ਕੇ, ਠੀਕ ਹੈ। ਜਿਹੜੇ ਕੁਐਸਚਨ ਦਾ ਆਪਾਂ ਨੂੰ ਵਧੀਆ ਪਤਾ ਲੱਗਦਾ ਵੀ ਆਪਾਂ ਨੂੰ ਯਾਰ ਦੂਜਾ ਚੰਗੀ ਤਰ੍ਹਾਂ ਆ ਗਿਆ, ਦੂਜੇ ਤੇ ਆਪਾਂ ਟਿਕ ਐ ਲਾਉਣੀ ਹੈ ਤੇ ਇੱਥੇ ਦੀਆਂ ਆਪਸ਼ਨ ਆਉਣੀਆਂ ABCD, ਮੰਨ ਲਓ ਇਹਦਾ B ਇੱਥੇ ਐ ਲਾ ਦਿਓ, ਠੀਕ ਹੈ। ਉਵੇਂ 75 ਵਾਲੇ ਤੇ ਆਪਾਂ ਨੂੰ ਪਤਾ ਲੱਗ ਗਿਆ ABCD, ਇਹਦੇ ਤੇ ਵੀ ਆਪਾਂ ਲਗਾਤਾ C ਲਾਤਾ, ਤੇ 100 ਵਾਲੇ ਦੇ ਵਿੱਚ ਵੀ ABCD, ਇੱਥੇ ਵੀ ਆਪਾਂ ਕੀ ਲਾਤਾ B ਲਾਤਾ, ਇੱਥੇ ਨਾਲ ਇਹਦੇ ਵੀ ਟਿਕ ਲਾਈ ਗਏ ਹਨਾ। ਤਾਂ ਜਦੋਂ ਹੀ 20 ਮਿੰਟ ਹੋਏ ਤਾਂ ਤੁਸੀਂ ਕੀ ਕਰੋ, ਸਟਾਪ ਕਰ ਦਿਓ, ਕੰਮ ਕਰਨਾ ਬੰਦ ਕਰ ਦਿਓ, OMR ਚੱਕੋ, OMR ਨੂੰ ਚੱਕੋ। ਤੀਜਾ ਕੁਐਸਚਨ ਚੰਗੀ ਤਰ੍ਹਾਂ ਹੋ ਗਿਆ ਨਾ, ਇਹਦੇ ਤੇ ਆਪਾਂ D ਲਾ ਦਿਓ, ਤੇ ਇਧਰੋਂ ਮੰਨ ਲਓ ਤੀਜੇ ਦਾ B ਸੀ, ਇੱਥੇ ਇੱਕ ਬਿੰਦੀ ਲਾ ਦਿਓ ਬਸ, ਜਿਹੜੀ ਦਿਖੇ। ਅਗਲੇ ਤੇ ਗਏ, ਅਗਲੇ ਪੇਜਾਂ ਤੇ ਗਏ, 75 ਤੇ D ਲਿਖ ਦਿਓ, ਮਤਲਬ ਡਨ ਹੋ ਚੁੱਕਿਆ ਹੈ, ਫਾਈਨਲ ਹੋ ਚੁੱਕਿਆ ਹੈ। C ਹੈ ਤਾਂ 75 ਦਾ C, ਮੰਨ ਲਓ ਇੱਥੇ 75 ਹੈ, ਕੋਈ ਵੀ 75 ਦਾ C ਇੱਕ ਬਿੰਦੂ, ਤੇ 100 ਵਾਲਾ ਉਹਦਾ B ਹੈ ਤਾਂ 100 ਵਾਲੇ ਤੇ ਇੱਕ ਬਿੰਦੂ, ਠੀਕ ਹੈ। ਇੱਥੇ D ਲਾਉਣਾ ਨਹੀਂ ਭੁੱਲਣਾ। ਇਸੇ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, OMR ਸ਼ੀਟਾਂ ਪ੍ਰਿੰਟ ਕਰ ਲਓ ਨੈਟ ਤੋਂ, ਤੇ ਇਸ ਤਰ੍ਹਾਂ ਕਰਕੇ ਦੇਖ ਸਕਦੇ ਹੋ। ਹੁਣ ਤੁਹਾਨੂੰ ਇੱਕ ਵਾਰੀ ਸਮਝਣ 'ਚ ਔਖਾ ਜਿਹਾ ਲੱਗੂਗਾ, ਪਰ ਜੇ ਵਾਰੀ ਕਰੀ ਜਾਓਗੇ ਨਾ ਫਿਰ ਤੁਹਾਨੂੰ ਚੀਜ਼ਾਂ ਵਧੀਆ ਲੱਗਣਗੀਆਂ। ਇਹ 20 ਮਿੰਟਾਂ ਦੇ ਵਿੱਚ ਜਿੰਨੇ ਕੁਐਸਚਨ ਇੱਧਰ ਆਪਾਂ ਪਰਫੈਕਟਲੀ ਕਰੇ ਸੀ, ਓਨਿਆਂ ਦੇ ਵਿੱਚ ਇੱਥੇ ਆਪਾਂ D ਲਗਾ ਚੁੱਕੇ ਹਾਂ ਤੇ ਇੱਧਰ ਕੁਐਸਚਨ ਜਾ ਚੁੱਕੇ ਨੇ, ਠੀਕ ਹੈ। ਤੇ ਜੇ ਮੰਨ ਲਓ ਵਿੱਚ ਵਿਚਾਲੇ ਤੁਹਾਨੂੰ ਡਾਊਟ ਵੀ ਹੈ, ਮੰਨ ਲਓ 5ਵਾਂ ਕੁਐਸਚਨ ਹੈ, 5ਵੇਂ ਕੁਐਸਚਨ ਦੇ ਵਿੱਚ ਆਪਾਂ ਨੂੰ ABCD ਦੇ ਵਿੱਚੋਂ 2 ਆਪਸ਼ਨਾਂ ਲੱਗਣ ਲੱਗ ਗਈਆਂ, B ਵੀ ਲੱਗਦਾ ਤੇ C ਵੀ ਲੱਗਦਾ, ਤਾਂ 5ਵੇਂ ਤੇ ਟਿਕ ਨਹੀਂ ਲਾਉਣਾ, 5ਵੇਂ ਤੇ ਗੋਲਾ ਲਾ ਲਓ। ਗੋਲਾ ਕੀ ਰਿਪਰੈਜ਼ੈਂਟ ਕਰੂਗਾ ਕਿ ਡਾਊਟ ਹੈ, ਤੇ ਇੱਥੇ ਵੀ ਗੋਲਾ ਲਾ ਲਓ B ਤੇ C ਤੇ ਵੀ ਗੋਲਾ ਲਾ ਲਓ, ਕਿਉਂਕਿ ਜਦੋਂ ਦੁਬਾਰੇ ਆਉਂਗੇ ਫਿਰ ਆਪਸ਼ਨਾਂ ਦੁਬਾਰੇ ਤੋਂ ਫਿਰ ਐਲੀਮੀਨੇਟ ਕਰਾਂਗੇ ਆਪਾਂ, ਕਿਉਂਕਿ ਭੁੱਲ ਜਾਵਾਂਗੇ, ਦਿਮਾਗ ਇੰਨਾ ਥੋੜੀ ਚੱਲਦਾ ਯਾਰ। ਇੱਥੇ ਕੁਐਸਚਨ ਤੇ ਆਵਾਂਗੇ, ਜਿਹੜਾ ਪੜ੍ਹ ਕੇ ਕੱਢ ਕੇ 2 ਆਪਸ਼ਨਾਂ ਤਾਂ ਕੱਢ ਗਏ ਸੀ ਨਾ, ਇਹਨਾਂ ਦੋਨਾਂ ਤੇ ਗੋਲੇ ਲਾ ਲਓ, ਐਂ ਕਰਕੇ ਛੱਡੀ ਜਾਓ। ਫਿਰ ਦੂਜੇ 20 ਮਿੰਟ 'ਚ ਐਂ ਕਰੋ, ਤੀਜੇ 20 ਮਿੰਟ 'ਚ ਐਂ ਕਰੋ, 1 ਘੰਟਾ ਹੋ ਗਿਆ ਨਾ। 1 ਘੰਟੇ ਦੇ ਵਿੱਚ ਬਹੁਤ ਕੰਮ ਹੋ ਜਾਊਗਾ, ਤੇ ਇਧਰੋਂ ਨਾਲ ਛੋਟੇ ਡਾਟ ਆ ਗਏ। ਫਿਰ ਅਗਲੇ ਮਤਲਬ ਚੱਲਦੇ ਜਾਓ, ਇੱਥੇ ਵੀ ਐਂ ਕਰਦੇ ਜਾਓ, ਠੀਕ ਹੈ। ਹੁਣ ਪਿਛਲੇ 20 ਮਿੰਟਾਂ ਤੋਂ ਪਹਿਲਾਂ ਸਾਰੇ ਗੋਲਿਆਂ ਨੂੰ ਹਾਈਲਾਈਟ ਕਰ ਦੇਣਾ, ਛੱਡ ਦਿਓ ਸਾਰਾ ਕੁਝ, ਗੋਲੇ ਜਿਹੜੇ ਭਰੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਭਰ ਦਿਓ, ਟਾਰਕ ਕਰ ਦਿਓ ਜ਼ਿਆਦਾ, ਠੀਕ ਹੈ। ਗੋਲੇ ਭਰਤੇ ਆਪਾਂ ਸਾਰੇ, ਤੇ ਇਧਰੋਂ ਫਿਨਿਸ਼ ਹੋ ਗਿਆ ਕੰਮ। ਕਿਉਂਕਿ ਕਈ ਵਾਰੀ ਕੀ ਹੁੰਦਾ, ਉਧਰੋਂ ਤਾਂ ਟਾਈਮ ਹੋਇਆ ਪਿਆ ਹੁੰਦਾ, ਉਧਰੋਂ ਆਪਾਂ ਕਹਿੰਦੇ 5 ਮਿੰਟ ਦੇ 2 ਮਿੰਟ ਦੇ, ਬਹੁਤ ਬੱਚਿਆਂ ਨਾਲ ਐ ਹੁੰਦਾ, ਮੈਂ ਦੇਖੀਆਂ ਚੀਜ਼ਾਂ ਇਹ, ਤਾਂ ਫਿਰ ਬੁਰਾ ਬਹੁਤ ਲੱਗਦਾ ਯਾਰ। ਉੱਥੋਂ ਫਿਰ ਪੇਪਰ ਥੋੜੀ ਕਲੀਅਰ ਹੋਊਗਾ, ਸਟ੍ਰੈਸ ਪੈ ਗਿਆ ਨਾ ਹੀ। ਟੀਚਰ ਵੀ ਸੋਚਦੇ ਵੀ ਪੜ੍ਹੇ ਲਿਖੇ ਬੰਦੇ ਆ ਯਾਰ, ਤਿਆਰੀ ਕਰ ਰਹੇ ਸੀ, ਇਹਨੂੰ ਕੀ ਕਹੀਏ ਇਹਨਾਂ ਨੂੰ, ਉਹਨਾਂ ਦੀ ਵੀ ਮਜਬੂਰੀ ਹੁੰਦੀ ਹੈ, ਸਮਾਂ ਥੋੜੀ ਦੇ ਸਕਦੇ ਆ। ਤਾਂ ਹੁਣ ਜਦੋਂ ਪਿਛਲੇ 20 ਮਿੰਟ ਰਹਿ ਗਏ, ਹੁਣ ਆਪਾਂ ਉਹ ਲੈਪਿੰਗ ਵਾਲਾ ਕੰਮ ਸਿਰਫ ਇੱਥੋਂ ਤੱਕ ਕਰਨਾ ਸੀ। ਹੁਣ ਆਪਾਂ 1 to 1 ਚੱਲਾਂਗੇ, ਇੱਕ ਪਾਸੇ OMR ਧਰਾਂਗੇ,
ਦੂਜੇ ਪਾਸੇ ਨਾਲ ਇਧਰੋਂ ਕਰਾਂਗੇ, ਨਾਲ ਦੀ ਨਾਲ ਹੀ ਡੀ ਲਾ ਦਾਂਗੇ। ਜਿਹੜਾ ਸੋਲਵ ਹੋ ਗਿਆ ਡੀ ਕੀਤਾ, ਮੰਨ ਲਓ ਇਹ ਆਪਣਾ ਸੋਲਵ ਹੋ ਗਿਆ, ਆਪਾਂ ਨੂੰ ਪਤਾ ਲੱਗ ਗਿਆ, ਯਾਦ ਆ ਗਈ ਗੱਲ, ਤਾਂ ਇੱਥੇ ਡੀ ਕਰੋ, ਟਿਕ ਲਾ ਕੇ ਡੀ ਕਰੋ, ਇੱਥੋਂ ਵੀ ਟਿਕ ਕਰ ਦਿਓ, ਗੋਲੇ ਤੋਂ ਟਿਕ ਕਰਤਾ ਵੀ ਮਤਲਬ ਸੀ ਲਾਤਾ। ਤਾਂ ਉਦੋਂ ਬਾਅਦ 5ਵੇਂ ਕੁਐਸਚਨ ਦਾ ਅਸੀਂ ਸੀ ਲਾਇਆ, ਮੰਨ ਲਓ 6ਵੇਂ ਦਾ ਹੋਵੇ, 6ਵਾਂ ਲਾ ਲਓ ਕਿਉਂਕਿ 5ਵਾਂ ਆਪਾਂ ਆਲਰੇਡੀ ਲਾ ਚੁੱਕਿਆ। 6ਵੇਂ ਦਾ ਸੀ ਲਾਇਆ, ਇੱਧਰ ਬਹੁਤ ਨਿਗਾਹ ਰੱਖਣੀ ਹੈ ਕਿ 6ਵੇਂ ਦਾ ਸੀ, ਕਿਉਂਕਿ ਉੱਪਰ ABC ਲਿਖਿਆ ਹੁੰਦਾ ਨਾ, 6ਵੇਂ ਦਾ ਸੀ ਤੀਜਾ ਆਹੀ ਬਣਦਾ। ਇੱਥੇ ਜ਼ਿਆਦਾ ਕੰਸਨਟ੍ਰੇਸ਼ਨ ਰੱਖਣ ਦੀ ਲੋੜ ਆਪਾਂ ਨੂੰ, ਕਿਉਂ? ਕਿਉਂਕਿ ਜਦੋਂ ਅਸੀਂ 1 to 1 ਲਾਉਣੇ ਆ, ਇੱਧਰ OMR ਤੇ ਲਾਉਣੇ ਆ ਤੇ ਇੱਧਰੋਂ ਇੱਧਰ ਲਾਉਣੇ ਆ, ਉਦੋਂ ਜ਼ਿਆਦਾਤਰ ਧਿਆਨ ਆਪਣਾ ਕੁਐਸਚਨ ਦੇ ਵਿੱਚ ਹੁੰਦਾ। ਤਾਂ ਹੀ ਕਰਕੇ ਅਸੀਂ ਉਧਰ ਧਿਆਨ ਨਹੀਂ ਦਿੰਦੇ, ਉਧਰ ਹੋਰ ਤੇ 7ਵੇਂ ਤੇ 5ਵੇਂ ਤੇ 8ਵੇਂ ਤੇ ਲਗਾ ਕੇ ABC ਵੀ ਸ਼ਫਲ ਹੋ ਜਾਂਦੇ ਨੇ, ਤਾਂ ਬੜੀ ਵੱਡੀ ਦਿੱਕਤ ਆਉਂਦੀ ਹੈ। ਠੀਕ ਹੈ, ਸੋ ਮੇਰਾ ਨੈਟ ਹੈ ਜਿਹੜਾ ਉਹ 7ਵੀਂ ਵਾਰੀ ਕਲੀਅਰ ਹੋਇਆ ਸੀ, 6 ਵਾਰੀ ਮੈਂ ਬਹੁਤ ਜ਼ਿਆਦਾ ਟੁੱਟਿਆ ਸੀ, ਮੈਨੂੰ ਬੜਾ ਔਖਾ ਲੱਗਦਾ ਸੀ। ਸਿਲੀ ਮਿਸਟੇਕਸ ਇਹ ਵਾਲੀਆਂ ਮੇਰੀਆਂ ਮਿਸਟੇਕਸ, 2 ਮਿਸਟੇਕਸ ਵੱਡੀਆਂ ਮੈਂ ਕਰਦਾ ਸੀ। ਇੱਕ ਤਾਂ ਨੋਟ ਕਰੈਕਟ, ਇਨਕਰੈਕਟ, ਇਹ ਨਹੀਂ ਸਮਝ ਆਉਂਦੀਆਂ ਸੀ। ਇੱਕ ਮੈਂ ਇੱਧਰਲੇ ਪਾਸੇ ਹੋਰ ਲਾਇਆ ਹੁੰਦਾ ਸੀ, ਇੱਧਰ ਗੋਲਾ ਹੋਰ ਲਾ ਦਿੰਦਾ ਸੀ। ਤੇ ਉਸ ਤੋਂ ਬਾਅਦ ਮੇਰਾ ਗੇਟ ਵੀ ਕਲੀਅਰ ਹੋਇਆ। ਗੇਟ ਦੇ ਵਿੱਚ ਤਾਂ ਨੈਗੇਟਿਵ ਮਾਰਕਿੰਗ ਹੁੰਦੀ ਹੈ, 4 ਵਾਰੀ ਮੈਂ ਗੇਟ ਕਲੀਅਰ ਕੀਤਾ, ਨੈਟ ਵੀ ਕਲੀਅਰ ਕੀਤਾ, ਹੈ ਨਾ। ਫਿਰ ਮੈਨੂੰ ਇਹ ਟ੍ਰਿਕ ਵਧੀਆ ਲੱਗੇ, ਮੈਂ ਆਪ ਕੱਢੇ ਵੀ ਇੱਕ ਤਾਂ ਨੋਟ ਕਰੈਕਟ ਨੂੰ ਹਾਈਲਾਈਟ ਕਰ ਲਓ ਕਰੈਕਟ ਵਾਲਿਆਂ ਨੂੰ, ਤੇ ਇੱਕ ਆਹ ਤਰੀਕਾ ਕਿ ਪਹਿਲਾਂ OMR ਨੂੰ ਪਾਸੇ ਧਰ ਕੇ 20 ਮਿੰਟਾਂ ਦਾ ਇੱਕ ਰਾਊਂਡ, ਤੇ ਜਦੋਂ 20 ਮਿੰਟ ਹੋ ਗਏ ਸਾਰੇ ਕੁਐਸਚਨ OMR ਤੇ ਜਾਣ ਸਿਰਫ ਡਾਟ ਦੀ ਫਾਰਮ 'ਚ, ਫਿਰ ਦੂਜੇ 20 ਮਿੰਟ 'ਚ ਅੱਗੇ ਜਾਣ, ਫਿਰ ਤੀਜੇ ਜਾਣ, ਹੌਲੀ ਹੌਲੀ ਲਈ ਜਾਈਏ। ਜਦੋਂ ਪਿਛਲੇ 20 ਮਿੰਟ ਰਹਿ ਗਏ ਇਹਨਾਂ ਨੂੰ ਡਾਰਕ ਕਰਕੇ ਫਿਰ ਚੱਲਾਂਗੇ 1 to 1। ਇਹ ਪੇਪਰ ਦੀ ਮੈਨੇਜਮੈਂਟ ਹੈ, ਇਹ ਮੇਰਾ ਤਰੀਕਾ ਹੈ। ਤੁਹਾਡਾ ਹੋ ਸਕਦਾ ਜ਼ਿਆਦਾ ਵਧੀਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ, ਤਾਂ ਮੈਂ ਵੀ ਸਿੱਖ ਲੂੰਗਾ। ਠੀਕ ਹੈ, ਥੈਂਕ ਯੂ।